ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਆਪਾਂ ਸਾਰਿਆਂ ਨੂੰ ਇਹ ਬੜਭਾਗਾ ਸਮਾਂ, ਸੁਨਹਿਰੀ ਘੜੀਆਂ ਪ੍ਰਾਪਤ ਹੋਈਆਂ ਨੇ ਕਿ ਗਰੀਬ ਨਵਾਜ ਨੇ ਕਿਰਪਾ ਕੀਤੀ ਹੈ ਮਾਇਆ ਨੂੰ ਕੁਝ ਸਮੇਂ ਲਈ ਆਪਾਂ ਤੋਂ ਦੂਰ ਕਰਕੇ ਆਪਣੀ ਨਿੱਘੀ ਮਿੱਠੀ ਮਹਾ ਆਨੰਦਦਾਈ ਗੋਦ ਦੇ ਵਿੱਚ ਬੈਠਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਜਿੱਥੇ ਗਰੀਬ ਨਵਾਜ ਨੇ ਏਡੀ ਵੱਡੀ ਕਿਰਪਾ ਕੀਤੀ ਹੈ, ਉੱਥੇ ਇੱਕ ਅਹਿਸਾਨ ਸਾਡੇ ਸਾਰਿਆਂ 'ਤੇ ਇਹ ਕਰਨ ਕਿ ਮਨ ਵਿੱਚ ਸਾਵਧਾਨਤਾ, ਇਕਾਗਰਤਾ, ਸ਼ਰਧਾ, ਭਾਵਨਾ, ਪ੍ਰੇਮ ਭਰ ਕੇ ਸ਼ਬਦ ਸੁਰਤ ਦਾ ਮੇਲ ਕਰਾਉਂਦਿਆਂ ਹੋਇਆਂ ਕਥਾ ਕਰਨ ਅਤੇ ਸੁਣਨ ਦੀ ਬਲ ਬੁੱਧੀ ਸਮਰੱਥਾ ਬਖਸ਼ਣ। ਅੱਜ ਬ੍ਰਹਮ ਗਿਆਨੀ ਦੇ ਬ੍ਰਹਮ ਗਿਆਨੀ, ਭਾਰਤ ਵਰਸ਼ ਦੇ ਪਹਿਲੇ ਸ਼ਹੀਦ, ਸ਼ਹੀਦਾਂ ਦੇ ਸਿਰਤਾਜ, ਸੇਵਾ ਦੇ ਪੁੰਜ, ਨਿਮਰਤਾ ਦੇ ਮਹਾਸਾਗਰ, ਅਡੋਲਤਾ ਦੇ ਮਹਾਸੁਮੇਰ, ਧੀਰਜ ਦੇ ਮਹਾ ਧਰਤੀ, ਗੁਰ ਅਰਜਨ ਪ੍ਰਤੱਖਿਆ ਹਰ, ਆਪਣੀ ਪਵਿੱਤਰ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਦੇ ਰਾਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਪਾਵਨ ਅੰਗ 274 ਤੋਂ ਆਪਣੀ ਮਹਾ ਮੁਬਾਰਕ ਰਸ ਰਸੀ ਪਰਮ ਪਾਵਨ ਮਹਾ ਮਿਠੜੀ ਰਸਨਾ ਦੁਆਰਾ ਆਪਾਂ ਨੂੰ ਪਵਿੱਤਰ ਪਾਵਨ ਪਵਿੱਤਰ ਉਪਦੇਸ਼ ਬਖਸ਼ ਕੇ ਕਰਤਾਰਥ ਕਰ ਰਹੇ ਨੇ। ਸਾਧ ਸੰਗਤ ਜੀਓ, ਆਪਾਂ ਨੇ ਬਾਬਾ ਜੀ ਦੇ ਮੁਖਾਰ ਬਿੰਦ ਤੋਂ ਅੱਠ ਅਸ਼ਟਪਦੀਆਂ ਦੀ ਕਥਾ ਸੰਪੂਰਨ ਤੌਰ 'ਤੇ ਸੁਣ ਲਈ ਹੈ। ਅੱਜ ਆਪਾਂ 9ਵੀਂ ਅਸ਼ਟਪਦੀ 274 ਅੰਗ ਦੀ ਉੱਪਰੋਂ ਦੂਸਰੀ ਪੰਗਤੀ ਹੈ ਸ਼ਲੋਕ ਤੋਂ ਆਪਾਂ ਗੁਰੂ ਮਹਾਰਾਜ ਦੀ ਪਵਿੱਤਰ ਪਾਵਨ ਅਤੇ ਸੱਚੀ ਸੁੱਚੀ ਬਾਣੀ ਦੀ ਸ਼ਬਦ ਵਿਚਾਰ ਦੀ ਸਾਂਝ ਪਾਉਣ ਦੀ ਨਿਮਾਣੀ ਕੋਸ਼ਿਸ਼ ਕਰਨੀ ਹੈ। ਸਤਿਗੁਰੂ ਫਲ ਲਾਉਣ, ਕਿਰਪਾ ਕਰਨ। ਸ਼ਲੋਕ ਬਾਬਾ ਜੀ ਦੱਸਦੇ ਇਹਨੂੰ ਸ਼ਲੋਕ ਪੜ੍ਹਨਾ, ਸਲੋਕ ਨਹੀਂ ਪੜ੍ਹਨਾ, ਕਿਉਂਕਿ ਸੰਸਕ੍ਰਿਤ ਦਾ ਸ਼ਬਦ ਹੈ। ਸਲੋਕ ਕੋਈ ਨਹੀਂ, ਸ਼ਲੋਕ ਸੱਸੇ ਦੇ ਪੈਰ 'ਚ ਬਿੰਦੀ ਨਾਲ। ਸਾਧ ਸੰਗਤ ਜੀ, ਗੁਰੂ ਮਹਾਰਾਜ ਦੀ ਜੀਵਨ ਜਿਹੜੀ ਲਿਖਣ ਸ਼ੈਲੀ ਆ ਉਹ ਇਸ ਤਰ੍ਹਾਂ ਹੈ ਕਿ ਸ਼ਲੋਕ ਦੇ ਵਿੱਚ ਬੀਜ ਹੈ, ਉਹਦਾ ਸਾਰਾ ਵਿਸਥਾਰ ਅਸ਼ਟਪਦੀ ਦੇ ਵਿੱਚ ਹੈ। ਭਾਵ ਇੱਕ ਸੂਖਮ ਵਿਚਾਰ, ਇੱਕ ਬੀਜ ਰੂਪ ਵਿਚਾਰ ਮਹਾਰਾਜ ਨੇ ਸ਼ਲੋਕ ਦੇ ਵਿੱਚ ਵਰਣਨ ਕੀਤਾ। ਅੱਗੇ ਫਿਰ ਉਹਨੂੰ ਪੂਰਾ ਵਿਆਖਿਆ ਸਹਿਤ ਅਸ਼ਟਪਦੀ ਦੇ ਵਿੱਚ ਖੋਲ੍ਹ ਕੇ ਖੁਲਾਸਾ ਕੀਤਾ ਹੋਇਆ। ਸ਼ਲੋਕ ਦੇ ਵਿੱਚ ਸਤਿਗੁਰੂ ਦੱਸਦੇ ਨੇ, ਔਰ ਧਾਰੈ ਜੋ ਅੰਤਰ ਨਾਮ, ਸਰਬ ਮੈਂ ਪੇਖੈ ਭਗਵਾਨ, ਨਿਮਖ ਠਾਕਰ ਨਮਸਕਾਰੈ, ਨਾਨਕ ਉਹ ਅਪਰਸ ਸਗਲ ਨਿਸਤਾਰੈ। ਹੁਣ ਸ਼ਲੋਕ ਦੇ ਵਿੱਚ ਸਾਧ ਸੰਗਤ ਜੀ ਗੁਰੂ ਮਹਾਰਾਜ ਦੱਸਦੇ ਨੇ, ਕਿਉਂਕਿ ਉਸ ਵੇਲੇ ਆਮ ਕਰਕੇ ਹਿੰਦੁਸਤਾਨ ਦੇ ਵਿੱਚ ਜਿਹੜਾ ਧਾਰਮਿਕ ਸਮਾਜ ਆ ਉਹ ਫਿਰਕਿਆਂ ਦੇ ਵਿੱਚ ਵੰਡਿਆ ਹੋਇਆ ਸੀ। ਕੋਈ ਆਪਣੇ ਆਪ ਨੂੰ ਵੈਸ਼ਨੋ ਕਹਾਉਂਦੇ ਸੀ, ਕੋਈ ਆਪਣੇ ਆਪ ਨੂੰ ਜੰਗਮ ਕਹਾਉਂਦਾ ਸੀ, ਕੋਈ ਆਪਣੇ ਆਪ ਨੂੰ ਜੋਗੀ ਕਹਿਲਾਉਂਦਾ ਸੀ, ਕੋਈ ਆਪਣੇ ਆਪ ਨੂੰ ਕੋਈ ਅਪਰਸ ਸਮਝਦਾ ਸੀ, ਕੋਈ ਆਪਣੇ ਆਪ ਨੂੰ ਜਿਹੜਾ ਹੈ ਬਰਮਾ ਜੀ ਦਾ ਉਪਾਸ਼ਕ ਮੰਨਦਾ ਸੀ। ਹੁਣ ਗਰੀਬ ਨਵਾਜ ਨੇ ਕੁਝ ਕੁ ਵੰਨਗੀਆਂ ਦਾ ਦੱਸਿਆ ਕਿ ਇਹ ਇਕੱਲੇ ਕੱਪੜੇ ਪਾਉਣ ਨਾਲ, ਇਕੱਲਾ ਪਹਿਰਾਵਾ ਧਾਰਨ ਕਰਨ ਦੇ ਨਾਲ ਜਾਂ ਆਪਣੇ ਆਪ ਨੂੰ ਸਮਝਣ ਦੇ ਨਾਲ ਕੋਈ ਗੱਲ ਨਹੀਂ ਬਣਦੀ। ਹੁਣ ਗਰੀਬ ਨਵਾਜ ਕਹਿੰਦੇ ਨੇ, ਕਹਿੰਦੇ ਅਸਲ ਦੇ ਵਿੱਚ ਇੱਕ ਧਾਰਮਿਕ ਬੰਦਾ ਕੌਣ ਹੈ? ਔਰ ਧਾਰੈ ਜੋ ਅੰਤਰ ਨਾਮ, ਜੋ ਆਪਣੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਟਿਕਾ ਕੇ ਰੱਖਦਾ। ਸਾਧ ਸੰਗਤ ਜੀ, ਰਸਨਾ ਤੇ ਤਾਂ ਬਹੁਤਿਆਂ ਦੇ ਹੁੰਦਾ, ਔਰ ਰਸਨਾ ਤੋਂ ਤਾਂ ਬਹੁਤ ਜਪਦੇ ਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਪਰ ਹਿਰਦੇ ਵਿੱਚ ਕਿਸੇ ਦੇ ਵਿਰਲੇ ਟਾਵੇਂ ਦੇ ਹੁੰਦਾ। ਹਾਂ, ਇਹ ਗੱਲ ਵੱਖਰੀ ਹੈ ਕਿ ਇਹ ਸ਼ੁਰੂ ਰਸਨਾ ਤੋਂ ਹੀ ਕਰਨਾ ਪੈਂਦਾ। ਕੱਲਾ ਇਹ ਨਹੀਂ ਕਿ ਫਿਰ ਆਪਾਂ ਰਸਨਾ 'ਚ ਹੀ ਟਿਕ ਕੇ ਬੈਠੇ ਰਹਿਣਾ ਹੁੰਦਾ। ਅੱਗੇ ਉਸ ਨੂੰ ਹਿਰਦੇ ਵਿੱਚ ਵਸਾਉਣ ਦੀ ਕੋਸ਼ਿਸ਼, ਯਤਨ ਅਤੇ ਸਤਿਗੁਰੂ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀਆਂ ਕਰਨੀਆਂ ਸਾਡਾ ਇਹ ਫਰਜ਼ ਹੈ, ਸਾਡੀ ਡਿਊਟੀ ਹੈ। ਰਸਨਾ ਦੇ ਨਾਲ ਜਪਦੇ ਹਾਂ। ਬਹੁਤਿਆਂ ਦੇ ਮੈਂ ਦੇਖਿਆ ਰਸਨਾ 'ਤੇ ਚੜ੍ਹਿਆ ਹੁੰਦਾ, ਜਪੀ ਜਾਂਦੇ ਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਦੂਸਰੇ ਧਰਮਾਂ ਵਾਲੇ ਕੋਈ ਰਾਮ ਰਾਮ, ਕੋਈ ਰਾਧੇ ਰਾਧੇ, ਕੋਈ ਅੱਲਾ ਅੱਲਾ ਜਪਦੇ ਨੇ। ਪਰ
ਥੋੜ੍ਹੀ ਦੇਰ ਬਾਅਦ ਦੇਖਿਆ ਉਹ ਗੁੱਸੇ 'ਚ ਵੀ ਆਉਂਦੇ ਨੇ, ਲਾਲਚ 'ਚ ਵੀ ਆਉਂਦੇ ਨੇ, ਕਿਉਂਕਿ ਅਜੇ ਹਿਰਦੇ 'ਚ ਨਹੀਂ ਵਸਿਆ, ਅਜੇ ਰਸਨਾ ਧੀ ਹੈ। ਭਾਵ ਭੋਜਨ ਰਸੋਈ 'ਚ ਤਾਂ ਤਿਆਰ ਹੋ ਗਿਆ, ਅਜੇ ਉਹ ਸਾਡੇ ਅੰਦਰ ਨਹੀਂ ਗਿਆ। ਜਿੰਨੀ ਦੇਰ ਭੋਜਨ ਸਾਡੇ ਰਸਨਾ ਉੱਤੋਂ ਦੀ ਹੁੰਦਿਆਂ ਹੋਇਆ ਸਾਡੇ ਜਿਗਰ ਦੇ ਵਿੱਚ, ਸਾਡੇ ਮਿਹਦੇ ਦੇ ਵਿੱਚ ਨਹੀਂ ਪਹੁੰਚਦਾ, ਓਨੀ ਦੇਰ ਉਹਦਾ ਖੂਨ, ਹੱਡੀਆਂ, ਮਜ਼ਾ ਮਤਲਬ ਜਾਂ ਹੋਰ ਨਹੀਂ ਬਣਦਾ। ਜਦੋਂ ਸਾਡੇ ਹਿਰਦੇ 'ਚ ਚਲਿਆ ਗਿਆ, ਸਾਡੇ ਹਿਰਦੇ ਨੇ ਉਹਦੇ ਵਿੱਚੋਂ ਵੱਖਰੇ ਵੱਖਰੇ ਤੱਤ ਕੱਢ ਕੇ ਸਾਡੇ ਸਰੀਰ ਦੀ ਅੰਦਰੂਨੀ ਜੋ ਬਨਾਵਟ ਹੈ ਉਹ ਬਣਾਉਣੀ ਸ਼ੁਰੂ ਕਰ ਦੇਣੀ ਹੈ। ਖੂਨ ਬਣਨਾ, ਉਹ ਤੋਂ ਜਿਹੜਾ ਹੈ ਮਿੱਝ ਬਣਨੀ ਹੈ, ਹੱਡੀਆਂ ਬਣਨੀਆਂ, ਚਮੜੀ ਦੇ ਸੈੱਲ ਬਣਨੇ ਨੇ, ਬਹੁਤ ਧਾਤ ਬਣਨੀ ਹੈ। ਇਸੇ ਤਰ੍ਹਾਂ ਪਰਮਾਤਮਾ ਦਾ ਨਾਮ ਜਦੋਂ ਸਾਡੇ ਕੰਨਾਂ ਦੇ ਰਾਹੀਂ ਸਾਡੇ ਹਿਰਦੇ ਵਿੱਚ ਨਹੀਂ ਵਸਦਾ, ਕਿਉਂਕਿ ਹਿਰਦੇ 'ਚ ਉਹਨੇ ਤਾਂ ਵਸਣਾ ਜਦੋਂ ਅਸੀਂ ਆਪਣੇ ਜਪਦੇ ਹਾਂ ਅਤੇ ਉਹਨੂੰ ਸੁਣਦੇ ਹਾਂ। ਸਾਧ ਸੰਗਤ ਜੀ, ਇੱਕ ਹੁੰਦਾ ਉੱਦਾਂ ਮਤਲਬ ਤੋਤਾ ਟੱਟਣੀ, ਵਾਹਿਗੁਰੂ ਵਾਹਿਗੁਰੂ ਜਪਿਆ, ਅਸੀਂ ਸੁਣਿਆ ਕੋਈ ਨਹੀਂ, ਜਪਦੇ ਰਹੇ, 1 ਮਾਲਾ ਕਰਤੀ, 2 ਮਾਲਾ ਕਰਤੀਆਂ, 10 ਮਾਲਾ ਕਰਤੀਆਂ। ਟ੍ਰੇਨ ਦੇ ਵਿੱਚ, ਬੱਸਾਂ ਦੇ ਵਿੱਚ ਜਾਂ ਆਮ ਘਰਾਂ ਦੇ ਵਿੱਚ, ਗੁਰਦੁਆਰਾ ਸਾਹਿਬਾਨ ਦੇ ਵਿੱਚ ਦੇਖਿਆ ਬਹੁਤ ਸਾਰੇ ਗੁਰਮੁਖਾਂ ਨੂੰ ਹੱਥ 'ਚ ਸਿਮਰਨਾ ਵੀ ਹੁੰਦਾ, ਮਾਲਾ ਹੁੰਦੀ ਆ, ਮੂਲ ਮੰਤਰ ਦਾ, ਗੁਰਮੰਤਰ ਦਾ ਜਾਪ ਵੀ ਕਰਦੇ ਨੇ, ਪਰ ਉਹ ਰਸਨਾ ਨਾਲ ਕਰਦੇ ਨੇ, ਧਿਆਨ ਉਹਨਾਂ ਦਾ ਸੁਣਨ ਦੇ ਵਿੱਚ ਨਹੀਂ ਹੁੰਦਾ। ਇਸ ਕਾਰਨ ਉਹ ਕਈ ਵਾਰੀ ਗੱਲਾਂ ਵੀ ਕਰੀ ਜਾਂਦੇ ਨੇ ਅਤੇ ਉਹ ਮਣ ਕੇ ਅੱਗੇ ਲੰਘਾਈ ਜਾਂਦੇ ਨੇ, ਮਾਲਾ ਵੀ ਫੇਰੀ ਜਾਂਦੇ ਨੇ। ਗਰੀਬ ਨਵਾਜ਼ ਨੇ ਜਿੱਥੇ ਜਪਣ ਦੀ ਸਾਨੂੰ ਮਹਾਨਤਾ ਦੱਸੀ ਹੈ, ਉਸ ਨਾਲੋਂ ਕਈ ਗੁਣਾ ਵੱਧ ਸਾਨੂੰ ਸੁਣਨ ਦੀ ਮਹਾਨਤਾ ਦੱਸੀ ਹੈ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, 4 ਪੌੜੀਆਂ ਸਤਿਗੁਰੂ ਨੇ ਜਪਜੀ ਸਾਹਿਬ ਦੇ ਵਿੱਚ ਸੁਣਨ ਦੀਆਂ ਹੀ ਦੱਸੀਆਂ ਨੇ। ਜਦੋਂ ਅਸੀਂ ਉਹਨੂੰ ਸੁਣਾਂਗੇ, ਫਿਰ ਸੁਣਾਂਗੇ ਵੀ ਪਿਆਰ ਨਾਲ। ਜਿਵੇਂ ਇੱਕ ਮਾਂ ਆਪਣੇ ਬੱਚੇ ਨਾਲ ਗੱਲਾਂ ਕਰਦੀ ਹੈ, ਜਾਂ ਇੱਕ ਬੱਚਾ ਆਪਣੀ ਮਾਂ ਨਾਲ ਗੱਲਾਂ ਕਰਦਾ ਬੜੇ ਪ੍ਰੇਮ ਨਾਲ, ਮਾਂ ਮੈਂ ਵੱਡਾ ਹੋਵਾਂਗਾ, ਮਾਂ ਤੁਸੀਂ ਮੈਨੂੰ ਸਾਈਕਲ ਲੈ ਕੇ ਦਿਓ, ਮਾਂ ਮੈਨੂੰ ਮੋਬਾਈਲ ਲੈ ਕੇ ਦਿਓ, ਮਾਂ ਤੁਸੀਂ ਮੈਨੂੰ ਐਂ ਕਰਿਓ, ਬੜੇ ਪਿਆਰ ਨਾਲ ਗੱਲਾਂ ਕਰਦਾ। ਮਾਂ ਹੰਗੂਰਾ ਭਰਦੀ ਆ, ਹਾਂ ਪੁੱਤਰ ਤੂੰ ਵੱਡਾ ਹੋ, ਤੂੰ ਪੜ੍ਹ, ਤੂੰ ਫਸਟ ਆ ਜਾ, ਤੂੰ ਇਹ ਹੋ ਜਾ, ਮੈਂ ਤੈਨੂੰ ਆਹ ਲੈ ਕੇ ਦੇਵਾਂਗੀ, ਮੈਂ ਤੈਨੂੰ ਆਹ ਲੈ ਕੇ ਦੇਵਾਂਗੀ। ਉਸੇ ਤਰ੍ਹਾਂ ਨੂੰ ਹਾਜ਼ਰ ਨਾਜ਼ਰ ਸਮਝ ਕੇ ਉਹਦੇ ਨਾਲ ਗੱਲਾਂ ਕਰਨੀਆਂ, ਫਿਰ ਉਹ ਹਿਰਦੇ 'ਚ ਵਸ ਜਾਂਦਾ। ਔਰ ਧਾਰ ਹੈ ਜੋ ਅੰਤਰ ਨਾਮ, ਜੋ ਆਪਣੇ ਹਿਰਦੇ ਅੰਦਰ ਪਰਮਾਤਮਾ ਦੇ ਨਾਮ ਨੂੰ ਧਾਰਨ ਕਰਦਾ ਹੈ। ਫਿਰ ਕੀ ਹੁੰਦਾ ਸਾਧ ਸੰਗਤ ਜੀ? ਸਰਬ ਮੈਂ ਪੇਖੈ ਭਗਵਾਨ। ਫਿਰ ਉਹ ਸਾਰਿਆਂ ਦੇ ਵਿੱਚ ਵਿਆਪਕ ਪਰਮਾਤਮਾ ਨੂੰ ਦੇਖਦਾ। ਫਿਰ ਉਹਨੂੰ ਇਹ ਨਹੀਂ ਆਉਂਦਾ ਕਿ ਕੋਈ ਆ ਮੇਰਾ ਦੁਸ਼ਮਣ ਹੈ, ਜਾਂ ਇਹ ਮੇਰਾ ਮਿੱਤਰ ਹੈ, ਜਾਂ ਇਹ ਬਗਾਨਾ ਹੈ, ਜਾਂ ਇਹ ਮੇਰੇ ਘਰ ਦਾ ਹੈ, ਜਾਂ ਇਹ ਕੋਈ ਅਮੀਰ ਹੈ ਜਾਂ ਗਰੀਬ ਹੈ, ਜਾਂ ਇਹਦੇ ਤੱਕ ਮੈਨੂੰ ਗਊ ਪੈ ਸਕਦੀ ਹੈ, ਉਹਦੇ ਅੱਗੇ ਫਿਰ ਉਹ ਖੁਸ਼ਾਮਦ ਕਰਦਾ। ਜਿਹਦੇ ਤੱਕ ਗਊ ਨਹੀਂ ਹੁੰਦੀ ਉਹਦੀ ਗੱਲ ਹੀ ਨਹੀਂ ਸੁਣਨ ਨੂੰ ਤਿਆਰ ਹੁੰਦਾ ਉਹ। ਮਾਲਕ ਨੇ ਫਿਰ ਸਾਰਿਆਂ ਦੇ ਵਿੱਚ ਆਪਣੇ ਸਾਹਮਣੇ, ਬੇਸ਼ੱਕ ਸਾਰੇ ਬ੍ਰਹਮ ਗਿਆਨੀ ਦੀ ਇੱਦਾਂ ਦੀ ਅਵਸਥਾ ਹੁੰਦੀ ਹੈ, ਪਰ ਸਾਡੇ ਇਤਿਹਾਸ ਦੇ ਵਿੱਚ 2 ਬੰਦਿਆਂ ਦਾ ਨਾਂ ਪੂਰਾ ਇਸ ਪ੍ਰਤੱਖ ਤੌਰ 'ਤੇ ਸਾਹਮਣੇ ਆਉਂਦਾ। ਇੱਕ ਬਾਬਾ ਨਾਮਦੇਵ ਦਾ ਅਤੇ ਦੂਸਰਾ ਭਾਈ ਸਾਹਿਬ ਭਾਈ ਕਨ੍ਹਈਆ ਸਿੰਘ ਜੀ ਦਾ, ਜਿਨ੍ਹਾਂ ਨੇ ਪ੍ਰਤੱਖ ਤੌਰ ਦੇ ਉੱਤੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ ਨੂੰ ਮਾਣਿਆ। ਬੇਸ਼ੱਕ ਦਿਸਦਾ ਸਾਰਿਆਂ ਨੂੰ ਹੈ, ਪਰ ਉਹਨਾਂ ਨੇ ਪ੍ਰਤੱਖ ਨਹੀਂ ਕੀਤਾ, ਨਹੀਂ ਹੋਣ ਦਿੱਤਾ ਪ੍ਰਤੱਖ। ਇਹ 2 ਮਹਾਂਪੁਰਸ਼ ਬਾਬਾ ਨਾਮਦੇਵ ਜੀ ਅਤੇ ਭਾਈ ਸਾਹਿਬ ਭਾਈ ਕਨ੍ਹਈਆ ਸਿੰਘ ਜੀ ਦੁਸ਼ਮਣਾਂ ਨੂੰ ਜਲ ਵੀ ਛਕਾ ਰਹੇ ਨੇ। ਕੋਈ ਮਨ 'ਚ ਭਾਵਨਾ ਨਹੀਂ ਕਿ ਇਹ ਦੁਸ਼ਮਣ ਹੈ, ਇਹ ਗਦਾਰ ਹੈ, ਇਹ ਮੁਖਬਰ ਹੈ, ਕੋਈ ਨਹੀਂ। ਉਹ ਸਭ ਨੂੰ ਜਲ ਛਕਾ ਰਹੇ ਨੇ, ਮੱਲਮ ਪੱਟੀਆਂ ਕਰ ਰਹੇ ਨੇ, ਸਭ ਦੀ ਸੇਵਾ ਕਰ ਰਹੇ ਨੇ। ਇਸੇ ਤਰ੍ਹਾਂ ਬਾਬਾ ਨਾਮਦੇਵ ਜੀ ਵੀ ਕਿਤੇ ਕਿਤੇ ਭਾਈ ਧੰਨਾ ਜੀ ਦੀ ਭਗਤ ਧੰਨਾ ਜੀ ਦਾ ਵੀ ਆਉਂਦਾ ਕਿ ਉਹਨਾਂ ਦੇ ਵੀ ਉਹਨੂੰ ਦੱਸਦਾ ਸੀ ਕਿ ਮੇਰਾ ਖੂਹ ਗੇੜ ਰਿਹਾ ਪਰਮਾਤਮਾ, ਮੇਰੇ ਕਿਆਰੇ ਮੋੜ ਰਿਹਾ, ਮੇਰਾ ਡੰਗਰ ਬੱਛਾ ਚਾਰ ਰਿਹਾ। ਹੁਣ ਕਰੇ ਇਹੋ ਜਿਹਾ ਅਪਰਸ ਹੋਵੇ ਕੋਈ ਆਪਣੇ ਅੰਦਰ ਪਰਮਾਤਮਾ ਦੇ ਨਾਮ ਨੂੰ ਧਾਰਨ ਕਰੇ ਅਤੇ ਸਾਰਿਆਂ ਦੇ ਵਿੱਚ ਪਰਮਾਤਮਾ ਨੂੰ ਦੇਖੇ। ਨਿਮਖ ਨਿਮਖ ਠਾਕਰ ਨਮਸਕਾਰ ਹੈ, ਨਾਨਕੋ ਅਪਰਸ ਸਗਲ ਨਿਸਤਾਰ ਹੈ। ਨਿਮਖ ਨਿਮਖ ਪਲ ਪਲ ਬਾਦ, ਸਾਹਿਬ ਤੇਰੇ ਨਾਮ ਵਿਟੋਂ ਵਿੰਦ ਵਿੰਦ ਚੁੱਕ ਚੁੱਕ ਹੋਏ, ਵਾਰੀ ਵਾਰੀ, ਅਗੇਨ ਐਂਡ ਅਗੇਨ। ਕਿਉਂਕਿ ਜਦੋਂ
ਪਰਮਾਤਮਾ ਉਹਦੇ ਸਾਹਮਣੇ ਆਏਗਾ, ਉਹਦਾ ਸਿਰ ਆਪਣੇ ਆਪ ਝੁਕੇਗਾ। ਵਾਰੀ ਵਾਰੀ ਉਹ ਪਰਮਾਤਮਾ ਨੂੰ ਨਮਸਕਾਰ ਕਰਦਾ, ਸਿਰ ਝੁਕਾਉਂਦਾ, ਭਾਵ ਦਾ ਸਤਿਕਾਰ ਕਰਦਾ, ਉਹਦੀ ਗੱਲ ਅੱਗੇ ਆਪਣੀ ਇੱਛਾ ਸ਼ਕਤੀ ਨੂੰ ਝੁਕਾਉਂਦਾ। ਨਾਨਕ ਉਹ ਅਪਰਸ ਸਗਲ ਨਿਸਤਾਰਾ ਹੈ। ਹੇ ਨਾਨਕ, ਇਹੋ ਜਿਹਾ ਅਪਰਸ ਸਾਰਿਆਂ ਨੂੰ ਪਾਰ ਲੈ ਜਾਂਦਾ, ਇਸ ਭਵ ਸਾਗਰ ਤੋਂ ਪਾਰ ਲੰਘਾ ਆਉਂਦਾ, ਸਭ ਦਾ ਪਾਰ ਉਤਾਰਾ ਕਰ ਦਿੰਦਾ ਹੈ। ਇੱਥੇ ਅਪਰਸ ਦੀ ਗੱਲ ਕੀਤੀ ਹੈ ਸਤਿਗੁਰੂ ਨੇ ਸ਼ਲੋਕ ਦੇ ਵਿੱਚ, ਪਰ ਅੱਗੇ ਸਤਿਗੁਰੂ ਨੇ ਕਈ ਫਿਰਕਿਆਂ ਦੀ ਗੱਲ ਕੀਤੀ ਆ। ਅਪਰਸ ਸਾਧ ਸੰਗਤ ਜੀ ਸਨਾਤਨ ਧਰਮ ਦਾ ਇੱਕ ਫਿਰਕਾ ਸੀ, ਹੁਣ ਵੀ ਹੈ। ਉਹ ਆਪਣੇ ਆਪ ਨੂੰ ਕਿਸੇ ਚੀਜ਼ ਨਾਲ ਟੱਚ ਨਹੀਂ ਕਰਦੇ। ਜੇ ਕੋਈ ਬੰਦਾ ਛੋ ਗਿਆ, ਉਹ ਨਹਾਉਂਦੇ ਨੇ, ਇਸ਼ਨਾਨ ਕਰਦੇ ਨੇ, ਕੱਪੜੇ ਚੇਂਜ ਕਰਦੇ ਨੇ, ਵਾਸ਼ਰੂਮ ਚਲੇ ਗਏ ਜਾਂ ਕਿਤੇ ਲੈਟਰਿੰਗ ਵਾਸਤੇ ਚਲੇ ਗਏ, ਇਸ਼ਨਾਨ ਸੋਧਦੇ ਨੇ, ਪਾਣੀ ਉਹ ਕਰਦੇ ਨੇ, ਕਿਸੇ ਨਾਲ ਟੱਚ ਨਹੀਂ ਕਰਦੇ, ਦੂਰ ਰਹਿੰਦੇ ਨੇ ਉਹ। ਈਵਨ ਕਿ ਕਿਸੇ ਦੇ ਪਰਛਾਵੇਂ ਹੇਠਾਂ ਵੀ ਉਹ ਨਹੀਂ ਆਉਂਦੇ। ਜਦੋਂ ਗੁਰੂ ਮਹਾਰਾਜ ਇੱਧਰ ਪੂਰਬ ਦੇਸ਼ ਦੀ ਯਾਤਰਾ 'ਤੇ ਗਏ ਨੇ, ਗੁਰੂ ਨਾਨਕ ਦੇਵ ਮਹਾਰਾਜ, ਸਤਿਗੁਰੂ ਨੇ ਇੱਕ ਵਿਧੀ ਰਚੀ, ਇੱਕ ਕੌਤਕ ਰਚਿਆ। ਮਰਦਾਨਾ ਜੀ ਨੂੰ ਕਹਿੰਦੇ, ਮਰਦਾਨਾ ਜੀ ਉਹ ਸਾਧੂਗਣ, ਉਹ ਤੋਂ ਅੱਗ ਲੈ ਆ, ਆਪਾਂ ਵੀ ਪ੍ਰਸ਼ਾਦਾ ਪਾਣੀ ਤਿਆਰ ਕਰ ਲਈਏ। ਉਹ ਹੁਣ ਹੈਗਾ ਸੀ ਕਿਤੇ ਅਪਰਸ, ਇੱਦਾਂ ਦਾ ਵੈਸ਼ਨੂੰ ਸਾਧ ਸੀ ਕੋਈ। ਉਹ ਆਮ ਬੰਦੇ ਦਾ ਤਾਂ ਮਤਲਬ ਸ਼ੂਦਰ ਸ਼ਾਦਰ ਦਾ ਤਾਂ ਕੀ, ਉਹ ਆਮ ਬੰਦੇ ਦਾ ਵੀ ਪਰਛਾਵਾਂ ਜਾਂ ਛੋਹਣਾ, ਆਪਣੇ ਆਪ ਨੂੰ ਗੰਦਾ ਹੋਣਾ ਸਮਝਦੇ ਸੀ। ਹੁਣ ਕੁਦਰਤੀ ਮਹਾਰਾਜ ਨੇ ਪ੍ਰੇਰਨਾ ਐਸੀ ਦਿੱਤੀ, ਜਦੋਂ ਮਰਦਾਨਾ ਜੀ ਗਏ ਅੱਗ ਲੈਣ, ਤਾਂ ਉਹ ਖੜੇ ਇਸ ਤਰੀਕੇ ਨਾਲ ਕਿ ਉਹਦੀ ਜਿਹੜੀ ਛਾਂ ਸੀ ਉਹ ਉਹਦੇ ਚੌਂਕੇ 'ਤੇ ਪੈ ਗਈ। ਅਜੇ ਚੌਂਕਾ ਪੱਟੇ ਰਿਹਾ ਸੀ ਉਹ ਕਹਿੰਦੇ, ਉਹ ਨੀਚਾ, ਤੂੰ ਮੇਰਾ ਚੌਂਕਾ ਪਿੱਟਤਾ, ਤੇਰਾ ਪਰਛਾਵਾਂ ਮੇਰੇ 'ਤੇ ਪੈ ਗਿਆ। ਗਾਲਾਂ ਕੱਢਣ ਲਈਆਂ। ਉਹ ਵਾਪਸ ਮੁੜਿਆ, ਬਾਬਾ ਜੀ ਨੇ ਦੁਬਾਰੇ ਫੇਰ ਭੇਜਤਾ। ਬਾਬਾ ਮਰਦਾਨਾ ਜੀ ਇੱਕ ਬਹੁਤ ਆਗਿਆਕਾਰੀ ਸਿੱਖ ਸੀ। ਉਹਨਾਂ ਨੂੰ ਪਤਾ ਸੀ ਕਿ ਮਹਾਰਾਜ ਦਾ ਹੁਕਮ ਮੰਨਣ ਦੇ ਵਿੱਚ ਮੈਨੂੰ ਮੁਸ਼ਕਿਲ ਵੀ ਆ ਸਕਦੀ ਹੈ, ਮੇਰੀ ਬੇਇੱਜ਼ਤੀ ਵੀ ਹੋ ਸਕਦੀ ਹੈ, ਮੈਨੂੰ ਕੋਈ ਸੱਟ ਫੇਟ ਵੀ, ਪਰ ਨਹੀਂ, ਉਹਨੂੰ ਭਰੋਸਾ ਸੀ ਕਿ ਮੇਰਾ ਸਾਹਿਬ ਡਾਢਾ ਹੈ। ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕਿਆ ਕੋਈ। ਮੇਰਾ ਸਾਹਿਬ ਡਾਢਾ, ਮੇਰਾ ਕੱਖ ਨਹੀਂ ਵਿਗੜਨ ਦਿੰਦਾ। ਫਿਰ ਵੀ ਉਹ ਚਲੇ ਜਾਂਦਾ ਸੀ। ਦੂਜੀ ਵਾਰ ਗਿਆ, ਫਿਰ ਉਹਨੇ ਮੋੜਤਾ। ਜਦੋਂ ਤੀਜੀ ਵਾਰ ਗਿਆ, ਫਿਰ ਤਾਂ ਉਹ ਜਿਹੜਾ ਹੈ ਅੱਗ ਦੀ ਚੋ, ਕਹਿੰਦੇ ਨੇ ਜਿਹਨੂੰ ਖੜਪਾੜ, ਮਚਰੀ ਅੱਗ, ਉਹ ਲੈ ਕੇ ਪਿੱਛੇ ਪੈ ਗਿਆ। ਗੁਰੂ ਨਾਨਕ ਦੇਵ ਮਹਾਰਾਜ ਪੁੱਛਦੇ ਨੇ, ਮਹਾਤਮਾ ਜੀ ਕੀ ਹੋ ਗਿਆ? ਕਹਿੰਦੇ ਇਹਨੇ ਮੇਰਾ ਚੁੱਲ੍ਹਾ ਪਿੱਟਤਾ। ਕਹਿੰਦੇ ਚਲੋ ਜੀ ਕੋਈ ਨਹੀਂ, ਮਾफ़ ਕਰੋ, ਜਿੱਥੇ ਤੁਹਾਨੂੰ ਲੱਗਦਾ ਉੱਥੇ ਪੱਟ ਲਓ, ਕੋਈ ਗੱਲ ਨਹੀਂ, ਛੱਡੋ ਪਰਾਂ। ਚਲੋ ਮਹਾਰਾਜ ਨੇ ਕਿਹਾ, ਉਹ ਜਿੱਥੇ ਪੱਟਦਾ ਉੱਥੋਂ ਹੱਡੀਆਂ ਨਿਕਲ ਆਉਂਦੀਆਂ ਨੇ, ਕਿਤੇ ਉੱਥੋਂ ਬਿਸ਼ਟਾ ਨਿਕਲ ਆਉਂਦਾ, ਕਿਤੇ ਕੁਛ ਨਿਕਲ ਆਉਂਦਾ, ਕਦੇ ਕੁਛ ਨਿਕਲ ਆਉਂਦਾ। ਉਹ ਸਾਰਾ ਦਿਨ ਇੱਕ ਚੁੱਲ੍ਹੇ ਪੱਟਦਾ ਮਰ ਗਿਆ ਭੁੱਖਾ। ਜਦੋਂ ਐਨ ਭੁੱਖ ਨਾਲ ਦੇਖਿਆ ਵੀ ਹੁਣ ਜਾਨ ਨਿਕਲਣ ਲੱਗ ਗਈ, ਫਿਰ ਮਹਾਰਾਜ ਨੇ ਸਮਝਾਇਆ, ਉਹ ਕਮਲਿਆ ਕਿਹੜੇ ਚੱਕਰਾਂ 'ਚ ਪਿਆ? ਸਾਰੇ ਦਿਨ ਦੀ ਤੂੰ ਭਜਨ ਬੰਦਗੀ ਛੱਡੀ, ਪਰਮਾਤਮਾ ਦਾ ਸਿਮਰਨ ਛੱਡਿਆ, ਤੂੰ ਚੁੱਲ੍ਹੇ ਪੱਟਣ 'ਚ ਹੀ ਖਪੀ ਗਿਆ। ਇਹ ਤਾਂ ਮਜ਼ਦੂਰਾਂ ਦਾ ਕੰਮ ਹੈ, ਇਹ ਸਾਧੂਆਂ ਦਾ ਕੰਮ ਥੋੜ੍ਹਾ। ਸਾਧੂਆਂ ਦਾ ਕੰਮ ਤਾਂ ਨਾਮ ਜਪਣਾ। ਜਿਹੜਾ ਤੂੰ ਚੁੱਲ੍ਹਾ ਪੱਟੇਗਾ, ਚਾਹੇ ਉਹ ਤੋਂ ਕੁਛ ਵੀ ਨਿਕਲਿਆ ਜਾਵੇ, ਜੇ ਤੂੰ ਨਾਮ ਜਪ ਕੇ ਪੱਟਦਾ ਹੈ ਤਾਂ ਉਹ ਚੁੱਲ੍ਹਾ ਵੀ ਪਵਿੱਤਰ ਹੋ ਜਾਣਾ, ਚਾਹੇ ਉਹ ਤੋਂ ਹੱਡੀਆਂ ਨਿਕਲਣ, ਚਾਹੇ ਕੁਛ ਮਰਜ਼ੀ ਨਿਕਲੇ। ਇੱਦਾਂ ਦੇ ਵੀ ਲੋਕ ਸੀ ਪਹਿਲਾਂ। ਹੁਣ ਗਰੀਬ ਨਵਾਜ਼ ਦੱਸਦੇ ਨੇ ਵੀ ਇਹ ਅਪਰਸ ਹੋਣਾ ਕਿਹੋ ਜਿਹਾ ਚਾਹੀਦਾ। ਸਾਧ ਸੰਗਤ ਜੀ, ਜਿਵੇਂ ਆ ਥੋੜ੍ਹੇ ਦਿਨ ਹੋ ਗਏ, ਇੱਧਰ ਰਾਜਸਥਾਨ ਦੇ ਵਿੱਚ ਇੱਕ ਬੰਦਾ ਸ਼ਿਵ ਜੀ ਦਾ ਰੂਪ ਧਾਰਨ ਕਰਕੇ ਮੰਗ ਰਿਹਾ। ਵੈਸੇ ਤਾਂ ਮੈਂ ਹਰਿਦੁਆਰ ਬੜੇ ਦੇਖੇ ਨੇ, ਕਿਸੇ ਨੇ ਹਨੂੰਮਾਨ ਵਾਂਗੂ ਪੂਛ ਲਾ ਕੇ ਉਹ ਮੰਗ ਰਿਹਾ ਹੈ, ਕੋਈ ਸ਼ਿਵ ਜੀ ਦਾ ਰੂਪ ਧਾਰਨ ਕਰਕੇ ਮੰਗ ਰਿਹਾ ਹੈ, ਕੋਈ ਵਿਸ਼ਨੂੰ ਜੀ ਦਾ ਰੂਪ ਧਾਰਨ ਕਰਕੇ ਮੰਗ ਰਿਹਾ। ਉਹ ਜਿਹੜੇ ਪਲਾਸਟਿਕ ਦੇ 3-4 ਸਿਰਜੇ ਲਾ ਕੇ ਇਸ ਤਰ੍ਹਾਂ ਦਾ ਹੈ, ਬਾਹਾਂ ਵੱਖਰੀਆਂ ਵੱਖਰੀਆਂ ਲਾ ਕੇ ਮੰਗ ਰਿਹਾ। ਇੱਕ ਵਾਰੀ ਮੈਨੂੰ ਵੀ ਯਾਦ ਆ, ਬਹੁਤ ਸਾਲ ਹੋ ਗਏ, ਮੈਥੋਂ ਮੰਗਣ ਲੱਗਿਆ, ਮੈਂ ਆਖਿਆ, ਮੈਂ ਯਾਰ ਗੱਲ ਸੁਣ, ਭਗਵਾਨ ਦਿੰਦਾ ਹੁੰਦਾ ਕਿ ਮੰਗਦਾ ਹੁੰਦਾ, ਸ਼ਰਮ ਕਰ ਕੁਛ। ਪਰ ਆ ਥੋੜ੍ਹੇ ਦਿਨ ਹੋ ਗਏ, ਸੋਸ਼ਲ ਮੀਡੀਆ 'ਤੇ ਗੱਲ ਆਈ ਸੀ ਕੋਈ, ਉਹ ਬੰਦਾ ਸ਼ਿਵ ਜੀ ਦਾ ਰੂਪ ਧਾਰਨ ਕਰਕੇ ਮੰਗ ਰਿਹਾ ਅਤੇ ਉਹ ਲੜਕੀਆਂ ਉਹਦੇ ਨਾਲ ਫੋਟੋਆਂ ਖਿਚਾ ਰਹੀਆਂ ਨੇ। ਇੱਕ ਕੋਈ ਪੜ੍ਹਿਆ ਲਿਖਿਆ ਸੱਜਣ, ਵਿਦਵਾਨ ਸੱਜਣ ਹੈ, ਹਿੰਦੂ ਸੱਜਣ ਸੀ ਉਹ ਵੀ, ਉਹ ਪੈ ਗਿਆ ਟੁੱਟ ਕੇ, ਉਹਨੂੰ ਕਹਿੰਦਾ ਯਾਰ ਸ਼ਰਮ ਕਰ ਕੁਛ, ਦੇਵੀ ਦੇਵਤੇ ਮੰਗਣਗੇ ਕਿ ਦੇਣਗੇ? ਤੂੰ ਸਾਡੇ ਦੇਵੀ, ਕਹਿੰਦਾ ਤੂੰ ਕੀ ਹੈ, ਹਿੰਦੂ ਹੈ? ਕਹਿੰਦਾ ਹਾਂ ਮੈਂ ਹਿੰਦੂ ਹਾਂ। ਕਹਿੰਦਾ ਫਿਰ ਤੈਨੂੰ ਸ਼ਰਮ ਨਹੀਂ ਆਉਂਦੀ? ਕਹਿੰਦਾ ਤੂੰ ਈਸਾਈਆਂ ਨੂੰ ਈਸਾ ਮਸੀਹ ਬਣ ਕੇ ਮੰਗਦੇ ਦੇਖੇ? ਕਹਿੰਦੇ ਤੂੰ ਮੁਸਲਮਾਨਾਂ ਨੂੰ ਮੁਹੰਮਦ ਸਾਹਿਬ ਬਣ ਕੇ ਮੰਗਦੇ ਦੇਖਿਆ?
ਕਦੇ ਤੂੰ ਸਿੱਖਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਬਣ ਕੇ ਜਾਂ ਗੁਰੂ ਗੋਬਿੰਦ ਸਿੰਘ ਦਾ ਰੂਪ ਧਾਰਨ ਕਰਕੇ ਮੰਗਦੇ ਦੇਖੇ? ਤੁਸੀਂ ਸਨਾਤਨ ਧਰਮ ਨੂੰ ਬਦਨਾਮ ਕਰ ਦਿਓ। ਬੜਾ ਟੁੱਟ ਕੇ ਪੈ ਗਿਆ ਉਹ। ਲੋਕਾਂ ਨੇ ਇਹੋ ਜਿਹਾ ਵੀ ਕੁਝ ਕੀਤਾ ਹੋਇਆ। ਪਰ ਮਹਾਰਾਜ ਕਹਿੰਦੇ ਹੁਣ ਅਸਲੀ ਅਪਰਸ ਕੀ ਹੈ ਉਹਦੀ ਹੁਣ ਅੱਗੇ ਪਰਿਭਾਸ਼ਾ ਦੱਸਦੇ ਨੇ। ਆਓ ਆਪਾਂ ਬੜੇ ਧਿਆਨ ਨਾਲ ਪੜ੍ਹੀਏ, ਫਿਰ ਸੁਣੀਏ, ਫਿਰ ਵਿਚਾਰ ਕਰਾਂਗੇ। ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰ ਤਿਰਿਆ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਣੈ ਕਾਹੂ ਕੀ ਨਿੰਦਾ। ਇਹਨੂੰ ਕਾਹੂ ਪੜ੍ਹਨਾ, ਪਰ ਆਪਣੀਆਂ ਰਸਨਾ ਤੇ ਨਾ ਕਾਹੂ ਚੜ੍ਹ ਗਿਆ, ਪੱਕ ਗਿਆ ਅਭਿਆਸ। ਥੋੜ੍ਹਾ ਜਿਹਾ ਰਸਨਾ ਤੇ ਪਹਿਰਾ ਦੇ ਕੇ ਫਿਰ ਪਾਠ ਕਰਨਾ। ਕਾਹੂ ਨਹੀਂ, ਕਾਹੂ। ਬਾਬਾ ਜੀ ਨੇ ਦੱਸਦੇ ਵੀ 3 ਸ਼ਬਦ ਨੇ, ਇੱਕ ਕਾਹੂ, ਜਾਹੂ, ਤਾਹੂ। ਤਿੰਨੋਂ ਟਿੱਪੀ ਤੋਂ ਬਿਨਾ ਨੇ। ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕਉ ਮੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸ਼ਨਾ ਮਨ ਤੇ ਟਰੈ, ਇੰਦਰੀ ਜਿਤ ਪੰਜ ਦੋਖ ਤੇ ਰਹਿਤ, ਨਾਨਕ ਕੋਟ ਮਧੇ ਕੋ ਐਸਾ ਅਪਰਸ। ਕਹਿੰਦੇ ਅਪਰਸ ਤਾਂ ਬੜੇ ਬਣੇ ਫਿਰਦੇ ਨੇ। ਅਸੀਂ ਜੀ ਇਹ ਜਿਹੜਾ ਹੈ ਖੂਹ ਦੀ ਲੱਜ ਨੂੰ ਹੱਥ ਲਾਤਾ ਕਿਸੇ ਨੇ, ਅਸੀਂ ਪਾਣੀ ਨਹੀਂ ਪੀਣਾ, ਹੁਣ ਇਹ ਫਲਾਣੇ ਨੂੰ ਹੱਥ ਲਾਤਾ। ਹੁਣ ਜੇ ਆਪਾਂ ਦੇਖੀਏ ਸਾਧ ਸੰਗਤ ਜੀ, ਕੋਈ ਵੀ ਚੀਜ਼ ਆ ਉਹ ਕਿਸੇ ਨਾ ਕਿਸੇ ਨੇ ਸਪਰਸ਼ ਕੀਤੀ ਹੁੰਦੀ ਆ। ਕੱਪੜਾ ਪਤਾ ਨਹੀਂ ਕਿੰਨੇ ਕੁ ਹੱਥਾਂ ਨੇ ਕਪਾਹ ਚੁੱਕੀ ਹੋਣੀ, ਕਿੰਨਿਆਂ ਕੁ ਨੇ ਬੇਲੀ ਹੋਣੀ, ਕਿੰਨਿਆਂ ਕੁ ਨੇ ਪਿੰਜੀ ਹੋਣੀ, ਕਿੰਨਿਆਂ ਕੁ ਨੇ ਉਹਦੇ ਧਾਗਾ ਬਣਾਇਆ ਹੋਣਾ ਫੈਕਟਰੀਆਂ 'ਚ, ਫਿਰ ਕਿੰਨਿਆਂ ਕੁ ਨੇ ਉਹ ਮਸ਼ੀਨਾਂ 'ਤੇ ਕੰਮ ਕਰਕੇ ਉਹ ਕੱਪੜਾ ਬਣਾਇਆ ਹੋਣਾ, ਕਿੰਨਿਆਂ ਕੁ ਨੇ ਉਹਦੇ ਉੱਤੇ ਜਿਹੜਾ ਫੁੱਲ ਬੂਟੇ ਛਪਾਈ ਕੀਤੀ ਹੋਣੀ, ਫਿਰ ਉਹ ਦਰਜੀ ਨੇ ਸੀਤਾ ਹੋਣਾ। ਕਿੰਨੇ ਕੁ ਹੱਥਾਂ ਵਿੱਚ ਦੀ ਖਾਣਾ ਆਪਾਂ ਗੁੜ ਹੈ, ਕਿੰਨੇ ਕੁ ਹੱਥਾਂ ਵਿੱਚ ਦੀ ਆਉਂਦਾ। ਕੱਲ੍ਹ ਕੁ ਪਰਸੋਂ ਇੱਕ ਗੁਰਦੁਆਰੇ ਵਾਲੇ ਭਾਈ ਪਾ ਰਹੇ ਸੀ, ਕਹਿੰਦੇ ਜੀ ਅਸੀਂ ਘਿਓ ਲਿਆਂਦਾ ਸੀ, ਕਿਸੇ ਕੋਈ ਕਰ ਗਿਆ, ਜਦੋਂ ਅਸੀਂ ਇਹਨੂੰ ਗਰਮ ਕੀਤਾ ਤਾਂ 'ਚੋਂ ਬੀੜੀ ਨਿਕਲ ਆਈ। ਦੇਗ ਬਣਾਉਣ ਵਾਸਤੇ ਘਿਓ ਗਰਮ ਕਰ ਰਹੇ ਸੀ, ਉਹ 'ਚੋਂ ਬੀੜੀ ਨਿਕਲ ਆਈ। ਆਹ ਗੁੜ 'ਚੋਂ ਬੀੜੀਆਂ ਆਮ ਨਿਕਲਦੀਆਂ ਨੇ, ਗੁੜ ਖਾਂਦੇ ਆ, ਕਿਉਂਕਿ ਬਣਦੀ ਇੱਧਰ ਯੂਪੀ ਸੀਪੀ 'ਚ ਬੀੜੀਆਂ ਪੀ ਜਾਂਦੇ ਨੇ, ਕਿਤੇ ਵਿੱਚ ਟੋਟਾ ਡਿੱਗ ਪੈਂਦਾ, ਸਾਫ਼ ਕਰਦੇ ਨਹੀਂ। ਚਲੋ ਖੈਰ, ਮਤਲਬ ਕਹਿਣ ਦਾ ਭਾਵ ਕੋਈ ਵੀ ਐਸੀ ਚੀਜ਼ ਨਹੀਂ ਜਿਹੜੀ ਕਿਸੇ ਨੇ ਛੋਹੀ ਨਾ ਹੋਈ ਹੋਵੇ। ਹੁਣ ਸਤਿਗੁਰੂ ਕਹਿੰਦੇ ਤੂੰ ਅਸਲੀ ਪਰਸ ਬਣਨਾ ਨਾ, ਫਿਰ ਇਸ ਤਰ੍ਹਾਂ ਦਾ ਬਣ। ਮਿਥਿਆ ਨਾਹੀ ਰਸਨਾ ਪਰਸ, ਤੇਰੀ ਜ਼ੁਬਾਨ ਤੇ ਝੂਠ ਨਾ ਆਵੇ, ਕੂੜ ਕੋ ਸੱਤ ਨਾ ਆਵੇ। ਸਾਧ ਸੰਗਤ ਜੀ, ਕਲਯੁਗ ਹੈ, ਬੜਾ ਹੋਰ ਤਰ੍ਹਾਂ ਦਾ ਜ਼ਮਾਨਾ ਚੱਲ ਰਿਹਾ ਹੈ। ਕਈ ਵਾਰੀ ਅਸੀਂ ਆਪਣੇ ਬਚਾਅ ਲਈ ਤਾਂ ਝੂਠ ਬੋਲ ਸਕਦੇ ਹਾਂ, ਪਰ ਕਿਸੇ ਦਾ ਨੁਕਸਾਨ ਪਹੁੰਚਾਉਣ ਲਈ, ਕਿਸੇ ਦੇ ਘਰ 'ਚ ਕਲੇਸ਼ ਪਾਉਣ ਲਈ, ਕਿਸੇ ਨੂੰ ਵਿਪਤਾ 'ਚ ਪਾਉਣ ਵਾਸਤੇ ਝੂਠ ਬੋਲਣਾ ਅਤੀ ਪਾਪ ਹੈ, ਅਤੀ ਪਾਪ ਹੈ। ਮੈਨੂੰ ਪਤਾ ਇਹ ਜਿਹੜਾ ਬੰਦਾ ਮੈਥੋਂ ਪੈਸੇ ਮੰਗ ਰਿਹਾ ਇਹਨੇ ਮੋੜਨੇ ਨਹੀਂ। ਉਹਦੇ ਆਪਣੇ ਬਚਾਅ ਵਾਸਤੇ ਮੈਂ ਕਹਿ ਸਕਦਾ ਕਿ ਯਾਰ ਮੇਰੇ ਕੋਲ ਭਰਾਵਾ ਹੱਥ ਅੱਜ ਕੱਲ੍ਹ ਠੀਕ ਨਹੀਂ ਹੈ, ਕਹਿ ਸਕਦਾ। ਪਰ ਜੇ ਮੈਂ ਤਾਂ ਝੂਠ ਬੋਲ ਕੇ ਲਵਾਂ ਜੀ ਮੈਂ ਤਾਂ ਬਿਮਾਰ ਹਾਂ ਜੀ, ਮੈਂ ਘਰ ਵਾਲੀ ਨੂੰ ਦਵਾਈ ਦਵਾਉਣੀ ਆ ਜੀ, ਮੈਂ ਫਲਾਣਾ ਕਰਨਾ, ਮੈਂ ਧਮਕਾ ਕਰਨਾ, ਜਿਵੇਂ ਅੱਜ ਕੱਲ੍ਹ ਲੋਕੀ ਕਰ ਰਹੇ ਨੇ, ਉਹ ਪਾਪ ਹੈ। ਦੇਖੋ ਝੂਠ ਬਣਾਇਆ ਕਿਹਨੇ ਬਣਾਇਆ? ਤਾਂ ਪ੍ਰਮਾਤਮਾ ਨਹੀਂ ਹੈ। ਇੱਕ ਢਾਲ ਹੈ, ਇੱਕ ਤਲਵਾਰ ਹੈ। ਢਾਲ ਦੁਸ਼ਮਣ ਤੋਂ ਬਚਣ ਵਾਸਤੇ ਹੈ ਅਤੇ ਤਲਵਾਰ ਦੁਸ਼ਮਣ ਦਾ ਖਾਤਮਾ ਕਰਨ ਵਾਸਤੇ ਹੈ। ਝੂਠ ਨੂੰ ਇੱਕ ਢਾਲ ਬਣਾਉਣਾ ਹੈ, ਝੂਠ ਨੂੰ ਹਥਿਆਰ ਨਹੀਂ ਬਣਾਉਣਾ, ਝੂਠ ਨੂੰ ਸਾਧਨ ਨਹੀਂ ਬਣਾਉਣਾ। ਦੁਕਾਨਦਾਰ ਨੇ ਤੁਹਾਡੀ ਬੜੀ ਲਿਹਾਜ਼ ਹੈ, ਬੜਾ ਪਿਆਰ ਹੈ, ਉਹ ਕਸਮ ਖਾ ਜਾਣਗੇ ਨਹੀਂ ਭਰਾ ਜੀ ਇੰਨੇ ਦਾ ਤਾਂ ਸਾਨੂੰ ਪਿਆ, ਤੁਹਾਨੂੰ ਲੱਗੇ ਮੁੱਲ ਦੇ ਰਹੇ ਹਾਂ। ਜਦੋਂ ਕਿਤੇ ਦੂਜੀ ਦੁਕਾਨ 'ਤੇ ਜਾਓ ਪਤਾ ਲੱਗਦਾ ਯਾਰ ਤਾਂ 20 ਰੁਪਏ ਮੀਟਰ ਉਦੋਂ ਸਸਤਾ ਦੇ ਰਿਹਾ, ਬੜਾ ਮਨ ਨੂੰ ਦੁੱਖ ਲੱਗਦਾ ਵੀ ਤਾਂ ਇਹ ਤਾਂ ਉਦੋਂ ਸਸਤਾ ਦੇ ਰਿਹਾ। ਮੈਨੂੰ ਯਾਦ ਆ ਉੱਥੇ ਸਾਡੇ ਕਾਲਜ ਕੋਲ ਇੱਕ ਸੀ ਸਰਦਾਰ ਦੀ ਦੁਕਾਨ, ਉਹਦੇ ਕੋਲ ਜਾਣਾ, ਉਹਨੇ ਖੜ੍ਹੇ ਹੋ ਜਾਣਾ, ਮਤਲਬ ਉਹਦੀ ਮਾਂ ਨੇ ਵੀ ਖੜ੍ਹੇ ਹੋ ਜਾਣਾ, ਉਹਦੇ ਡੈਡੀ ਨੇ ਵੀ ਖੜ੍ਹੇ ਹੋ ਜਾਣਾ, ਹਾਂ ਜੀ ਭਾ ਜੀ ਫਲਾਣਾ ਜੀ ਧਮਕਾ ਜੀ। ਮੈਨੂੰ ਇੱਕ ਦਿਨ ਗੱਲ ਆਖੀ, ਮੈਂ ਕਿਹਾ ਯਾਰ ਗੱਲ ਇਹ ਹੈ ਭਰਾਵਾ, ਮੈਂ ਨਾ ਤੇਰੀ ਦੁਕਾਨ ਬਾਰੇ 2 ਚੀਜ਼ਾਂ ਸੁਣੀਆਂ ਨੇ। ਕਹਿੰਦੇ ਕੀ? ਇੱਕ ਤਾਂ ਤੂੰ ਕੁਆਲਿਟੀ ਨਾਲ ਸਮਝੌਤਾ ਕੋਈ ਨਹੀਂ ਕਰਦਾ, ਤੇਰੀ ਕੁਆਲਿਟੀ ਬਹੁਤ ਵਧੀਆ ਹੁੰਦੀ ਹੈ। ਕਹਿੰਦਾ ਹਾਂਜੀ ਕੋਈ ਸ਼ੱਕ ਨਹੀਂ। ਮੈਂ ਇੱਕ ਤੂੰ ਮਹਿੰਗਾ ਬਹੁਤ ਹੈ, ਮਹਿੰਗਾ ਬਹੁਤ ਹੈ, ਕਿਉਂਕਿ ਹੁਣ ਜੱਟ ਦੀ ਜ਼ਬਾਨ ਹੈ, ਇਹਨੇ ਕਿਹੜਾ ਸੋਚਣਾ ਵੀ ਇਹਨੂੰ ਯਾਰ ਬੁਰਾ ਲੱਗੂਗਾ ਕਿ ਨਾ ਲੱਗੂਗਾ। ਮਾਰਨੀਆਂ ਕੱਚ 'ਚੋਂ ਮੂੰਗਲਾ ਕੱਢ ਕੇ ਗਿੱਟੇ ਲੱਗੇ ਗੋਡੇ ਲੱਗੇ। ਉਹ ਕਹਿੰਦਾ ਅੰਕਲ ਜੀ ਤੁਸੀਂ ਮੇਰੇ ਕੋਲ ਆਇਆ ਕਰੋ, ਮੈਂ ਤੁਹਾਨੂੰ ਨਾ ਸਸਤਾ ਦਿਆ ਕਰੂੰਗਾ। ਮੈਂ ਚੱਲ ਠੀਕ ਆ।
ਉਹ ਮੈਂ ਨਾ ਉਹ ਤੋਂ ਲੈ ਆ, ਉਹ ਜਿਹੜੇ ਰਾਮੂ ਦੇ ਬਦਾਮ ਹੁੰਦੇ ਨੇ ਯਾਰ, ਬਦਾਮਗਿਰੀ, ਉਹ ਮਲਾਈਗਿਰੀ ਕਹਿੰਦੇ ਨੇ, ਉਹਨੇ ਮੈਨੂੰ 250 ਦੀ ਦਿੱਤੀ। ਉਹ ਕਿਤੇ ਮੁੱਕ ਗਈ, ਮੈਂ ਯਾਰ ਇੱਥੇ ਕਿੱਥੇ ਜਾਵਾਂਗੇ ਐਡੀ ਦੂਰ, ਮੈਂ ਸਾਡੇ ਉੱਥੇ ਮਾਰਕੀਟ 'ਚੋਂ ਲੈ ਲਈ। ਉਹ ਸੇਮ ਡੇਟ ਸੇਮ ਕੁਛ, ਉਹਨੇ ਮੈਨੂੰ 230 ਦੀ 220 ਦੀ ਦੇਤੀ। ਮੈਂ ਯਾਰ ਕਿਆ ਸਵਾਦ ਆ ਸਰਦਾਰ ਨਾਲ ਬਾਹ ਪਾ ਕੇ, ਨਜ਼ਾਰਾ ਆ ਗਿਆ, ਰੂਹ ਖੁਸ਼ ਹੋ। ਉਹ ਮੁੜ ਕੇ ਮੈਂ ਉੱਥੇ ਗਏ ਹੀ ਨਹੀਂ। ਮੈਂ ਯਾਰ ਐਡੀ ਦੂਰ ਤੇਲ ਫੂਕ ਕੇ ਜਾਂਦੇ ਸੀ, ਉਹ ਕਿੱਥੇ 5 ਕਿਲੋਮੀਟਰ ਭਲਿਆ ਮਾਨਸਾ ਤੇਰੇ ਕੋਲੇ। ਵਾਹ ਯਾਰ, ਇਹ ਹੈ ਮਾੜੀ ਚੀਜ਼, ਇਹ ਮਾੜੀ ਚੀਜ਼। ਦੱਸ ਦਿਓ ਵੀ ਅੰਕਲ ਜੀ ਇੰਨਾ ਦਾ ਪਿਆ, ਮਤਲਬ ਇੰਨੇ ਦਾ ਹੈ, ਅਤੇ ਮਤਲਬ ਵੀ ਪਰ ਮੈਨੂੰ ਐਦੂ ਘੱਟ ਸਰਦਾ ਨਹੀਂ, ਮੈਂ ਇੰਨੇ ਦਾ ਦੇਵਾਂਗਾ, ਲੈਣਾ ਲਓ, ਨਹੀਂ ਲੈਣਾ ਨਾ ਲਓ। ਗਾਹਕ ਤਾਂ ਬੇਸ਼ੱਕ ਹੋ ਸਕਦਾ ਹੈ ਕੁਛ ਪਹਿਲੇ ਘੱਟ ਆਉਣ, ਪਰ ਜਦੋਂ ਪਤਾ ਲੱਗੇ ਨਾ ਵੀ ਦੁਕਾਨਦਾਰ ਇੱਦਾਂ ਦਾ ਨਹੀਂ ਕਰਦਾ, ਫਿਰ ਉਹਦੇ ਕੋਲ ਗਾਹਕਾਂ ਦੀ ਵੀ ਕੋਈ ਕਮੀ ਨਹੀਂ ਰਹਿੰਦੀ। ਕਿਉਂਕਿ ਜਦੋਂ ਸੱਚ 'ਤੇ ਚੱਲਦਾ ਨਾ, ਸੱਚ ਦੀ ਇੱਕ ਖਾਸੀਅਤ ਹੈ, ਸੱਚ ਬੰਦੇ ਨੂੰ ਨਾ ਟੀਸੀ 'ਤੇ ਲੈ ਜਾਂਦਾ, ਸੱਚ ਟੀਸੀ 'ਤੇ ਲੈ ਜਾਂਦਾ, ਕਿਉਂਕਿ ਸੱਚ ਪਰਮਾਤਮਾ ਦਾ ਹੀ ਰੂਪ ਹੈ। ਹੁਣ ਕਹਿੰਦੇ ਇਹ ਪਰਸੋਂ ਜਿਹਦੀ ਰਸਨਾ ਦੇ ਉੱਤੇ ਝੂਠ ਚੜ੍ਹੀ ਨਾ, ਬਿਲਕੁਲ ਮਤਲਬ ਸੱਚੀ ਹੋਵੇ, ਕਹਿੰਦੇ ਨੇ ਸਿਆਣੇ, ਜੇ 12 ਸਾਲ ਝੂਠ ਨਾ ਬੋਲਿਆ ਜਾਵੇ ਤਾਂ ਫਿਰ ਉਹ ਜੀਵ ਇੰਨੀ ਕੁ ਸੁੱਚੀ ਹੋ ਜਾਂਦੀ ਆ, ਉਹ 'ਤੇ ਪਰਮਾਤਮਾ ਵੱਸਦਾ, ਜੋ ਆਪਣੇ ਮੂੰਹ 'ਚੋਂ ਕਹਿੰਦਾ ਉਹ ਫਿਰ ਉਹ ਸੱਚ ਹੋ ਜਾਂਦਾ। ਮਨ ਮੈਂ ਪ੍ਰੀਤ ਨਿਰੰਜਨ ਦਰਸ, ਮਨ ਦੇ ਵਿੱਚ ਪਿਆਰ ਹੋਵੇ। ਕਾਹਦਾ ਪਿਆਰ? ਨਿਰੰਜਨ, ਪਰਮਾਤਮਾ ਤੋਂ ਨਿਰਲੇਪ, ਪਰਮਾਤਮਾ ਦੇ ਦਰਸ਼ਨਾਂ ਦਾ, ਕਿ ਮੈਂ ਉਹਨੂੰ ਮਿਲਣਾ। ਆਪਾਂ ਨੂੰ ਮਿਲਣ ਦਾ ਕਿੰਨਾ ਚਾਅ ਹੁੰਦਾ ਸਾਧ ਸੰਗਤ ਜੀ। ਕੋਈ ਰਿਸ਼ਤੇਦਾਰ ਹੋਵੇ ਆਪਣਾ, ਜਵਾਈ ਭਾਈ ਹੋਵੇ, ਕੋਈ ਕੁੜਮ ਹੋਵੇ, ਕੋਈ ਆਪਾਂ ਨੂੰ ਆਉਣਾ ਹੋਵੇ, ਆਪਾਂ ਦੇਖੋ ਘਰ ਦੇ ਜਾਲੇ ਸਾਫ਼ ਕਰ ਦਿੰਦੇ ਹਾਂ ਵੀ ਹਾਂ ਜੀ ਉਹ ਕੁੜਮਾਂ ਨੇ ਆਉਣਾ ਯਾਰ, ਅਤੇ ਆਪਣਾ ਮਤਲਬ ਸਾਫ਼ ਕਰੀਏ, ਹੈ ਨਾ। ਕਿਸੇ ਅਹਿਮ ਰਿਸ਼ਤੇਦਾਰ ਨੇ ਆਉਣਾ, ਆਪਾਂ ਮਤਲਬ ਜਿਹੜਾ ਹੈ ਬੈੱਡ ਸੋਫਾ ਝਾੜ ਕੇ ਨਵੀਆਂ ਚਾਦਰਾਂ ਚੂਦਰਾਂ ਵਿਛਾ ਕੇ ਰੱਖਦੇ ਹਾਂ ਵੀ ਆਉਣਾ। ਹੁਣ ਕਿਤੇ ਪਰਮਾਤਮਾ ਵਾਸਤੇ ਇਹ ਸੇਜਾ ਵਿਛਾਈਏ ਕਿ ਯਾਰ ਹੁਣ ਅੰਮ੍ਰਿਤ ਵੇਲਾ ਹੋ ਗਿਆ ਅਤੇ ਉੱਠ ਗਏ ਅਤੇ ਮੇਰੇ ਪ੍ਰੀਤਮ ਨੇ ਆਉਣਾ, ਉਹਨੂੰ ਜੇ ਕਿਤੇ ਸੇਜਾ ਪਸੰਦ ਆ ਗਈ ਉਹਨੇ ਬੈਠੇ ਜਾਣਾ, ਮੈਂ ਚੰਗੀ ਤਰ੍ਹਾਂ 'ਤੇ ਝਾੜੂ ਲਾ ਦਾਂ, ਕਾਮ ਕ੍ਰੋਧ ਦੇ ਦਾਗ ਤੋਂ ਖਤਮ ਕਰ ਦਿਆਂ। ਕੇਵਲ ਤੇ ਕੇਵਲ ਉਹਦੇ ਦਰਸ਼ਨਾਂ ਦੀ ਪ੍ਰੀਤ ਹੋਵੇ। ਪਰ ਤ੍ਰਿਆ ਰੂਪ ਨਾ ਪੇਖੈ ਨਿੱਤਰ, ਪਰਾਈ ਬੀਬੀ ਦਾ ਰੂਪ ਰੰਗ, ਮਲੇਸ਼ ਇੱਛਾ ਨਾਲ ਨਾ ਦੇਖੇ। ਉੱਦਾਂ ਤਾਂ ਅਸੀਂ ਆਪਣੀਆਂ ਮਾਵਾਂ ਨੂੰ, ਭੈਣਾਂ ਨੂੰ, ਧੀਆਂ ਨੂੰ ਦੇਖਦੇ ਹਾਂ। ਧੀ ਸਹੁਰੇ ਜਾਂਦੀ ਹੈ, ਗੋਦ 'ਚ ਲੱਗ ਕੇ ਮਿਲਦੀ ਆ, ਗਲ ਲੱਗ ਕੇ ਮਿਲਦੀ ਆ। ਭੈਣ ਆਉਂਦੀ ਹੈ, ਭਰਾ ਦੇ ਗਲ ਲੱਗ ਕੇ ਮਿਲਦੀ ਆ, ਚਾਹੇ ਵੱਡੀ ਹੋਵੇ ਚਾਹੇ ਛੋਟੀ ਹੋਵੇ, ਕਿਉਂਕਿ ਇੱਛਾ ਮਲੀਨ ਨਹੀਂ ਹੁੰਦੀ। ਪਰ ਜਦੋਂ ਸਾਡੇ ਮਨ ਦੇ ਵਿੱਚ ਬੇਗਾਨਗੀ ਆਉਂਦੀ ਹੈ, ਇਹ ਤਾਂ ਜੀ ਹੋਰਾਂ ਦੀ ਹੈ, ਇਹ ਤਾਂ ਕਿਸੇ ਹੋਰ ਦੀ ਆ, ਆਪਣਾਪਣ ਨਹੀਂ ਹੁੰਦਾ, ਆਪਣੀ ਸ਼ਰਮ ਸੰਗ ਨਹੀਂ ਹੁੰਦੀ, ਫਿਰ ਮਨ ਦੇ ਵਿੱਚ ਪਾਪ ਆਉਂਦਾ, ਬਕਾਰ ਆਉਂਦਾ। ਮਹਾਰਾਜ ਕਹਿੰਦੇ ਪਾਪ, ਜਦੋਂ ਮਨ 'ਚ ਪਾਪ ਆ ਗਿਆ, ਵਕਾਰ ਆ ਗਿਆ, ਫਿਰ ਇਹ ਅੱਖਾਂ ਮੈਲੀਆਂ ਹੋ ਜਾਂਦੀਆਂ ਨੇ। ਭੈੜੀ ਇੱਛਾ ਨਾਲ ਕਿਸੇ ਪਰਾਈ ਬੀਬੀ ਭੈਣ ਦਾ ਰੂਪ ਅੱਖਾਂ ਨਾਲ ਨਾ ਦੇਖੇ। ਸਾਧ ਕੀ ਟਹਿਲ ਸੰਤ ਸੰਗ ਹੇਤ, ਚੰਗੇ ਬੰਦਿਆਂ ਦੀ ਸੇਵਾ ਕਰਨੀ, ਭਲੇ ਪੁਰਸ਼ਾਂ ਦੀ ਟਹਿਲ ਕਰਨੀ, ਸੇਵਾ ਕਰਨੀ, ਅਤੇ ਪਰਮਾਤਮਾ ਦੇ ਸੰਤਾਂ ਦੇ ਨਾਲ ਪਿਆਰ ਕਰਨਾ, ਇਹ ਉਹਦਾ ਪਹਿਲ ਦੇ ਆਧਾਰ 'ਤੇ ਕੰਮ ਹੋਵੇ। ਆਮ ਕਰਕੇ ਮੈਂ ਦੇਖਿਆ ਭੈੜੇ ਬੰਦਿਆਂ ਨਾਲ ਸਾਡੀ ਸੰਗਤ ਜ਼ਿਆਦਾ। ਜਿਹੜਾ ਰੱਬ ਦਾ ਨਾਮ ਜਪਣ ਵਾਲਾ ਨਾ, ਉਹਦੇ ਕੋਲ ਸਾਡਾ ਬੈਠਣ ਨੂੰ ਦਿਲ ਨਹੀਂ ਕਰਦਾ। ਹਾਂ, ਜਿਹੜਾ ਕੋਈ ਸਾਨੂੰ ਫਿਰ ਗੱਲਾਂ ਸੁਣਾਉਂਦਾ ਸੰਸਾਰ ਦੀਆਂ, ਹੀਰ ਰਾਂਝੇ ਦੀਆਂ, ਕੋਈ ਆ ਨਿੰਦਿਆ ਚੁਗਲੀ, ਕੋਈ ਉੱਥੇ ਫਿਰ ਸਾਡਾ ਮਨ ਬਹੁਤ ਲੱਗਦਾ, ਉੱਥੇ ਮਨ ਲੱਗਦਾ। ਜਾਂ ਸਾਨੂੰ ਕੋਈ ਫੂਕ ਛਕਾਉਣ ਵਾਲਾ ਹੋਵੇ, ਅੰਕਲ ਜੀ ਤੁਸੀਂ ਤਾਂ ਬੜੇ ਵਧੀਆ ਹੋ ਜੀ, ਅੰਕਲ ਜੀ ਤੁਸੀਂ ਤਾਂ, ਫਿਰ ਉਹ ਕਹਿੰਦੇ ਉਹਦੀ ਜਿਹੜਾ ਚੌਥਾ ਗੁਣ ਹੈ ਉਹ ਹੈ ਕਰਨ ਨਾ ਸੁਣਾ, ਕਾਹੂ ਕੀ ਨਿੰਦਾ। ਕੰਨ ਕਿਸੇ ਦੀ ਵੀ ਨਿੰਦਿਆ ਸੁਣਨ ਵਾਸਤੇ ਤਿਆਰ ਨਾ ਹੋਣ, ਚਾਹੇ ਸਾਡਾ ਕਿੱਡੇ ਤੋਂ ਕਿੱਡਾ ਵੱਡਾ ਮਰਜ਼ੀ ਦੁਸ਼ਮਣ ਹੋਵੇ, ਉਸ ਦੀ ਨਿੰਦਿਆ ਸੁਣਨ ਵਾਸਤੇ ਵੀ ਕੰਨ ਤਿਆਰ ਨਾ ਹੋਣ। ਸਾਧ ਸੰਗਤ ਜੀ, ਅਸੀਂ ਨਿੰਦਿਆ ਕਦੋਂ ਸੁਣਦੇ ਹਾਂ? ਜਦੋਂ ਅਸੀਂ ਆਪਣੇ ਆਪ ਨੂੰ ਵਧੀਆ ਸਮਝਦੇ ਹਾਂ। ਅਫਲਾਤੂਨ ਨੂੰ ਕਿਸੇ ਨੇ ਪੁੱਛਿਆ, ਆਪਾਂ ਚੰਗੀਆਂ ਗੱਲਾਂ ਕਹਿੰਦੇ ਹਾਂ, ਉਹ ਅਦਬ ਕਹਿੰਦੇ ਨੇ। ਕਹਿੰਦੇ ਅਫਲਾਤੂਨ ਨੂੰ ਪੁੱਛਿਆ, ਕਹਿੰਦੇ ਜਨਾਬ ਤੁਸੀਂ ਇਹ ਅਦਬ ਕਿੱਥੋਂ ਸਿੱਖਿਆ? ਭਾਵ ਇੰਨਾ ਜਿਹੜਾ ਤੁਸੀਂ ਸਿਆਣੇ ਕੰਮ ਕਰਦੇ ਹੋ, ਸਿਆਣੀਆਂ ਗੱਲਾਂ ਕਰਦੇ ਹੋ, ਇਹ ਤੁਸੀਂ ਕਿੱਥੋਂ ਸਿੱਖੀਆਂ ਨੇ? ਉਹਨੇ ਇੱਕੋ ਜਵਾਬ ਦਿੱਤਾ ਇੱਕ ਟੁੱਕ 'ਚ, ਕਹਿੰਦਾ ਮੈਂ ਬੇਅਦਬਾਂ ਤੋਂ। ਕਹਿੰਦੇ ਹੈ ਬੇਅਦਬਾਂ ਤੋਂ? ਕਹਿੰਦੇ ਹਾਂ, ਮੈਂ ਬੇਅਦਬਾਂ ਤੋਂ। ਜਿਹੜੇ ਉਹ ਗੱਲ ਕਰਦੇ ਸੀ ਮੂਰਖਤਾ ਭਰੀ ਗੱਲ, ਕੋਈ ਮੂਰਖਤਾ ਭਰਿਆ ਕੰਮ, ਮੈਂ ਉਹਨੂੰ ਆਪਣਾ ਇਖਤਿਆਰ ਨਹੀਂ ਕੀਤਾ, ਮੈਂ ਉਸ ਨੂੰ ਆਪਣਾ ਜੀਵਨ 'ਚ ਨਹੀਂ ਆਉਣ ਦਿੱਤਾ। ਕਹਿੰਦੇ ਅੱਛਾ, ਇਹ ਗੱਲ ਆ।
ਹੁਣ ਜੇ ਸਿੱਖਣ ਵਾਲਾ ਹੋਵੇ, ਇਹਦਾ ਮਤਲਬ ਬੇਵਕੂਫਾਂ ਤੋਂ ਵੀ ਬੰਦਾ ਬਹੁਤ ਕੁਝ ਸਿੱਖ ਜਾਂਦਾ, ਕੁੱਤਿਆਂ ਬਿੱਲਿਆਂ ਤੋਂ ਵੀ ਬਹੁਤ ਗੱਲਾਂ ਸਿੱਖ ਜਾਂਦਾ। ਸਨਾਤਨ ਧਰਮ ਦੇ ਵਿੱਚ ਇੱਕ ਰਿਸ਼ੀ ਹੋਏ ਨੇ ਦੱਤਾਤਰੇ, ਉਸ ਦੇ ਹਜ਼ਾਰਾਂ ਤੋਂ ਵੱਧ ਗੁਰੂ ਉਹਨੇ ਧਾਰਨ ਕੀਤੇ ਹੋਏ ਸੀ। ਉਹਨੇ ਪਸ਼ੂਆਂ ਪੰਛੀਆਂ ਨੂੰ ਦੇਖਣਾ, ਉਸੇ ਤੋਂ ਗੁਣ। ਕੁੱਤੇ ਨੂੰ ਦੇਖ ਲਿਆ, ਵਫਾਦਾਰੀ ਸਿੱਖ ਲਈ। ਮਰਗਾਬੀ ਤੋਂ ਦੇਖ ਲਿਆ, ਉਹਨੇ ਨਿਰਲੇਪ ਰਹਿਣਾ ਸਿੱਖ ਲਿਆ ਹੈ। ਅਤੇ ਆ ਛੋਟੇ ਘਾਹ ਨੂੰ ਦੇਖ ਲਿਆ, ਉਹਨੇ ਜਿਹੜਾ ਹੈ ਨਿਰਮਾਣਤਾ ਸਿੱਖ ਲਈ। ਦਰਖਤਾਂ ਨੂੰ ਦੇਖ ਲਿਆ, ਉਹਨੇ ਇੱਕ ਥਾਂ 'ਤੇ ਸਥਿਰ ਰਹਿਣਾ ਸਿੱਖ ਲਿਆ। ਮਤਲਬ ਇਸ ਤਰ੍ਹਾਂ ਸਿੱਖਦੇ ਸਿੱਖਦੇ ਉਸ ਨੇ ਸਾਰੇ ਕਿੰਨੇ ਗੁਣ ਸਿੱਖ ਲਏ। ਅਸੀਂ ਬੇਵਕੂਫਾਂ ਤੋਂ ਵੀ ਬਹੁਤ ਕੁਝ ਸਿੱਖ ਸਕਦੇ ਹਾਂ, ਅਸੀਂ ਭੈੜੇ ਬੰਦਿਆਂ ਤੋਂ ਵੀ ਬਹੁਤ ਸਿੱਖ ਸਕਦੇ ਹਾਂ ਕਿ ਜਿਹੜੀ ਉਹ ਬੇਵਕੂਫੀ ਕਰਦੇ ਨੇ, ਜਿਹੜੀ ਸਾਨੂੰ ਗੱਲ ਚੰਗੀ ਨਹੀਂ ਲੱਗਦੀ ਉਹਨਾਂ ਦੀ, ਉਹ ਅਸੀਂ ਇਖਤਿਆਰ ਨਾ ਕਰੀਏ, ਉਹਨੂੰ ਗ੍ਰਹਿਣ ਨਾ ਕਰੀਏ, ਉਹਨੂੰ ਛੱਡ ਦਈਏ, ਤਾਂ ਇੱਕ ਦਿਨ ਐਸਾ ਹੋਏਗਾ ਅਸੀਂ ਬਹੁਤ ਸਾਰੇ ਬੇਵਕੂਫਾਂ ਨੂੰ ਦੇਖਾਂਗੇ ਅਤੇ ਬਹੁਤ ਸਾਰੀਆਂ ਬੇਵਕੂਫੀਆਂ ਤੋਂ ਅਸੀਂ ਆਪਣੇ ਆਪ ਦੂਰ ਹੋ ਜਾਵਾਂਗੇ। ਇੱਕ ਬੰਦਾ ਰਿਸ਼ਵਤ ਲੈ ਰਿਹਾ, ਮੈਨੂੰ ਰਿਸ਼ਵਤ ਲੈਣੀ ਚੰਗੀ ਨਹੀਂ ਲੱਗ ਰਹੀ, ਮੈਂ ਉਹ ਨਹੀਂ ਲੈਂਦਾ, ਰਿਸ਼ਵਤ ਛੱਡਤੀ, ਇੱਕ ਗੁਣ ਆ ਗਿਆ। ਇੱਕ ਬੰਦਾ ਕੌੜਾ ਬੋਲ ਰਿਹਾ, ਉਹ ਕੌੜਾ ਬੋਲ ਰਿਹਾ ਅਤੇ ਮੈਂ ਕੌੜਾ ਬੋਲਣਾ ਛੱਡਤਾ। ਜਿਵੇਂ ਸਾਡੇ ਫਾਦਰ ਸਾਹਿਬ ਪੀਂਦੇ ਸੀ, ਮੈਨੂੰ ਲੱਗਦਾ ਸੀ ਯਾਰ ਵੀ ਉੱਦਾਂ ਇਹਨਾਂ ਵਰਗਾ ਬੰਦਾ, ਇੰਨੇ ਸਿਆਣੇ ਨੇ, ਇੰਨੇ ਚਲਾਕ ਨੇ ਵੀ ਕਿਸੇ ਨੂੰ ਗੱਲ ਨਹੀਂ ਆਉਣ ਦਿੰਦੇ ਵੀ, ਪਰ ਪੀਂਦੇ ਨੇ, ਇਹਦੇ ਕਰਕੇ ਕਿੰਨੇ ਬੇਇੱਜ਼ਤ ਹੁੰਦੇ ਨੇ ਹਰੇਕ। ਮੈਨੂੰ ਲੱਗਿਆ ਮਹਾਰਾਜ ਨੇ ਤੇ ਅਰਦਾਸਾਂ ਕੀਤੀਆਂ, ਉਹਦੇ ਚਰਨਾਂ 'ਚ ਉਹਨੇ ਪ੍ਰਵਾਨ ਕਰ ਲਈਆਂ। ਮੈਨੂੰ ਲੱਗਦਾ ਵੀ ਜਦੋਂ ਦੀ ਸੁਰਤ ਸੰਭਲੀ ਆ, ਕਿਤੇ ਛੋਟੇ ਹੁੰਦਿਆਂ ਨੂੰ ਕਿਸੇ ਨੇ ਪਿਆਤੀ, ਉਸ ਤੋਂ ਬਾਅਦ ਕਦੇ ਪੀਤੀ ਨਹੀਂ। 8ਵੀਂ 9ਵੀਂ ਤੋਂ ਬਾਅਦ ਤਾਂ ਮੈਨੂੰ ਯਾਦ ਪੀਤੀ ਉਹ ਨਹੀਂ ਕਦੇ, ਉਹ ਤਾਂ ਅੰਮ੍ਰਿਤ ਛਕ ਲਿਆ ਸੀ ਉਦੋਂ ਬਾਅਦ ਤੋਂ। ਭਾਵ ਕਹਿਣ ਦਾ, ਕਿਸੇ ਦੀ ਵੀ ਨਿੰਦਿਆ ਸੁਣਨ ਨੂੰ ਤਿਆਰ ਨਾ ਹੋਣ ਕੰਨ, ਸਭ ਤੇ ਜਾਣਾ ਆਪਸ ਕੋ ਬੰਦਾ। ਸਾਧ ਸੰਗਤ ਜੀ ਸਾਰਿਆਂ ਤੋਂ ਆਪਣੇ ਆਪ ਨੂੰ ਨੀਵਾਂ ਜਾਣੇ, ਮਾੜਾ ਜਾਣੇ। ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ। ਸਾਧ ਸੰਗਤ ਜੀ ਇੱਕ ਤਾਂ ਹੁੰਦਾ ਮੂੰਹੋਂ ਕਹਿਣਾ। ਮਸਕੀਨ ਜੀ ਕਹਿੰਦੇ ਮੈਂ ਦਿੱਲੀ ਕਥਾ ਕਰਦਾ ਸੀ, ਉੱਥੇ ਇੱਕ ਬੰਦਾ ਆਇਆ ਕਰੇ, ਉਹਦਾ ਇੱਕੋ ਇੱਕ ਤਕੀਆ ਕਲਾਮ ਸੀ, ਮਸਕੀਨ ਜੀ ਮੈਂ ਆਪ ਹੀ ਦੇ ਚਰਨਾਂ ਦੀ ਖਾਕ ਹਾਂ, ਮਸਕੀਨ ਜੀ ਮੈਂ ਸਾਧ ਸੰਗਤ ਦੇ ਚਰਨ ਦੀ ਖਾਕ ਹਾਂ, ਮੈਂ ਚਰਨਾਂ ਦੀ ਖਾਕ ਹਾਂ। ਇੱਕ ਦਿਨ ਕਹਿੰਦੇ ਪਤਾ ਨਹੀਂ ਮੈਨੂੰ ਕੀ ਹੋਇਆ, ਕਹਿੰਦੇ ਉਹਨੇ ਜਦੋਂ ਉਹ ਮੇਰੇ ਕੋਲ ਆਉਣ ਲੱਗਿਆ, ਮੈਂ ਆਖਿਆ ਵੀ ਖਾਕ ਸਾਹਿਬ ਉਰੇ ਆਓ। ਉਹ ਦੇਖੇ ਵੀ ਹੈ ਖਾਕ ਸਾਹਿਬ। ਕਹਿੰਦਾ ਮੈਂ ਆਖਿਆ ਯਾਰ ਤੂੰ ਹੋਰ ਖਾਕ ਤਾਂ ਹੈਗਾ ਹੀ ਆ, ਹੋਰ ਤੂੰ ਹੈ ਕੀ ਆ, ਹੋਰ ਕੀ ਸਵਾਹ ਤੂੰ ਖਾ ਕੇ ਆ। ਕਹਿੰਦਾ ਬੰਦਾ ਮੁੜ ਕੇ ਮੇਰੇ ਕੋਲ ਅੱਜ ਆਉਂਦਾ। ਇਹ ਹੈਗਾ ਮੂੰਹੋਂ ਕਹਿਣ ਤੇ ਨਾ ਜੀ ਇਸ ਤਾਂ ਮਾੜੇ ਆ ਜੀ, ਬੜੇ ਐਬ ਨੇ ਜੀ ਸਾਡੇ ਤੇ ਜੀ, ਫਲਾਣਾ ਧਮਕਾ। ਜੇ ਕੋਈ ਭੈਣ ਜਾਂ ਕੋਈ ਭਾਈ ਕਹਦੇ ਭਾਈ ਸਾਹਿਬ ਥੋੜ੍ਹੇ ਚਾਹ ਨੁਕਸ਼ਾ, ਮੇਰਾ ਖਿਆਲ ਮੁੜ ਕੇ ਸਤਿ ਸ੍ਰੀ ਅਕਾਲ ਨਹੀਂ ਬੁਲਾਉਣੀ ਕਿਸੇ ਨੇ। ਇਹ ਤਾਂ ਮੇਰੇ ਨੁਕਸ਼ ਦੇਖਣ ਲੱਗ ਗਿਆ। ਆਪਦੇ ਆਪ ਨੂੰ ਉੱਦਾਂ ਕਹਿ ਲੈਣਾ ਉਹ ਗੱਲ ਹੋਰ ਹੈ, ਅੰਦਰੋਂ ਮੰਨ ਲੈਣਾ ਉਹ ਗੱਲ ਹੋਰ ਆ ਵੀ ਹਾਂ ਯਾਰ ਮੇਰੇ 'ਚ ਵਾਕਈ ਇਹ ਨੁਕਸ਼ ਹੈਗਾ। ਆਪਣੀ ਗਲਤੀ ਨੂੰ ਮੰਨ ਲੈਣਾ। ਇੱਕ ਉਹ ਕਹਿੰਦੇ ਵੀ ਹੁੰਦੇ ਨੇ, ਜੋ ਗਲਤੀ ਨਹੀਂ ਕਰਤਾ वो भगवान होता है, जो गलती करता है वो इंसान होता है, जो गलती करके मानता नहीं वो शैतान होता है। ਅਸੀਂ ਗਲਤੀਆਂ ਦੇ ਪੁਤਲੇ ਹਾਂ, ਸਾਥੋਂ ਗਲਤੀਆਂ ਪੈਰ ਪੈਰ 'ਤੇ ਹੁੰਦੀਆਂ ਨੇ। ਮਹਾਰਾਜ ਨੇ ਇਸ ਗੱਲ ਨੂੰ ਐਡਮਿਟ ਕੀਤਾ ਹੈ ਕਿ ਅਸੀਂ ਖਿੰਨ ਭੁੱਲਣਹਾਰ ਹਾਂ, ਭੁੱਲਦੇ ਹਾਂ, ਅਸੀਂ ਗਲਤੀਆਂ ਕਰਦੇ ਹਾਂ, ਪਰ ਉਸ ਨੂੰ ਕਬੂਲ ਕਰ ਲੈਣਾ, ਉਸ ਦਾ ਇਕਬਾਲ ਕਰ ਲੈਣਾ, ਮੰਨ ਲੈਣਾ, ਇਹ ਕਿਸੇ ਭਲੇ ਪੁਰਸ਼ ਦੀ ਪਹਿਚਾਣ ਹੁੰਦੀ ਆ। ਦੂਖਨਿਵਾਰ ਸਾਹਿਬ ਦੇ ਕੋਲ ਇੱਕ ਨੌਜਵਾਨ ਕਾਰ ਨੂੰ ਮੋੜ ਰਿਹਾ, ਉੱਧਰ ਇੱਕ ਬਜ਼ੁਰਗ ਆ ਸਕੂਟੀ ਜੀ ਲਈ, ਉਹ ਪਤਾ ਨਹੀਂ ਕੀ ਹੋਇਆ, ਉਹ ਤੋਂ ਗਲਤੀ ਨਾਲ ਰੇਸ ਦਿੱਤੀ ਗਈ, ਪਤਾ ਨਹੀਂ ਕੀ ਹੋਇਆ, ਠਾ ਦੇਣ ਉਹਦੀ ਕਾਰ 'ਚ ਮਾਰੀ ਖੜ੍ਹਦੇ। ਉਹ ਬੱਤੀ ਦੀ ਵੇਟ ਕਰ ਰਿਹਾ ਸੀ, ਉਹ ਸਕੂਟਰੀ ਕਿਧਰੇ ਗਈ, ਪੱਗ ਕਿਧਰੇ ਗਈ। ਉਹ ਮੁੰਡੇ ਨੇ ਖਿੜਕੀ ਖੋਲ੍ਹੀ, ਦਵਾ ਦਾ ਭੱਜਿਆ, ਬਜ਼ੁਰਗ ਨੂੰ ਚੱਕਿਆ, ਉਹਦੀ ਪੱਗ ਚੱਕੀ, ਉਹਦੀ ਸਕੂਟਰੀ ਖੜ੍ਹੀ ਕਰਕੇ ਉਹਦੇ ਗੋਡੀ ਹੱਥ ਲਾ ਕੇ ਕਹਿੰਦਾ ਬਾਪੂ ਜੀ ਮੇਰੀ ਗਲਤੀ ਆ, ਮੈਥੋਂ ਗਲਤੀ ਹੋ ਗਈ। ਲੋਕ ਕਹਿੰਦੇ ਯਾਰ ਤੇਰੀ ਕੀ ਗਲਤੀ ਆ। ਉਹ ਬਜ਼ੁਰਗ ਇੰਨਾ ਕੁ ਸ਼ਰਮਸ਼ਾਰ ਹੋਇਆ, ਉਹ ਕਹਿੰਦਾ ਨਾ ਪੁੱਤਰਾ ਜਾ ਤੂੰ ਜਾ, ਠੀਕ ਹੈ ਗਲਤੀ ਮੇਰੀ ਆ। ਦੇਖੋ ਕਿਸੇ ਦੀ ਗਲਤੀ ਨੂੰ ਵੀ ਮੰਨ ਲੈਣਾ, ਕਿੱਡੇ ਵੱਡੇ ਕਲੇਸ਼ ਤੋਂ ਬਚਤ ਹੋ ਗਈ। ਜੇ ਕਿਤੇ ਬਜ਼ੁਰਗ ਦੇ ਗਲ ਪੈਂਦਾ, ਉੱਧਰੋਂ ਬਜ਼ੁਰਗ ਉਹ ਕਰੇ ਜਿਉਂਦਾ ਲੱਖ ਦਾ ਮਰਿਆ ਸਵਾ ਲੱਖ ਦਾ ਵੀ ਹੋ ਜਾਣਾ ਕਈ ਵਾਰੀ, ਇਹ ਵੀ ਹੋ ਜਾਂਦੀ ਆ ਗੱਲ। ਹਾਂ ਗਲਤੀ ਮੈਂ ਦੇਖਿਆ ਘਰੇ ਵੀ ਕਲੇਸ਼ ਹੋ ਗਿਆ, ਹੱਥ ਬੰਦ ਵੀ ਭਾਗ ਬੰਨੇ, ਕੋਈ ਨਹੀਂ ਹਾਂਜੀ ਸਰਦਾਰ ਜੀ ਹੋ ਗਈ ਗਲਤੀ, ਹੋ ਗਿਆ ਚੱਲ ਮਾफ़ ਕਰੋ ਹੁਣ, ਹੈ ਨਾ। ਸ਼ਾਇਦ ਵੱਡਾ ਕਲੇਸ਼ ਮਹਾਭਾਰਤ ਟਲ ਜੇ। ਜੇ ਕਿਤੇ ਕਹਿੰਦੇ ਨਹੀਂ ਮੈਂ ਇਹ ਨਹੀਂ ਕਿਹਾ, ਪਤਾ ਨਹੀਂ ਉੱਥੇ ਉਹੀ ਵਰਡ ਵਾਰ ਦੇ ਕਈ ਵਾਰੀ ਘਰੇ ਹੋ ਜਾਂਦਾ ਕੰਮ ਵੀ ਆ ਤਾਂ ਬਈ ਬਹੁਤ ਵੱਡਾ ਕੰਮ ਹੋ ਗਿਆ, ਹੈ ਨਾ। ਕਈ ਦਿਨ ਫਿਰ ਘਰੇ ਰੋਟੀ ਠੰਡੀ ਹੋ ਮਿਲਦੀ ਆ। ਇਹ ਚੰਗਾ ਹੁੰਦਾ ਹੈ ਕਿ ਆਪਣੀ ਗਲਤੀ ਆਪ ਮੰਨ ਲੈਣਾ, ਦੂਜੇ ਦੀ ਗਲਤੀ ਨੂੰ ਵੀ ਕਈ ਵਾਰੀ ਆਪਣੇ ਸਿਰ ਲੈ ਕੇ ਸਿਆਣਪ ਹੁੰਦੀ ਹੈ ਵੀ ਕਲੇਸ਼ ਨੂੰ ਟਾਲਿਆ ਜਾਵੇ। ਹਾਂਜੀ
ਗਰੀਬ ਨਵਾਜ ਕਹਿੰਦੇ ਕਿਸੇ ਫਿਰ ਆਪਣੇ ਆਪ ਨੂੰ ਮੰਦਾ ਇਕੱਲਾ ਕਹਿਣਾ ਨਹੀਂ, ਮੰਨਣਾ ਹੈ ਆਪਣੇ ਆਪ ਨੂੰ ਵੀ ਮੈਂ ਵਾਕਈ ਮੰਦਾ ਹਾਂ, ਯਾਰ ਫਲਾਣੇ 'ਚ ਆਹ ਗੁਣ ਹੈ, ਧਿਮਕੇ 'ਚ ਆਹ ਗੁਣ ਹੈ, ਮੇਰੇ 'ਚ ਆਹ ਨਹੀਂ। ਆਪਣੇ ਔਗਣਾਂ ਨੂੰ ਦੇਖਣਾ ਹੈ। ਗੁਰ ਪ੍ਰਸਾਦ ਵਿਖਿਆ ਪਰ ਹਰੈ, ਗੁਰੂ ਦੀ ਕਿਰਪਾ ਨਾਲ ਜਿਹੜੀ ਮਾਇਆ ਰੂਪੀ ਜ਼ਹਿਰ ਹੈ ਇਹਨੂੰ ਤਿਆਗ ਦੇਵੇ। ਮਾਇਆ ਬਾਰੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਵਿਖਿਆ ਕਹਿੰਦੇ ਨੇ ਹਰਾਮ ਦੀ ਕਮਾਈ ਨੂੰ, ਪਾਪਾਂ ਵਾਲੀ ਕਮਾਈ ਨੂੰ। ਦਸਾਂ ਨਹੁੰ ਦੀ ਕਿਰਤ ਕਰਨ ਦੀ ਤਾਂ ਆਗਿਆ ਸਾਨੂੰ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਹੁਕਮ ਕੀਤਾ। ਕਮਾਉਂਦਿਆਂ ਸੁਖ ਪੁੰਚ ਸਤਿਗੁਰੂ ਨੇ ਸਾਨੂੰ ਕਿਹਾ ਹੈ, ਉਹ ਤਾਂ ਕਮਾਉਣ ਦਾ ਸਾਨੂੰ ਹੁਕਮ ਹੈ। ਗੁਰੂ ਦੀ ਕਿਰਪਾ ਨਾਲ ਜ਼ਹਿਰ ਤੋਂ ਬਚ ਰਹੇ। ਸਾਧ ਸੰਗਤ ਜੀ, ਜ਼ਹਿਰ ਇਹਨੂੰ ਦੇਖੋ, ਇੱਕ ਆਉਂਦਾ ਹੈ ਸਾਖੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਭਾਗ ਲਾ ਰਹੇ ਸੀ, ਮਹਾਰਾਜ ਨੇ ਖੱਚਰਾਂ ਗੱਡੇ ਭਰ ਕੇ ਮਾਇਆ ਦੇ ਤਿਆਰ ਕਰ ਲਏ। ਕਹਿੰਦੇ ਚਲੋ ਵੀ ਜਿਹੜਾ ਇਹ ਹੈਗੀ ਗੋਬਿੰਦ ਸਾਗਰ, ਉਹਦੇ ਵਿੱਚ ਸੁੱਟ ਕੇ ਆਉਣੇ ਨੇ। ਮਸੰਦਾਂ ਨੇ ਸੋਚਿਆ ਵੀ ਯਾਰ ਅਸੀਂ ਤਾਂ ਮਸਾਂ ਲੈ ਕੇ ਆਉਣੇ ਆ, ਇਹ ਵੀ ਸਾਡੇ ਆਪਣਾ ਇਹ ਸੱਟਣ ਚੱਲਿਆ। ਕੋਈ ਕਹਿੰਦਾ ਜੀ ਇਹਨਾਂ ਨੇ ਮਤਲਬ ਬਈ ਉਹ ਭਗਉਤੀ ਸਿੱਧ ਕਰਨ ਵਾਸਤੇ ਕੀਤਾ ਸੀ, ਇਹਨਾਂ ਦੇ ਦਿਮਾਗ ਹਿੱਲ ਗਿਆ, ਇਹਨਾਂ ਦਾ ਫਲਾਣਾ ਹੋ ਗਿਆ, ਇਹਨਾਂ ਦਾ ਧਮਕਾ ਹੋ ਗਿਆ। ਕਿਉਂਕਿ ਸਾਧ ਸੰਗਤ ਜਿਹੜੇ ਅਸੀਂ ਦੁਨਿਆਵੀ ਲੋਕ ਆ ਨਾ, ਅਸੀਂ ਆਪਣੀ ਕਸਵੱਟੀ ਤੇ ਦੂਜਿਆਂ ਨੂੰ ਪਰਖਦੇ ਹਾਂ। ਅਸੀਂ ਸਾਧੂ ਦੀ ਮਹਿਮਾ ਨੂੰ ਜਾਣ ਨਹੀਂ ਸਕਦੇ। ਸਾਧੂ ਕਿਹੜੇ ਰੰਗਾਂ 'ਚ ਖੇਡਦਾ, ਕਿਹੜੀ ਲੀਲਾ ਵਰਤਾਉਂਦਾ, ਉਹ ਸਾਡੇ ਬੁੱਧੀ ਤੋਂ ਉੱਪਰ ਦੀ ਗੱਲ ਹੁੰਦੀ ਆ, ਸਾਨੂੰ ਉਹਦਾ ਨਹੀਂ ਪਤਾ ਲੱਗਦਾ ਹੈਗਾ। ਤੇ ਉਹ ਮਸੰਦ ਜਾ ਕੇ ਮਾਤਾ ਗੁਜਰ ਕੌਰ ਕੋਲੇ ਗਏ, ਮਾਤਾ ਜੀ ਲਾਲ ਜੀ ਨੂੰ ਰੋਕੋ, ਕਿੰਨੇ ਗੱਡੇ, ਕਿੰਨੀਆਂ ਖਚਰਾਂ ਖੁਰਜੀਆਂ ਭਰੀਆਂ ਹੋਈਆਂ ਨੇ, ਉਹ ਚੱਲੇ ਨੇ ਸੁੱਟਣ। ਮਾਤਾ ਜੀ ਨੂੰ ਪਤਾ ਸੀ, ਮਾਤਾ ਜੀ ਨੇ ਕਿਹਾ ਜੋ ਲਾਲ ਜੀ ਕਰ ਰਹੇ ਨੇ ਠੀਕ ਕਰ ਰਹੇ ਨੇ। ਨਹੀਂ ਮਾਤਾ ਜੀ ਚਲੋ। ਚਲੋ ਮਾਤਾ ਜੀ ਆ ਗਏ। ਅਜੇ ਮਹਾਰਾਜ ਚੱਲਣ ਵਾਸਤੇ ਹੁਕਮੇ ਕਰ ਰਹੇ ਸੀ, ਇਹਨਾਂ ਨੂੰ ਮਾਤਾ ਜੀ ਆ ਪਹੁੰਚੇ। ਪੁੱਛਿਆ ਲਾਲ ਜੀ ਇਹ ਕੀ ਕਰ ਰਹੇ ਹੋ? ਕਹਿੰਦੇ ਮਾਤਾ ਜੀ ਜ਼ਹਿਰ ਸੁੱਟ ਕੇ ਆਉਣਾ ਗੋਬਿੰਦ ਸਾਗਰ ਦੇ ਵਿੱਚ। ਕਹਿੰਦੇ ਬੇਟਾ ਇਹ ਰੁਪਈਆ ਪੈਸਾ ਮਸੰਦਾਂ ਨੇ ਗਰੀਬ ਸਿੱਖਾਂ ਤੋਂ ਮਸਾਂ ਲੈ ਕੇ ਆਂਦਾ, ਤਰਲੇ ਕਰਕੇ ਪਤਾ ਨਹੀਂ ਕਿਵੇਂ ਲਿਆਂਦਾ। ਤੁਸੀਂ ਇਹਦੇ ਨਾਲ ਗਰੀਬਾਂ ਦੇ ਘਰ ਬਣਾ ਦਿਓ, ਸਰਾਵਾਂ ਬਣਾ ਦਿਓ, ਲੰਗਰ ਚਲਾ ਦਿਓ, ਇਹਨੂੰ ਗਰੀਬਾਂ 'ਚ ਵੰਡ ਦਿਓ। ਜਦੋਂ ਇੰਨੀ ਗੱਲ ਕਹੀ ਨਾ, ਮਹਾਰਾਜ ਨੇ ਆਪਣੇ ਗੀਜੇ 'ਚ ਹੱਥ ਮਾਰਿਆ, ਖੀਸਾ ਕਹਿੰਦੇ ਜਿਹਨੂੰ ਆਪਾਂ, ਉਹ 'ਚੋਂ ਇੱਕ ਪੂੜੀ ਕੱਢੀ। ਪੂੜੀ ਕੱਢ ਕੇ ਖੋਲ੍ਹਤੀ, ਮਾਤਾ ਨੂੰ ਕਹਿੰਦੇ ਲੈ ਮਾਤਾ ਇਹ ਮੇਰੇ ਮੂੰਹ 'ਚ ਪਾ ਦੇ। ਇਹ ਕੀ ਹੈ ਭਲਾ? ਮਾਤਾ ਜੀ ਕਹਿੰਦੇ ਵੀ ਹੁਣ ਤਾਂ ਸੰਖੀਆ ਲੱਗਦਾ। ਸੰਖੀਆ ਮੀਨਜ਼ ਤੇਜ਼ ਜ਼ਹਿਰ, ਜਿਹਨੂੰ ਆਪਾਂ ਜ਼ਹਿਰ ਕਹਿੰਦੇ, ਪੋਇਜ਼ਨ। ਕਹਿੰਦੇ ਲੈ ਮਾਤਾ ਜੀ ਇਹ ਮੇਰੇ ਮੂੰਹ 'ਚ ਪਾ ਦਿਓ। ਮਾਤਾ ਜੀ ਕਹਿੰਦੇ ਪੁੱਤਰਾ ਮੇਰੇ ਲਾਲ ਜੀ ਤੂੰ ਤਾਂ ਗੁਰੂ ਨਾਨਕ ਦੀ 10ਵੀਂ ਜੋਤ ਹੈ। ਇਹ ਤਾਂ ਜੇ ਕੋਈ ਪੁੱਤ ਚੋਰ ਹੋਵੇ, ਬਦ ਚੱਲਣ ਹੋਵੇ, ਭੈੜਾ ਹੋਵੇ, ਕੁਲ ਨੂੰ ਕਲੰਕ ਲਾਉਣ ਵਾਲਾ ਹੋਵੇ, ਮਾਂ ਉਹਦੇ ਮੂੰਹ 'ਚ ਵੀ ਨਹੀਂ ਪਾ ਸਕਦੀ, ਜਿਹੜੀ ਕੋਈ ਅਸਲੀ ਮਾਂ ਹੈ। ਮੈਂ ਤੁਹਾਡੇ ਮੂੰਹ 'ਚ ਕਿਵੇਂ ਪਾ ਦਾਂ? ਤੁਸੀਂ ਤਾਂ ਰੱਬੀ ਜੋਤ ਹੋ। ਬਸ ਕਹਿੰਦੇ ਮਾਤਾ ਜੀ ਜਿਵੇਂ ਤੁਸੀਂ ਮੈਨੂੰ ਪਿਆਰ ਕਰਦੇ ਹੋ ਨਾ, ਇਹ ਮੇਰੇ ਖਾਲਸੇ ਨੂੰ ਮੈਂ ਇੰਨਾ ਹੀ ਪਿਆਰ ਕਰਦਾ। ਜਿਵੇਂ ਤੁਸੀਂ ਮੇਰੇ ਮੂੰਹ 'ਚ ਜ਼ਹਿਰ ਨਹੀਂ ਪਾ ਸਕਦੇ ਨਾ, ਮੈਂ ਵੀ ਮੇਰੇ ਖਾਲਸੇ ਦੇ ਮੂੰਹ 'ਚ ਜ਼ਹਿਰ ਨਹੀਂ ਪਾ ਸਕਦਾ। ਇਹ ਮਾਇਆ ਦਾ, ਇਹ ਪੂਜਾ ਦਾ ਧਾਨ, 2 ਨੰਬਰ ਦੀ ਕਮਾਈ, ਹਰਾਮ ਦੀ ਕਮਾਈ, ਇਹ ਜ਼ਹਿਰ ਹੁੰਦੀ ਹੈ ਮਨੁੱਖ ਵਾਸਤੇ। ਮੈਂ ਤਾਂ ਸਾਧ ਸੰਗਤ ਜੀ ਆਪਣੀ ਜ਼ਿੰਦਗੀ ਨਾਲ 1-2 ਨਹੀਂ ਸੈਂਕੜੇ ਬੰਦੇ ਦੇਖੇ ਨੇ ਜਿਨ੍ਹਾਂ ਨੇ ਇਹ ਜ਼ਹਿਰ ਖਾਧੀ ਹੈ, ਰਿਸ਼ਵਤਾਂ ਦੇ ਰੂਪ ਦੇ ਵਿੱਚ, ਬੇਈਮਾਨੀਆਂ ਦੇ ਰੂਪ ਦੇ ਵਿੱਚ। ਉਹਨਾਂ ਦਾ ਹਾਸ਼ਰ ਹੁੰਦਾ, ਉਹਨਾਂ ਦੇ ਪਰਿਵਾਰ ਦਾ ਹਾਸ਼ਰ ਹੁੰਦਾ, ਉਹਨਾਂ ਦੀਆਂ ਬੀਬੀਆਂ ਭੈਣਾਂ ਦੇ ਸੁਭਾਅ ਦੇ ਵਿੱਚ ਤਬਦੀਲੀ ਆਉਣੀ, ਉਹ ਮੈਂ ਆਪਣੀਆਂ ਅੱਖਾਂ ਨਾਲ ਦੇਖੀ ਆ, ਜਿਹਨੇ ਵੀ ਖਾਧੀ ਆ। ਹਾਂ ਕਿਸੇ 'ਤੇ ਅਸਰ ਛੇਤੀ ਕਰ ਜਾਂਦੀ ਹੈ, ਕਿਸੇ 'ਤੇ ਅਸਰ ਦੇਰ ਨਾਲ ਕਰਦੀ ਹੈ। ਇੰਨਾ ਕੁ ਤਾਂ ਫਰਕ ਜ਼ਰੂਰ ਪੈਂਦਾ, ਚਾਹੇ ਕਿਸੇ ਸਿੱਖ ਨੇ, ਚਾਹੇ ਹਿੰਦੂ ਨੇ, ਚਾਹੇ ਮੁਸਲਮਾਨ ਨੇ। ਜਿਹਨੇ ਇਹ ਪਾਪ ਦੀ ਕਮਾਈ ਕੀਤੀ ਹੈ ਉਹਦਾ ਹਾਸ਼ਰ ਬਹੁਤ ਭੈੜਾ ਹੁੰਦਾ। ਚਲੋ ਖੈਰ, ਗੁਰੂ ਦੀ ਕਿਰਪਾ ਨਾਲ ਕਹਿੰਦੇ ਜ਼ਹਿਰ ਨੂੰ ਉਹ ਪਰਾਂ ਕਰ ਦਿੰਦਾ। ਮਨ ਕੀ ਬਾਸ਼ਨਾ ਮਨ ਤੇ ਟਰੈ, ਜਿਹੜੇ ਮਨ ਦੀਆਂ ਬਾਸ਼ਨਾਵਾਂ ਨੇ ਉਹ ਮਨ ਤੋਂ ਦੂਰ ਕਰ ਲੈਂਦਾ, ਆਪਣੇ ਮਨ ਤੋਂ ਪਰਾਂ ਕਰ ਦਿੰਦਾ। ਉਹ ਕਿਸੇ ਬਾਸ਼ਨਾ ਅਧੀਨ ਆ ਕੇ ਕੰਮ ਨਹੀਂ ਕਰਦਾ ਹੈਗਾ। ਇੰਦਰੀ ਜਿੱਤ 5 ਦੋਖ ਤੇ ਰਹਿਤ, ਉਹ ਆਪਣੀਆਂ ਇੰਦਰੀਆਂ ਨੂੰ ਜਿੱਤ ਲੈਂਦਾ ਤੇ 5 ਦੁੱਖਾਂ ਤੋਂ, ਰੂਪ, ਰੰਗ, ਸ਼ਬਦ, ਸਪਰਸ਼ ਤੇ ਗੰਧ, 5 ਤੋਂ ਪਰਾਂ ਹੋ ਜਾਂਦਾ। ਉਹ ਭਾਵ ਉਸ ਨੂੰ ਇਹ ਇੰਦਰੀਆਂ ਦਾ ਜਿਹੜਾ ਚਸਕੇ ਨੇ ਉਹ ਜਿਹੜਾ ਹੈ ਪ੍ਰਭਾਵਿਤ ਨਹੀਂ ਕਰ ਸਕਦੇ। ਨਾਨਕ ਕੋਟ ਮਦੇ ਕੋ ਐਸਾ ਅਪਰਸ, ਹੈ ਨਾਨਕ ਕਰੋੜਾਂ ਵਿੱਚੋਂ, 100 ਚੋਂ ਨਹੀਂ ਕਿਹਾ ਮਹਾਰਾਜ ਨੇ, ਹਜ਼ਾਰਾਂ ਚੋਂ ਵੀ ਨਹੀਂ ਕਿਹਾ, ਲੱਖਾਂ ਚੋਂ ਵੀ ਨਹੀਂ ਕਿਹਾ,
ਕਿ ਇੱਕ ਕਰੋੜ ਚੋਂ ਵੀ ਨਹੀਂ ਕਿਹਾ ਵੀ 1 ਕਰੋੜ ਮਗਰ, ਕੀ ਕਰੋੜਾਂ, ਪਤਾ ਨਹੀਂ ਕਹਿੰਦੇ ਕਰੋੜਾਂ ਮਗਰ ਕੋਈ ਇਹੋ ਜਿਹਾ ਐਸਾ ਅਪਰਸ ਹੁੰਦਾ। ਇਹ ਅਪਰਸ ਦੀ ਪਰਿਭਾਸ਼ਾ ਦੱਸੀ ਆ ਸਾਧ ਸੰਗਤ ਜੀ। ਇਕੱਲਾ ਅਪਰਸ ਨਹੀਂ, ਜਿਹੜਾ ਅਸੀਂ ਗੁਰੂ ਕੇ ਖਾਲਸੇ ਬਣੇ ਹੋਏ ਨਾ ਅੰਮ੍ਰਿਤਧਾਰੀਆਂ, ਅਸੀਂ ਅਪਰਸ ਵੀ ਹਾਂ, ਅਸੀਂ ਭਗਉਤੀ ਵੀ ਹਾਂ, ਅਸੀਂ ਪੰਡਤ ਵੀ ਹਾਂ, ਅਸੀਂ ਸ਼ੂਦਰ ਵੀ ਹਾਂ, ਅਸੀਂ ਖੱਤਰੀ ਵੀ ਹਾਂ, ਅਸੀਂ ਸਾਰਾ ਕੁਛ ਹਾਂ। ਇਹ ਭਾਵ ਸਾਰੇ ਗੁਣ ਸਾਡੇ 'ਚ ਵੀ ਹੋਣੇ ਅਤੀ ਜ਼ਰੂਰੀ ਨੇ। ਉਹਦੇ ਚਰਨਾਂ 'ਚ ਬੇਨਤੀ ਕਰੀਏ ਸਤਿਗੁਰੂ ਜੋ ਇਹ ਉਪਦੇਸ਼ ਦੇ ਰਹੇ ਹੋ ਇਹ ਸਾਡੇ 'ਤੇ ਵੀ ਲਾਗੂ ਹੋ ਜਾਵੇ, ਸਾਨੂੰ ਸਮਰੱਥਾ ਬਖਸ਼ੋ, ਅਸੀਂ ਨਿੰਦਿਆ ਸੁਣਨੀ ਬੰਦ ਕਰ ਦਈਏ, ਮਨ ਦੀਆਂ ਬਾਸ਼ਨਾਵਾਂ ਤੋਂ ਉੱਪਰ ਹੋ ਜਾਈਏ ਹੈ, ਤੇ ਜਿਹੜਾ ਹੈ ਮਾੜੀ ਨਿਗਾਹ ਦੇਖਣੀ ਜਿਹੜਾ ਹੈ ਉਹ ਖਤਮ ਕਰ ਦਈਏ, ਮਾੜੀ ਨਿਗਾਹ ਦੇਖਣ ਤੋਂ ਬਚ ਜਾਈਏ, ਐਸੀਆਂ ਸਾਡੇ 'ਤੇ ਕਿਰਪਾ ਕਰੋ। ਅੱਗੋਂ ਦੂਸਰੇ ਫਿਰਕੇ ਦੀ ਗੱਲ ਕੀਤੀ ਹੈ ਸਤਿਗੁਰੂ ਨੇ, ਵੈਸ਼ਨੋ ਸੋ ਜਿਸ ਉੱਪਰ ਸੋ ਪ੍ਰਸੰਨ, ਵਿਸ਼ਨ ਕੀ ਮਾਇਆ ਤੇ ਹੋਏ ਭਿੰਨ, ਕਰਮ ਕਰਤ ਹੋਵੈ ਨਿਹ ਕਰਮ, ਤਿਸ ਵੈਸ਼ਨੋ ਕਾ ਨਿਰਮਲ ਧਰਮ, ਕਾਹੂ ਫਲ ਕੀ ਇੱਛਾ ਨਹੀਂ ਬਾਂਛੈ, ਕੇਵਲ ਭਗਤ ਕੀਰਤਨ ਸੰਗ ਰਾਚੈ, ਮਨ ਤਨ ਅੰਤਰ ਸਿਮਰਨ ਗੋਪਾਲ, ਸਭ ਉਪਰ ਹੋਵਤ ਕਿਰਪਾਲ, ਆਪ ਦ੍ਰਿੜ ਹੈ ਆਵਰੈ ਨਾਮ ਜਪਾਵੈ, ਆਵਰੈ ਬਹੁ ਬਚਨ ਹੈ ਹੋਰਾਂ ਨੂੰ, ਨਾਨਕ ਉਹ ਵੈਸ਼ਨੋ ਪਰਮਗਤ ਪਾਵੈ। ਵੈਸ਼ਨੋ ਇੱਕ ਫਿਰਕਾ ਹੈ ਜਿਹੜੇ ਆਪਣੇ ਆਪ ਨੂੰ ਵਿਸ਼ਨੂੰ ਭਗਵਾਨ ਦੇ ਪੁਜਾਰੀ ਕਹਾਉਂਦੇ ਨੇ, ਉਹਨੂੰ ਮੰਨਣ ਵਾਲੇ ਕਹਾਉਂਦੇ ਨੇ। ਉਹ ਸ਼ਰਾਬ ਨਹੀਂ ਪੀਂਦੇ, ਮਾਸ ਨਹੀਂ ਖਾਂਦੇ, ਗੰਢਾ ਨਹੀਂ ਖਾਂਦੇ, ਲਸਣ ਨਹੀਂ ਖਾਂਦੇ, ਬਹੁਤ ਜਿਹੜਾ ਹੈ ਮਤਲਬ ਸਾਦਾ ਭੋਜਨ ਖਾਣ ਦੀ ਕੋਸ਼ਿਸ਼ ਕਰਦੇ ਨੇ। ਸਾਧ ਸੰਗਤ ਜੀ ਹੁਣ ਮਹਾਰਾਜ ਦੱਸਦੇ ਨੇ, ਕਹਿੰਦੇ ਭਾਈ ਇਹ ਚੀਜ਼ਾਂ ਛੱਡਣ ਦੇ ਨਾਲ ਕੁਛ ਨਹੀਂ ਬਣਦਾ, ਕਿਉਂਕਿ ਜਿਹੜੇ ਸਾਡੇ ਇਹ ਰਸੋਈ ਦੇ ਵਿੱਚ ਚੀਜ਼ਾਂ ਵਰਤਣਾ, ਇਹ ਹਲਦੀ, ਗੰਢਾ, ਲਸਣ, ਇਹ ਬੜੇ ਜਿਹੜੇ ਸਾਡੇ ਆਚਾਰੀਆ ਹੋਏ ਨੇ, ਵੱਡੇ ਆਯੁਰਵੈਦਿਕ ਦੇ ਵੈਦ ਹੋਏ ਨੇ, ਇਹ ਚੀਜ਼ਾਂ ਸਾਡੀ ਰਸੋਈ ਦੇ ਵਿੱਚ ਉਹਨਾਂ ਨੇ ਸ਼ਾਮਿਲ ਕੀਤੀਆਂ ਨੇ। ਇਹਨਾਂ ਦਾ ਸਾਡੀ ਵਰਤਣਾ ਸਾਡੀ ਸਿਹਤ ਵਾਸਤੇ ਅਤੀ ਜ਼ਰੂਰੀ ਆ। ਜੇ ਅਸੀਂ ਇਹ ਚੀਜ਼ਾਂ ਨਾ ਖਾਵਾਂਗੇ, ਮੇਰਾ ਇੱਕ ਮਿੱਤਰ ਸੀ ਕੁਲੀਗ ਮੇਰਾ, ਆਪਣੀ ਮਰਜ਼ੀ ਨਾਲ ਉਹਨੇ ਮਿੱਠਾ ਛੱਡਤਾ, ਘਟਾਤਾ। ਜੇ ਕਿਤੇ ਗੁਲਾਬ ਜਾਮਣ ਆਉਣੀ ਉਹਨੇ ਚੁੰਡੀ ਕ ਲੈ ਕੇ ਬਾਕੀ ਮੇਰੇ ਮੂਹਰੇ ਕਰ ਦੇਣੀ, ਆਪਾਂ ਨੇ ਸਤਨਾਮ ਜਪਣਾ ਤੇ ਛਕ ਲੈਣੀ। ਕੋਈ ਹੋਰ ਚੀਜ਼ ਆਉਣੀ ਉਹਨੇ ਥੋੜ੍ਹਾ ਜਿਹਾ ਭੋਗ ਜਾ ਲਾਉਣਾ, ਆਪਣੇ ਕੋਲੇ ਕਰਨੀ, ਆਪਾਂ ਚੱਲ ਉਹਦਾ ਅਰਦਾਸ ਉਹਦੇ ਨਾਲ ਨਾ, ਅਤੇ ਚਲੋ ਚੱਲਦਿਆਂ ਕਰਦਿਆਂ ਉਹ ਹੋਇਆ ਕੀ, ਰਿਟਾਇਰ ਹੋ ਗਿਆ, ਨਮਕ ਘਟਾਤਾ। ਉਹ ਇੱਕ ਦਿਨ ਕਹਿੰਦੇ ਮੈਨੂੰ ਚੱਕਰ ਆਉਂਦੇ ਨੇ, ਘਰ ਦੇ ਹਸਪਤਾਲ ਲੈ ਗਏ, ਜਦੋਂ ਦੇਖਿਆ ਫਾਸਫੋਰਸ ਉਹਦਾ ਘਟਿਆ ਪਿਆ, ਸ਼ੂਗਰ ਉਹਦੀ ਘਟੀ ਪਈ, ਸੋਡੀਅਮ ਉਹਦਾ ਘਟਿਆ ਪਿਆ, ਇੱਕ ਆ ਮੈਗਨੀਸ਼ੀਅਮ ਉਹਦਾ ਘਟਿਆ ਪਿਆ, ਕਿੰਨੇ ਤੱਤ ਘਟੇ ਪਏ। ਮੈਂ ਖਵਾਉਂਦਾ ਨਹੀਂ ਗੁਲਾਬ ਜਾਮਣਾ ਮੈਨੂੰ, ਭਰਾਵਾ ਜੇ ਕੋਈ ਹੋਰ ਆਉਂਦਾ ਡੱਬਾ ਘਰ ਭੇਜ ਦਿਆ ਕਰ ਹੁਣ ਤਾਂ। ਅਤੇ ਉਹ ਭਰਾਵਾ ਆਪਦੀ ਸਿਆਣਪ ਨਾਲ ਨਹੀਂ ਚੱਲਦੀ ਗੱਲ ਇਹ। ਮਤਲਬ ਠੀਕ ਹੈ ਵੀ ਹਾਬੜਿਆਂ ਵਾਂਗੂ ਨਾ ਖਾਓ, ਥੋੜ੍ਹੀਆਂ ਬਹੁਤੀਆਂ ਚੀਜ਼ਾਂ ਤਾਂ ਸਾਰੀਆਂ ਵਰਤਣੀਆਂ ਆਪਾਂ। ਹੁਣ ਮਿੱਠਾ ਵੀ ਜ਼ਰੂਰੀ ਆ, ਨਾ ਵਰਤਾਂਗੇ ਸਾਡੇ 'ਚ ਐਨਰਜੀ ਓ ਨਹੀਂ ਰਹਿਣੀ, ਗਲੂਕੋਜ਼ ਲੈਣਾ ਪਏਗਾ, ਲਾਉਣਗੇ ਡਾਕਟਰ। ਫਿਰ ਮੈਂ ਉਹਦਾ ਪਤਾ ਲੈਣ ਗਿਆ, ਉਹ ਕਿੰਨੇ ਉਹ ਡਾਕਟਰਾਂ ਨੇ ਦੱਸਿਆ, ਕਹਿੰਦੇ ਜੀ ਦੇਖੋ ਇਹ 'ਚ ਸੋਡੀਅਮ ਵੀ ਪਾਇਆ ਹੋਇਆ। ਫਿਰ ਉਹਨੂੰ ਕਿਹਾ ਤੂੰ ਨਮਕ 1 ਚਮਚਾ ਸਪੈਸ਼ਲ ਖਾਇਆ ਕਰ ਵੀ ਤਾਂ ਤੇਰਾ ਸੋਡੀਅਮ ਪੂਰਾ ਹੋਊਗਾ। ਭਾਵ ਇਹ ਚੀਜ਼ਾਂ ਅਸੀਂ ਯੂਜ ਕਰਨੀਆਂ ਨੇ, ਵਰਤਣੀਆਂ ਨੇ। ਛੱਡਣਾ ਕੀ ਹੈ? ਭੈੜੀਆਂ ਪ੍ਰਵਿਰਤੀਆਂ, ਭੈੜੀਆਂ ਆਦਤਾਂ, ਜਿਹੜੀਆਂ ਮਾੜੀਆਂ ਬਾਦੀਆਂ ਪਈਆਂ ਹੋਈਆਂ ਨੇ ਉਹ ਛੱਡਣੀਆਂ ਨੇ। ਮਹਾਰਾਜ ਕਹਿੰਦੇ ਅਸਲ ਦੇ ਵਿੱਚ ਵੈਸ਼ਨੂੰ ਉਹ ਹੈ ਜਿਹਦੇ ਉੱਤੇ ਪਰਮਾਤਮਾ ਖੁਸ਼ ਹੋਵੇ, ਚੰਗੀ ਤਰ੍ਹਾਂ ਖੁਸ਼ ਹੋਵੇ। ਉਹ ਖੁਸ਼ ਕਦੋਂ ਹੋਊਗਾ? ਵਿਸ਼ਨ ਕੀ ਮਾਇਆ ਤੇ ਹੋਏ ਭਿੰਨ, ਜਿਹੜੀ ਪਰਮਾਤਮਾ ਨੇ ਮੋਹਣੀ ਬਣਾਈ ਹੈ ਨਾ ਮਾਇਆ, ਇਹ ਤੋਂ ਨਿਰਲੇਪ ਰਹਿਣ ਦੀ ਕੋਸ਼ਿਸ਼ ਕਰੇ। ਸਾਧ ਸੰਗਤ ਜੀ ਕਿਵੇਂ? ਜਿਵੇਂ ਇੱਕ ਬੈਂਕ ਦਾ ਮੈਨੇਜਰ ਆ, ਉਹਦੇ ਕੋਲੇ ਲੱਖਾਂ ਕਰੋੜਾਂ ਰੁਪਈਆ ਰੋਜ਼ ਆਉਂਦਾ ਅਤੇ ਰੋਜ਼ ਜਾਂਦਾ, ਉਹ ਮੋਹ ਨਹੀਂ ਪਾਉਂਦਾ, ਉਹਦੇ ਨਾਲ ਮੋਹ ਨਹੀਂ ਪਾਉਂਦਾ ਨਾ। ਜਿੰਨੀ ਦੇਰ ਉਹ ਆਪਣਾ ਅਕਾਊਂਟ ਮਿਲਾ ਕੇ ਨਹੀਂ ਜਾਂਦੇ ਰਾਤ ਨੂੰ, ਚਾਹੇ 8 ਵੱਜਣ ਚਾਹੇ 10 ਵੱਜਣ, ਉਨੀ ਦੇਰ ਉਹ ਤੋਂ ਬੈਂਕ 'ਚੋਂ ਛੁੱਟੀ ਨਹੀਂ ਕਰਦੇ। ਅਸੀਂ ਪਰਿਵਾਰ ਦੇ ਵਿੱਚ ਵਿਚਰਨਾ, ਧੀਆਂ ਪੁੱਤਾਂ ਦੇ ਜਿਹੜੇ ਫਰਜ਼ ਨੇ ਉਹ ਨਿਭਾਉਣੇ ਨੇ, ਪਰ ਉਹਨਾਂ ਦੇ ਵਿੱਚ ਇੰਨਾ ਗਲਤਾਨ ਨਹੀਂ ਹੋ ਜਾਣਾ ਕਿ ਜੇ ਧੀ ਪੁੱਤ ਨੇ 2 ਦਿਨ ਨਾ ਬੁਲਾਇਆ ਆਪਾਂ ਜਮੀ ਉਦਾਸ ਹੋ ਜਾਈਏ, ਜਾਂ ਕੋਈ ਧੀ ਪੁੱਤ ਸਾਥੋਂ ਸਾਡੀ ਗੱਲ ਨਹੀਂ ਮੰਨਦਾ, ਅਸੀਂ ਮਤਲਬ ਫਿਰ ਉਹਦੇ ਨਾਲ ਨਾਰਾਜ਼ ਹੋ ਜਾਈਏ। ਇਹ ਰੁਪਈਆ ਪੈਸਾ ਇਹ ਵਾਧੇ ਘਾਟੇ ਜ਼ਿੰਦਗੀ 'ਚ ਆਉਂਦੇ ਰਹਿੰਦੇ ਨੇ। ਇਹ ਉਹ ਮਤਲਬ ਕੋਈ ਠੱਗੀ ਵੱਜ ਗਈ ਜਾਂ ਕੋਈ ਘਾਟਾ ਪੈ ਗਿਆ, ਐਵੇਂ ਦਿਮਾਗ ਹਿਲਾਉਂਦੇ ਫਿਰ ਗਏ, ਉਹ ਨਹੀਂ ਕਰਨਾ। ਅਸੀਂ ਵਿਚਰਨਾ ਜ਼ਿੰਦਗੀ ਦੇ ਵਿੱਚ, ਇਹ ਚੀਜ਼ਾਂ ਵਰਤਣੀਆਂ ਨੇ, ਪਰ ਇਹਨਾਂ ਨਾਲ ਲਗਾਓ ਨਹੀਂ ਰੱਖਣਾ। ਕਿਵੇਂ? ਜਿਵੇਂ ਇੱਕ ਮੁਗਰਾਬੀ, ਦੇਖੋ ਅੱਜ ਕੱਲ੍ਹ ਆਈਆਂ ਹੋਈਆਂ ਨੇ ਮੁਗਰਾਬੀਆਂ,
ਉਹ ਮਗਰਾਬੀ ਛੱਪੜ ਦੇ ਵਿੱਚ ਟੋਭੇ ਦੇ ਵਿੱਚ ਆਉਂਦੀ ਆ, ਉਹ ਗੋਤਾ ਮਾਰਦੀ ਆ, ਪਾਣੀ ਦੀ ਤਹਿ ਤੱਕ ਚਲੀ ਜਾਂਦੀ ਆ, ਕਿਉਂਕਿ ਜਿਹੜੀ ਉਹ ਹੇਠਾਂ ਗਾਰ ਹੁੰਦੀ ਆ ਉਹਦੇ ਵਿੱਚ ਜਿਹੜੇ ਕੀੜੇ ਮਕੌੜੇ ਹੁੰਦੇ ਨੇ ਉਹਨਾਂ ਨੂੰ ਖਾਂਦੀ ਆ ਉਹ। ਪਰ ਜਦੋਂ ਉਹ ਉੱਡਦੀ ਆ ਸਾਧ ਸੰਗਤ ਜੀ, ਉਹ ਸੁੱਕੇ ਖੰਭ ਲੈ ਕੇ ਉੱਡ ਜਾਂਦੀ ਆ। ਪਰ ਜੇ ਕਿਤੇ ਕੋਈ ਘੁੱਗੀ, ਕਬੂਤਰ, ਕਾਂ ਪਾਣੀ ਦੇ ਵਿੱਚ ਜਾ ਡਿੱਗੇ, ਉਹਦੇ ਖੰਭ ਇੰਨੇ ਕੁ ਗਿੱਲੇ ਹੋ ਜਾਂਦੇ ਨੇ, ਜਿੰਨੀ ਦੇਰ ਉਹਨੂੰ ਸੁਕਾਉਣੇ ਨਹੀਂ ਪੈਂਦੇ ਉਹ ਉੱਡ ਨਹੀਂ ਸਕਦਾ। ਚਾਹੇ ਉਹਨੂੰ ਬਿੱਲੀ ਆ ਕੇ ਖਾ ਜੇ, ਕੁੱਤਾ ਆ ਕੇ ਖਾ ਜੇ, ਉਹ ਉੱਡ ਨਹੀਂ ਸਕਦਾ। ਜੇ ਮੁਗਰਾਬੀ ਆ, ਮੁਗਰਾਬੀ ਦੇ ਪਿੱਛੇ ਕੋਈ ਦੁਸ਼ਮਣ ਪੈਂਦਾ, ਉਹ ਪਾਣੀ ਦੇ ਵਿੱਚ ਤਾਰੀਆਂ ਲਾਉਂਦੀ, ਗੋਤੇ ਮਾਰਦੀ, ਉਹ ਉੱਡ ਜਾਂਦੀ ਆ। ਅਸੀਂ ਮਾਇਆ ਦੇ ਵਿੱਚ ਰਹਿਣਾ, ਪਰ ਰਹਿਣਾ ਮੁਗਰਾਬੀ ਵਾਂਗ। ਜਦੋਂ ਕਿਤੇ ਸਾਨੂੰ ਉਡਾਰੀ ਮਾਰਨੀ ਪਵੇ, ਅਸੀਂ ਬਿਲਕੁਲ ਅਣਭਿੱਜ ਰਹਿ ਕੇ ਉਡਾਰੀ ਮਾਰ ਜਾਈਏ। ਉਦੋਂ ਕਮਲ ਹੈ, ਚਿੱਕੜ 'ਚ ਰਹਿੰਦਾ, ਪਾਣੀ 'ਚ ਰਹਿੰਦਾ, ਪਰ ਪਾਣੀ ਦੇ ਨਾਲ ਕਦੇ ਉਹ ਭਿੱਜਦਾ ਨਹੀਂ, ਚਿੱਕੜ ਦੇ ਨਾਲ ਕਦੇ ਲਿਬੜਦਾ ਨਹੀਂ। ਅਸੀਂ ਮਾਇਆ ਦੇ ਵਿੱਚ ਰਹਿਣਾ। ਦੇਖੋ ਜਿਹੜੀ ਬੇੜੀ ਆ ਸਾਧ ਸੰਗਤ ਜੀ, ਉਹ ਪਾਣੀ ਤੋਂ ਬਗੈਰ ਤਰ ਨਹੀਂ ਸਕਦੀ, ਪਰ ਉਹਦੀ ਬਦਕਿਸਮਤੀ ਇਹ ਹੈ ਕਿ ਡੁੱਬਦੀ ਵੀ ਪਾਣੀ ਦੇ ਵਿੱਚ ਹੈ। ਡੁੱਬਦੀ ਕਦੋਂ ਹੈ? ਜਦੋਂ ਉਹ 'ਤੇ ਭਾਰ ਜ਼ਿਆਦਾ ਪੈ ਜੇ, ਜਾਂ ਜਦੋਂ ਉਹਦੇ ਵਿੱਚ ਕੋਈ ਛੇਦ ਹੋ ਜੇ, ਉਦੋਂ ਡੁੱਬ ਜਾਂਦੀ ਆ ਉਹ। ਹੁਣ ਅਸੀਂ ਆਪਣੇ 'ਤੇ ਮਾਇਆ ਦਾ ਭਾਰ ਜਿਹੜਾ ਹੈ, ਭਾਰ ਜ਼ਿਆਦਾ ਨਹੀਂ ਪੈਣ ਦੇਣਾ, ਨਿਰਲੇਪ ਰਹਿਣਾ। ਦੂਜਾ, ਅਸ਼ਰਧਾ ਦੀ, ਬੇਮੁਖਤਾਈ ਦੀ ਗਲੀ ਅਸੀਂ ਆਪਣੀ ਜ਼ਿੰਦਗੀ ਦੀ ਬੇੜੀ ਵਿੱਚ ਨਹੀਂ ਹੋਣ ਦੇਣੀ। ਰੋਜ਼ ਸਿਮਰਨ, ਰੋਜ਼ ਭਜਨ ਬੰਦਗੀ, ਰੋਜ਼ ਬਾਣੀ ਦਾ ਅਭਿਆਸ ਅਸੀਂ ਕਰਨਾ, ਤਾਂ ਕਿ ਇਹ ਜਿਹੜੀ ਹੈ ਕੋਈ ਗਲੀ ਨਾ ਹੋਵੇ, ਭਾਰ ਤੋਂ ਅਸੀਂ ਹਲਕੇ ਰਹੀਏ। ਗਰੀਬ ਨਵਾਜ਼ ਕਹਿੰਦੇ ਵਿਸ਼ਨ ਇਹ ਜਿਹੜੀ ਪਰਮਾਤਮਾ ਦੀ ਮਾਇਆ ਹੈ, ਉਹ ਤੋਂ ਪਰੇ ਹੋ ਕੇ ਰਹੇ। ਕਰਮ ਕਰਤ ਹੋਵੇ ਨਿਹ ਕਰਮ। ਸਾਧ ਸੰਗਤ ਜੀ, ਕਰਮ ਕਰੇ ਉਹ, ਪਰ ਉਹਨਾਂ ਤੋਂ ਨਿਹ ਕਰਮ ਹੋਵੇ, ਭਾਵ ਮਨ ਦੀ ਇੱਛਾ ਨਾ ਰੱਖੇ। ਹੁਣ ਜਿਵੇਂ ਆਪਾਂ ਨੂੰ ਬਾਬਾ ਜੀ ਨੇ ਕਹਿਤਾ ਵੀ ਗੁਰੂ ਦੇ ਦਰਸ਼ਨ ਕਰਨ ਆਈਏ ਤਾਂ ਇੱਕ ਕਦਮ ਦਾ ਕਰੋੜ ਅਸਮੇਲ ਜੱਗ ਦਾ ਫਲ ਮਿਲਦਾ। ਹੁਣ ਮੇਰੇ ਵਰਗਾ ਤਾਂ ਗਿਣੀ ਜਾਊਗਾ ਇੱਥੇ ਤੱਕ ਵੀ ਯਾਰ, ਉੱਥੇ ਪ੍ਰੇਮ ਨਗਰ ਤੋਂ ਚੱਲਿਆ ਉਰੇ ਤੱਕ ਤਾਂ ਕਿੰਨੇ ਕਰੋੜ ਅਸਮੇਲ ਜੱਗ ਹੋ ਗਏ, ਫਲ ਦੀ ਇੱਛਾ ਰੱਖ ਲਈ। ਪਰ ਨਹੀਂ, ਸਤਿਗੁਰੂ ਚਾਹੇ ਦਈ ਚਾਹੇ ਨਾ ਦਈ, ਪਰ ਮੈਨੂੰ ਭਾਵਨਾ ਨਾਲ ਤੇਰੇ ਦਿਦਾਰੇ ਜ਼ਰੂਰ ਬਖਸ਼ ਦੇ, ਬਸ ਇੰਨੀ ਕੁ ਕਿਰਪਾ ਕਰ ਦੇ। ਜੇ ਤੂੰ ਲੈ ਕੇ ਆਇਆ ਮੈਨੂੰ, ਫਿਰ ਮੇਰੇ 'ਤੇ ਇੱਕ ਇੰਨੀ ਕੁ ਕਿਰਪਾ ਕਰ ਦੇ, ਮੈਨੂੰ ਭਾਵਨਾ ਸਹਿਤ ਤੇਰੇ ਦਿਦਾਰੇ ਬਖਸ਼ ਦੇ। ਤੂੰ ਉਹ ਕਦਮਾਂ ਦਾ ਫਲ ਦੇਈ ਚਾਹੇ ਨਾ ਦੇਈ, ਉਹ ਤਾਂ ਆਪਣੇ ਆਪ ਹੀ ਮਿਲ ਜਾਣਗੇ ਸਾਧ ਸੰਗਤ ਜੀ। ਜਾਂ ਆਪਾਂ ਕੋਈ ਪੁੰਨਦਾਨ ਕਰਦੇ ਹਾਂ, ਆਹ ਕੋਈ ਦੇਖਦੇ ਹਾਂ ਕੋਈ ਗਰੀਬ ਗੁਰਬਾ ਠੁਰ ਠੁਰ ਕਰ ਰਿਹਾ, ਕਿਸੇ ਨੂੰ ਚੱਪਲਾਂ ਲੈ ਕੇ ਦੇਤੀਆਂ, ਕਿਸੇ ਨੂੰ ਆਪਣੀ ਪੁਰਾਣੀ ਜੈਕਟ ਦੇਤੀ, ਫਿਰ ਆਪਾਂ ਇੱਛਾ ਰੱਖਦੇ ਹਾਂ ਯਾਰ ਸਾਨੂੰ ਉੱਥੇ ਪਤਾ ਨਹੀਂ ਅੱਗੇ ਮਿਲਣਗੀਆਂ। ਨਹੀਂ ਸਾਧ ਸੰਗਤ ਜੀ, ਮਹਾਰਾਜ ਕਹਿੰਦੇ ਵੀ ਕਰਮ ਕਰਨਾ ਉਹ ਨਿਰਇਛਿਤ ਹੋ ਕੇ ਕਰਨਾ। ਭਗਵਾਨ ਕ੍ਰਿਸ਼ਨ ਵੀ ਗੀਤਾ ਦੇ ਵਿੱਚ ਇਹੀ ਗੱਲ ਕਹਿੰਦੇ ਨੇ। ਉਹ ਕਹਿੰਦੇ ਕਰਮ ਕੀਏ ਜਾ ਫਲ ਕੀ ਇੱਛਾ ਮਤ ਰੱਖ। ਅਰਜਨ ਨੂੰ ਕਹਿੰਦੇ ਅਰਜਨ ਤੂੰ ਖੱਤਰੀ ਹੈ, ਤੇਰਾ ਕੰਮ ਹੈ ਇਹ ਦੁਸ਼ਮਣਾਂ ਨੂੰ ਮਾਰਨਾ, ਤੂੰ ਇਹ ਇੱਛਾ ਮਤ ਰੱਖ ਕੇ ਮੈਨੂੰ ਇਹਦਾ ਪਾਪ ਲੱਗੂਗਾ ਜੀ, ਮੈਨੂੰ ਇਹਦਾ ਇਹ ਹੋਊਗਾ, ਮੈਨੂੰ ਉਹ ਹੋਊਗਾ, ਕਿਉਂਕਿ ਹੁਣ ਤੂੰ ਯੁੱਧ ਦੇ ਮੈਦਾਨ ਦੇ ਵਿੱਚ ਹੈ। ਇੱਥੇ ਤੇਰਾ ਕੰਮ ਹੈ ਸ਼ਸਤਰ ਅਤੇ ਅਸਤਰ ਚਲਾਉਣਾ, ਤੇਰਾ ਇੱਥੇ ਕੰਮ ਹੈ ਬਸ। ਹੁਣ ਆਪਾਂ ਗ੍ਰਸਤੀ ਮਾਰਗ ਦੇ ਬੰਦੇ ਹਾਂ ਸਾਰੇ, ਆਪਣਾ ਕੰਮ ਹੈ ਕਮਾਉਣਾ ਅਤੇ ਆਪਣੇ ਪਰਿਵਾਰ ਦੀ ਪਾਲਣਾ ਪੋਸ਼ਣਾ ਕਰਨੀ। ਜੇ ਹੁਣ ਸੋਚੀਏ ਯਾਰ ਵੀ ਅੱਜ ਆਪਣਾ ਜਿਹੜੇ ਇੰਨੇ ਪੈਸੇ ਕਮਾ ਲਏ, ਹੁਣ ਇਹਨਾਂ 'ਚੋਂ ਲੱਗਣ ਨਾ, ਬਸ ਅਲਮਾਰੀ 'ਚ ਧੂਫ ਦੇ ਕੇ ਰੱਖ ਦਈਏ, ਪਰਿਵਾਰ ਚਾਹੇ ਭੁੱਖੇ ਹੀ ਮਰੀ ਜਾਵੇ, ਪਰਿਵਾਰ ਚਾਹੇ ਵਿਚਾਰਾ ਦੁਖੀ ਹੋਈ ਜਾਵੇ, ਇਸ ਤਰ੍ਹਾਂ ਨਹੀਂ ਕਰਨਾ। ਫਲ ਜੇ ਧਾਰਮਿਕ ਕੰਮ ਕਰੀਏ, ਗੁਰੂ ਦੇ ਦਿਦਾਰਿਆਂ ਵਾਸਤੇ ਜਾਈਏ, ਮਹਾਂਪੁਰਖਾਂ ਦੀ ਸੇਵਾ ਕਰੀਏ, ਉਹਨਾਂ ਅੱਗੇ ਝੁਕੀਏ, ਇਹ ਫਲ ਨਾ ਰੱਖੀਏ ਕਿ ਇਹਨਾਂ ਦੇ ਝੁਕਣ ਦਾ ਸਾਨੂੰ ਕੋਈ ਫਲ ਮਿਲੇਗਾ। ਉਹ ਤਾਂ ਸਾਧ ਸੰਗਤ ਜੀ ਆਪਣੇ ਆਪ ਹੀ ਮਿਲ ਜਾਣਾ। ਹੁਣ ਆਪਾਂ ਦੇਖੋ ਬਰਫਾਂ ਪੈ ਰਹੀਆਂ, ਆਪਾਂ ਪਹਾੜਾਂ 'ਤੇ ਜਾਈਏ, ਠੰਡ ਆਪਣੇ ਆਪ ਹੀ ਆਪਾਂ ਨੂੰ ਮਿਲ ਜਾਣੀ ਆ। ਉਹਦੇ ਵਾਸਤੇ ਆਪਾਂ ਨੂੰ ਕੋਈ ਸਪੈਸ਼ਲ ਕੋਈ ਜਿਹੜਾ ਹੈ ਯਤਨ ਥੋੜ੍ਹਾ ਕਰਨਾ ਪੈਣਾ। ਅੱਗ ਮਚਾਵਾਂਗੇ, ਅੱਗ ਦੇ ਕੋਲ ਬੈਠਾਂਗੇ, ਉਹਦਾ ਸੇਕ ਅਤੇ ਪ੍ਰਕਾਸ਼ ਤਾਂ ਸਾਨੂੰ ਆਟੋਮੈਟਿਕ ਮਿਲ ਜਾਣਾ। ਉਹਦੇ ਪ੍ਰਕਾਸ਼ ਨੂੰ ਅਤੇ ਉਹਦੇ ਸੇਕ ਨੂੰ ਗ੍ਰਹਿਣ ਕਰਨ ਵਾਸਤੇ ਸਾਨੂੰ ਕੋਈ ਯਤਨ ਨਹੀਂ ਕਰਨਾ ਪੈਣਾ, ਸਾਨੂੰ ਤਾਂ ਯਤਨ ਸਿਰਫ ਅੱਗ ਬਾਲਣ ਦਾ ਕਰਨਾ ਪੈਣਾ। ਹੁਣ ਇਹੀ ਮਹਾਰਾਜ ਕਹਿੰਦੇ ਇਹ ਕਰਮ ਕਰਦਾ ਹੋਵੇ ਅਤੇ ਉਹ ਤੋਂ ਨਿਹ ਕਰਮ ਹੋਵੇ, ਭਾਵ ਨਿਰਇਛਿਤ ਹੋਵੇ, ਤੇ ਇਸ ਵੈਸ਼ਨੂ ਕਾ ਨਿਰਮਲ ਧਰਮ। ਇਹੋ ਜਿਹੇ ਵੈਸ਼ਨੂ ਦਾ ਧਰਮ ਵੀ ਨਿਰਮਲ ਹੁੰਦਾ। ਸਾਧ ਸੰਗਤ ਸਾਡੇ ਵਰਗਾ ਦਾ ਧਰਮ ਧੰਦਾ ਹੁੰਦਾ। ਤੁਸੀਂ ਦੇਖਿਓ ਖਾਸ ਕਰਕੇ ਆਪਣਾ ਦੁਕਾਨਾਂ 'ਤੇ ਬੜੀਆਂ ਬੜੀਆਂ ਆਪਣੇ ਇਸ਼ਟ ਦੀਆਂ ਫੋਟੋਆਂ ਲਾਈਆਂ ਹੋਈਆਂ ਨੇ, ਧੂਫਾਂ ਧਖਾਈਆਂ ਹੋਈਆਂ ਨੇ। ਅੱਛਾ, ਉਹ ਤਾਂ ਕਿਤੇ ਗਾਇਤਰੀ ਮੰਤਰ ਦਾ, ਕਿਤੇ ਮੂਲ ਮੰਤਰ ਦਾ, ਕਿਤੇ ਸੁਖਮਨੀ ਸਾਹਿਬ ਦਾ ਪਾਠ ਵੀ ਹੋ ਰਿਹਾ, ਪਰ ਧਰਮ ਨੂੰ ਧੰਦਾ ਬਣਾ ਲਿਆ। ਧਰਮ ਨੂੰ ਧੰਦਾ, ਹਾਲਾਂਕਿ ਧੰਦੇ ਨੂੰ ਧਰਮ ਬਣਾਉਣਾ ਸੀ। ਧੰਦੇ ਨੂੰ ਧਰਮ ਕਿਵੇਂ? ਜਿਹੜਾ ਧੰਦਾ ਅਸੀਂ ਨਾਮ ਸਿਮਰਦਿਆਂ ਕਰਦੇ ਹਾਂ, ਜਿਹੜਾ ਧੰਦਾ ਅਸੀਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਰਦੇ ਹਾਂ, ਜਿਹੜਾ ਧੰਦਾ ਅਸੀਂ ਉਹਦੇ ਭੈ ਦੇ ਵਿੱਚ ਕਰਦੇ ਹਾਂ,
ਜਿਹੜਾ ਧੰਦਾ ਅਸੀਂ ਬਿਨਾਂ ਕਿਸੇ ਲਾਲਚ ਤੋਂ ਕਰਦੇ ਹਾਂ ਉਹ ਧੰਦਾ ਸਾਡਾ ਧਰਮ ਹੈ। ਜਿਹੜਾ ਧਰਮ ਅਸੀਂ ਕਿਸੇ ਲਾਲਚ ਦੇ ਅਧੀਨ ਕਰਦੇ ਹਾਂ, ਕਿਸੇ ਅਸੀਂ ਵਾਸ਼ਨਾ ਦੇ ਅਧੀਨ ਕਰਦੇ ਹਾਂ, ਉਹ ਸਾਡਾ ਕੀਤਾ ਹੋਇਆ ਧਾਰਮਿਕ ਕੰਮ ਵੀ ਧੰਦਾ ਹੈ। ਧਰਮ ਨੂੰ ਧੰਦਾ ਨਹੀਂ ਬਣ ਦੇਣਾ, ਪਰ ਧੰਦੇ ਨੂੰ ਧਰਮ ਜ਼ਰੂਰ ਬਣਾ ਲੈਣਾ। ਸਾਈਕਲ ਤੇ ਆ ਰਹੇ ਹਾਂ, ਸਕੂਟਰ ਤੇ ਆ ਰਹੇ ਹਾਂ, ਕਾਰ ਚਲਾ ਰਹੇ ਹਾਂ, ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਸਾਡੀ ਯਾਤਰਾ ਵੀ ਸਫਲ ਹੋ ਜਾਂਦੀ ਹੈ, ਸਾਡਾ ਆਉਣਾ ਜਾਣਾ ਵੀ ਸਫਲ ਹੋ ਜਾਂਦਾ ਹੈ। ਸਾਧ ਸੰਗਤ ਜੀ, ਕਿੰਨੀਆਂ ਮੁਸ਼ਕਲਾਂ ਤੋਂ, ਕਿੰਨੀਆਂ ਅਸੀਂ ਜਿਹੜਾ ਹੈ ਦੁਰਘਟਨਾਵਾਂ ਤੋਂ ਇਸ ਤਰੀਕੇ ਬਚ ਸਕਦੇ ਹਾਂ। ਹਜ਼ੂਰ ਸਾਹਿਬ ਨੂੰ ਚੱਲਿਆ, ਬਜਾਏ ਕਿ ਨਿੰਦਿਆ ਚੁਗਲੀ ਕਰਨ ਦੇ ਬੈਠੇ ਮੂਲ ਮੰਤਰ ਦੇ ਪਾਠ ਕਰ ਲਏ। ਕੋਈ ਮਤਲਬ ਜੇ ਬੈਠੇ ਹਾਂ ਕੋਈ ਗੱਲਾਂ ਕਰਦੇ ਹਾਂ ਤਾਂ ਗੁਰੂ ਦੀਆਂ ਹੀ ਗੱਲਾਂ ਕਰੀਏ, ਸਾਡੀ ਯਾਤਰਾ ਵੀ ਸਫਲ ਹੋਏਗੀ। ਖਾ ਰਹੇ ਹਾਂ, ਸਾਧ ਸੰਗਤ ਜੀ, ਜੇ ਕਿਤੇ ਵਾਹਿਗੁਰੂ ਕਿਰਪਾ ਕਰ ਦੇਣ, ਆਹ ਵਟਸਐਪ ਤੋਂ, ਫੇਸਬੁੱਕ ਤੋਂ, ਟੀਵੀ ਤੋਂ ਖਹਿੜਾ ਛੁੱਟ ਜੇ ਅਤੇ ਫਿਰ ਆਪਾਂ ਮਤਲਬ ਰੋਟੀ ਖਾਈਏ ਅਤੇ ਅੰਦਰੋਂ ਵਾਹਿਗੁਰੂ ਵਾਹਿਗੁਰੂ ਵੀ ਕਰੀ ਜਾਈਏ ਅਤੇ ਅੰਦਰ ਧਿਆਨ ਹੋਵੇ ਸੱਚੇ ਪਾਤਸ਼ਾਹ ਤੇਰੀ ਕਿੰਨੀ ਕਿਰਪਾ ਹੈ। ਆਹ ਪਨੀਰ, ਆਹ ਮਸ਼ਰੂਮ, ਆਹ ਗੋਭੀ, ਆਹ ਤਰ੍ਹਾਂ ਤਰ੍ਹਾਂ ਦੇ ਪਕਵਾਨ, ਸਾਗ, ਮੱਕੀ ਦੀਆਂ ਰੋਟੀਆਂ, ਬਾਜਰੇ ਦੀਆਂ ਰੋਟੀਆਂ, ਮਹਾਰਾਜ ਕਿੰਨਾ ਕੁਛ ਖਾ ਰਹੇ ਹਾਂ। ਕਿੰਨੇ ਲੋਕ ਨੇ ਸਤਿਗੁਰੂ ਉਹ ਤਰਸ ਰਹੇ ਨੇ, ਤਰਸ ਰਹੇ ਨੇ। ਕੋਈ ਕਿਤੇ ਬੈਠਾ, ਕੋਈ ਕਿਤੇ ਬੈਠਾ। ਆਹ ਪਰਸੋਂ ਕੁ ਚੌਥੇ ਮੈਨੂੰ ਇੱਧਰ ਜਾਣ ਦਾ ਮੌਕਾ ਮਿਲਿਆ, ਸ਼ੇਰਾਂ ਵਾਲੇ ਗੇਟ। ਉਹ ਮੀਂਹ ਪੈ ਰਿਹਾ ਸੀ, ਕਣੀਆਂ ਸੀ, ਮੈਂ ਗੱਡੀ ਸੀ। ਉਹ ਨਾ ਜਿਹੜੀ ਉਹ ਰੇਲਿੰਗ ਬਣੀ ਹੋਈ ਹੈ, ਉਹ ਜਿਹੜਾ ਚੌਂਕ ਹੈ ਆਪਣਾ ਇੱਧਰ ਬਿਜਲੀ ਬੋਰਡ ਵਾਲੇ ਪਾਸੇ, ਉੱਥੇ ਉਹਨਾਂ ਨੇ ਕਾਲੀਆਂ ਤਰਪਾਲਾਂ ਪਾਈਆਂ ਹੋਈਆਂ। ਭੂਰ ਜੀ ਪੈ ਰਹੀ, ਔਰ ਉਹਨਾਂ ਨੇ ਉਹ ਭੂਰ ਦੇ ਵਿੱਚ ਹੀ ਅੱਗ ਮਚਾਈ ਹੋਈ। ਅਤੇ ਉਹ ਬੇਟੀ ਸੀ ਮੇਰੇ ਨਾਲ, ਐਡਾ ਕੁ ਜਵਾਕ, ਉਹ ਮੇਰਾ ਖਿਆਲ ਸ਼ਾਇਦ ਨਵਾਉਣਾ ਹੋਣਾ ਜਾਂ ਉਹਦੇ ਕੱਪੜੇ ਗੰਦੇ ਹੋਣਗੇ। ਉਹਦੀ ਮਾਂ ਐਂ ਕੱਪੜੇ ਲਾਹ ਰਹੀ ਆ ਉਹਦੇ ਫਟਾਫਟ, ਜਿਵੇਂ ਆਪਾਂ ਗੋਭੀ ਛਿਲਦੇ ਹੁੰਦੇ ਹਾਂ ਨਾ, ਗਾਜਰਾਂ ਛਿਲਦੇ ਹਾਂ, ਐਂ ਕੱਪੜੇ ਲਾਹ ਰਹੀ ਆ ਉਹਦੇ। ਮੈਂ ਬੇਟੇ ਨੂੰ ਆਖਿਆ, ਮਹਾ ਬੇਟਾ ਦੇਖ, ਹੈ ਨਾ, ਆਹ ਹੈ ਜ਼ਿੰਦਗੀ। ਹੁਣ ਇਹ ਜਿਹੜੀ ਇਹਨਾਂ ਨੇ ਝੂੰਪੜੀ ਪਾਈ ਹੋਈ ਹੈ ਨਾ, ਉਹ 'ਚ ਬੈਠ ਸਕਦੇ ਨੇ, ਸਿਰਫ ਪੈਣਗੇ ਜਦੋਂ ਰਾਤ ਨੂੰ ਪੈਣਾ ਹੋਇਆ ਉਹਦੇ 'ਚ ਵੜਨਗੇ। ਹੁਣ ਇਹ ਅੱਗ ਦੇ ਸਹਾਰੇ ਬੈਠੇ ਨੇ। ਹੁਣ ਰੋਟੀ ਇਹਨਾਂ ਦੀ ਪਤਾ ਨਹੀਂ ਕਿੱਥੇ ਰਸੋਈ ਹੋਣੀ, ਕਿੱਥੋਂ ਰੋਟੀ ਇਹਨਾਂ ਨੂੰ ਮਿਲੂਗੀ, ਕੀ ਲਿਆਉਣਗੇ, ਕੀ ਕਰਨਗੇ। ਆਪਾਂ ਨੂੰ ਪੱਕੇ ਮਹਿਲ ਦਿੱਤੇ ਨੇ, ਨਿੱਘੇ ਕੰਬਲ ਦਿੱਤੇ ਨੇ, ਫਿਰ ਆਹ ਦੇਖੋ ਬਲੋਅਰ, ਹੀਟਰ, ਹੈ ਨਾ, ਆਪਾਂ ਨੂੰ ਉਹਨੇ ਦਿੱਤੇ ਨੇ। ਉਹਦੀਆਂ ਦਾਤਾਂ ਮਾਣਦੇ ਹੋਇਆਂ ਜਦੋਂ ਉਹਦਾ ਸ਼ੁਕਰਾਨਾ ਕਰਦੇ ਹਾਂ। ਸਾਧ ਸੰਗਤ ਜੀ, ਇਹ ਹੋ ਗਿਆ ਸਾਡਾ ਜਿਹੜਾ ਹੈ ਨਿਰਮਲ ਧਰਮ। ਨਿਰਮਲ ਧਰਮ, ਫਿਰ ਧਰਮ ਦੇ ਜਿਹੜਾ ਹੈ ਕਾਹੂ ਫਲ ਕੀ ਇੱਛਾ ਨਹੀਂ ਬਾਂਛਾ। ਕੋਈ ਵੀ ਕਰਮ ਕਰੇ ਹੋ, ਕਿਸੇ ਫਲ ਦੀ ਇੱਛਾ ਨਾ ਰੱਖੇ ਮਨ ਦੇ ਵਿੱਚ ਕਿ ਮੈਂ ਆਹ ਕੰਮ ਕਰੂੰਗਾ ਮੈਨੂੰ ਆਹ ਮਿਲੂਗਾ, ਮੈਂ ਆਹ ਕੰਮ ਕਰੂੰਗਾ ਮੈਨੂੰ ਆਹ ਮਿਲੂਗਾ। ਇਹ ਨਹੀਂ ਵੀ ਦਾਤਾ ਤੂੰ ਕਰਵਾ ਰਹੇ ਹੈ, ਬਸ ਤੇਰਾ ਸ਼ੁਕਰ ਹੈ। ਅੰਮ੍ਰਿਤ ਵੇਲੇ ਜਾਗ ਆ ਗਈ, ਉੱਦਾਂ ਮੇਰੇ ਵਰਗੇ ਨੇ ਪੜ੍ਹ ਲਿਆ ਕਿ ਜੀ ਜੇ ਇੰਨੇ ਵਜੇ ਉੱਠੋ ਤਾਂ ਮਤਲਬ ਇੰਨੇ ਉੱਠਣ ਦਾ ਆਹ ਮਹਾਤਮ ਮਿਲੂਗਾ, ਜੇ ਨਹਾਵਾਂਗੇ ਤਾਂ ਸਵਾ ਮਣ ਸੋਨਾ ਦਾਨ ਦਾ ਫਲ ਮਿਲੂਗਾ। ਇਹ ਉਹਦੇ ਮਹਾਤਮਾ ਤੋਂ, ਉਹਦੇ ਫਲਾਂ ਤੋਂ ਉੱਪਰ ਉੱਠ ਕੇ ਦਾਤਾ ਤੇਰਾ ਸ਼ੁਕਰ ਹੈ, ਅੱਜ ਤੂੰ ਮੈਨੂੰ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਣੇ। ਜੇ ਕਿਤੇ ਪਹਿਲਾਂ ਜਾਗ ਆ ਗਈ, ਮੇਰੇ ਗਰੀਬ ਨਵਾਜ਼ ਅੱਜ ਕਿੰਨੇ ਤਰੁੱਠੇ ਹੋ ਤੁਸੀਂ, ਮੈਨੂੰ ਭਿੰਨੀ ਰਹਿਣ ਦੇ ਵੀ ਜਾਗਣੇ ਬਖਸ਼ਦੇ। ਅੱਜ ਤੂੰ ਮੈਨੂੰ ਭਿੰਨੀ ਰਹਿਣ ਦੇ ਜਾਗਣੇ ਬਖਸ਼ਦੇ। ਸਤਿਗੁਰੂ ਅੱਜ ਤੂੰ ਮੈਨੂੰ ਸੰਤਾਂ ਮਹਾਂਪੁਰਸ਼ਾਂ ਵਾਲਾ ਭੋਜਨ ਛਕਾ ਰਿਹਾ, ਤੇਰੀ ਕਿੰਨੀ ਕਿਰਪਾ ਮੇਰੇ ਦਾਤਿਆ। ਫਿਰ ਉੱਠੇ ਆ, ਉੱਠ ਕੇ ਸ਼ੁਕਰ ਆ ਦਾਤਾ, ਬਿਲਕੁਲ ਠੀਕ ਉੱਠਿਆ। ਕਿੰਨੇ ਬੰਦੇ ਨੇ ਜਿਨ੍ਹਾਂ ਨੂੰ ਰਾਤ ਨੂੰ ਹਾਰਟ ਅਟੈਕ ਹੋ ਗਿਆ, ਕਿੰਨੇ ਬੰਦੇ ਨੇ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਵਿਛੜ ਗਏ, ਕਿੰਨੇ ਬੰਦੇ ਨੇ ਜਿਹੜੇ ਰਾਤ ਵਿਚਾਰੇ ਸੁੱਤੇ ਨਹੀਂ ਹੈਗੇ, ਪਰੇਸ਼ਾਨੀ 'ਚ ਪਾਸੇ ਮਾਰਦਿਆਂ ਰਾਤ ਲੰਘਾਈ ਆ। ਕਿੰਨੇ ਬੰਦੇ ਨੇ ਸਾਲ ਜਿਨ੍ਹਾਂ ਨੂੰ ਕੋਈ ਭੈੜੀ ਖਬਰ ਆ ਗਈ, ਹੈ ਨਾ, ਦਾਤੇ ਤੇਰੀ ਕਿੰਨੀ ਕਿਰਪਾ। ਕਿੰਨੇ ਬੰਦੇ ਨੇ ਜਿਨ੍ਹਾਂ ਦੇ ਘਰਾਂ 'ਚ ਚੋਰ ਵੜ ਗਏ, ਕਿੰਨੇ ਬੰਦੇ ਨੇ ਜਿਨ੍ਹਾਂ ਦੇ ਘਰ 'ਚ ਹੋਰ ਭੈੜੇ ਬੰਦੇ ਵੜ ਗਏ। ਤੇਰੀ ਕਿੰਨੀ ਕਿਰਪਾ ਮੇਰੇ ਦਾਤਿਆ ਤੇਰੀ। ਮੈਂ ਪਰਿਵਾਰ 'ਚ ਪਿਆ, ਆਪਣੇ ਪਰਿਵਾਰ ਦਾ ਸੁੱਖ ਮਾਣ ਰਿਹਾ, ਇਹ ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਆਨੰਦ ਮਾਣ ਰਿਹਾ। ਦਾਤਾ ਤੂੰ ਇੰਨਾ ਤਰੁੱਠਿਆ, ਮੈਨੂੰ ਭਿੰਨੀ ਰਹਿਣ ਦੇ ਜਾਗਣੇ ਬਖਸ਼ਦੇ। ਫਿਰ ਫਲਸ਼ ਜਾਂਦੇ, ਫਿਰ ਉੱਥੇ ਸ਼ੁਕਰਾਨਾ ਕਰਕੇ ਦਾਤਿਆ ਤੇਰੀ ਕਿੰਨੀ ਕਿਰਪਾ। ਜਿਨ੍ਹਾਂ ਨੂੰ ਬਵਾਸੀਰ ਹੈ, ਜਿਨ੍ਹਾਂ ਨੂੰ ਬੰਨ ਪਿਆ ਹੋਇਆ, ਜਿਨ੍ਹਾਂ ਨੂੰ ਕਬਜ਼ ਦੀ ਸ਼ਿਕਾਇਤ ਹੈ, ਦਾਤਿਆ ਉਹਨਾਂ ਦਾ ਕਿੰਨਾ ਬੁਰਾ ਹਾਲ ਹੈ। ਤੂੰ ਕਿੰਨੀ ਕਿਰਪਾ ਕੀਤੀ ਹੈ, ਮੇਰਾ ਪੇਟ ਸਾਫ਼ ਹੋਇਆ। ਜਿਵੇਂ ਤੂੰ ਮੇਰੇ ਪੇਟ 'ਤੇ ਕਿਰਪਾ ਕੀਤੀ ਹੈ ਸਤਿਗੁਰੂ, ਕਿਰਪਾ ਕਰ ਮੇਰੇ ਮਨ 'ਤੇ, ਮੇਰੀ ਮੱਤ 'ਤੇ, ਮੇਰੀ ਬੁੱਧ 'ਤੇ, ਮੇਰੀ ਅਕਲ 'ਤੇ, ਮੇਰੇ ਸਮੁੱਚੇ ਅੰਤਰਸ਼ਕਰਨ 'ਤੇ ਕਿਰਪਾ ਕਰ, ਇਹਨੂੰ ਵੀ ਸਾਫ਼ ਕਰ ਦੇ। ਇਹ ਮੈਲ ਵੀ ਤੇਰੀ ਕਿਰਪਾ ਤੋਂ ਬਗੈਰ ਦੂਰ ਨਹੀਂ ਹੋਈ, ਔਰ ਇਹ ਮੈਲ ਵੀ ਤੇਰੀ ਕਿਰਪਾ ਤੋਂ ਬਗੈਰ ਦੂਰ ਨਹੀਂ ਹੋਣ ਲੱਗੀ। ਫਿਰ ਬਰਸ਼ ਕਰੀਏ, ਉਦੋਂ ਵੀ ਬੇਨਤੀ ਕਰੀਏ ਸਤਿਗੁਰੂ ਦੇ ਚਰਨਾਂ, ਸਤਿਗੁਰੂ ਜਿੱਥੇ ਸੂਖਮ ਮੈਲ ਦੂਰ ਕਰਨੀ ਹੈ, ਉੱਥੇ ਸੂਖਮ ਮੈਲ ਨਿੰਦਿਆ ਦੀ, ਚੁਗਲੀ ਦੀ, ਕੂੜ ਦੀ, ਕੁਸੱਤ ਦੀ, ਕੌੜੇ ਬੋਲਾਂ ਦੀ, ਰੁੱਖੇ ਬੋਲਾਂ ਦੀ, ਇਹ ਸਾਰੀ ਮੈਲ ਦੂਰ ਕਰ। ਸਾਰੀਆਂ ਮੈਲਾਂ ਦੂਰ ਕਰਕੇ ਦਾਤਿਆ ਮੇਰੇ ਮੂੰਹ ਨੂੰ ਇੰਨਾ ਕੁ ਪਵਿੱਤਰ ਜ਼ਰੂਰ ਕਰ ਦੇ ਕਿ ਤੇਰੀ ਸਿਫਤ ਸਲਾਹ ਇਹਦੇ ਵਿੱਚ ਟਿਕ ਜਾਵੇ, ਸੱਚ ਟਿਕ ਜਾਵੇ, ਤੇਰਾ ਬਾਸਾ ਮੇਰੀ ਰਸਨਾ 'ਤੇ ਹੋ ਜਾਵੇ, ਇੰਨੀ ਕੁ ਸੁਚਮਤਾ ਇਹਨੂੰ ਦੇ ਦੇ। ਇਸ਼ਨਾਨ ਕਰੀਏ ਫਿਰ ਮਹਾਰਾਜ ਦਾ ਕਿ ਆਪਣਾ ਜਿਹੜਾ ਹੈ ਕਰ ਇਸ਼ਨਾਨ
ਸਿਮਰ ਪ੍ਰਭ ਆਪਣਾ ਦਾ ਜਾਪ ਕਰਦਿਆਂ ਦਾਤਿਆ ਕਿਰਪਾ ਕਰ। ਕੱਲਾ ਬਾਹਰੀ ਇਸ਼ਨਾਨ ਤੱਕ ਸੀਮਤ ਨਾ ਰਹਿ ਜਾ ਸਾਰੀ ਉਮਰ। ਬਚਪਨ ਇਹ ਇਸ਼ਨਾਨ ਕਰਦਿਆਂ ਟੱਪ ਗਿਆ, ਜਵਾਨੀ ਇਹ ਇਸ਼ਨਾਨ ਕਰਦਿਆਂ ਟੱਪ ਗਈ। ਦਾਤਿਆ ਹੁਣ ਇਹ ਜ਼ਿੰਦਗੀ ਦੀ ਫਾਈਨਲ ਟੱਚ ਹੈ, ਆਖਰੀ ਅੰਤਮ ਛੋਹਾਂ 'ਤੇ ਹੈ ਜ਼ਿੰਦਗੀ। ਦਾਤਿਆ ਕਿਰਪਾ ਕਰ, ਇਹਨੂੰ ਅੰਦਰੋਂ ਵੀ ਇਸ਼ਨਾਨ ਕਰਵਾ ਦੇ, ਇਹ ਅੰਦਰੋਂ ਵੀ ਸੁੱਚੀ ਹੋ ਜੇ। ਇਹ ਉਹਦਾ ਸ਼ੁਕਰਾਨਾ ਕਰਦੇ ਆ। ਇਹ ਹੈ ਸਾਧ ਸੰਗਤ ਜੀ ਉਸ ਦਾ ਜਿਹੜਾ ਹੈ ਮਤਲਬ ਉਹ ਤੇ ਆਪਣਾ ਉਹ ਇੱਛਾ ਤੋਂ ਉਹ ਮੁਕਤ ਹੋਣਾ। ਕੇਵਲ ਭਗਤ ਕੀਰਤਨ ਸੰਗ ਰਚਿਆ, ਕੇਵਲ ਤੇ ਕੇਵਲ ਉਹਦੀ ਭਗਤੀ ਉਹਦੀ ਸਿਫਤ ਸਲਾਹ ਦੇ ਨਾਲੇ ਰਚਿਆ ਹੋਵੇ। ਇਹ ਨਹੀਂ ਕਿ ਜੀ ਮੈਂ ਕਥਾ ਕਰਨੀ ਮੈਨੂੰ ਇੰਨੇ ਪੈਸੇ ਮਿਲਣਗੇ, ਮੈਂ ਕੀਰਤਨ ਕਰਨਾ ਮੈਨੂੰ ਇੰਨੇ ਪੈਸੇ ਮਿਲਣਗੇ, ਮੈਂ ਰੌਲ ਲਾਉਣ ਚੱਲਿਆ ਮੈਨੂੰ ਇੰਨੇ ਪੈਸੇ ਮਿਲਣਗੇ। ਉਹ ਨਹੀਂ, ਕੇਵਲ ਤੇ ਕੇਵਲ ਉਹਦੇ ਨਾਲ ਰੰਗਿਆ ਹੋਵੇ। ਗਰੀਬ ਨਵਾਜ ਜੀ ਕਹਿੰਦੇ ਮਨ ਤਨ ਅੰਤਰ ਸਿਮਰਨ ਗੋਪਾਲ। ਉਹਦੇ ਮਨ ਅਤੇ ਤਨ ਦੇ ਅੰਦਰ ਪਰਮਾਤਮਾ ਦਾ ਸਿਮਰਨ ਚੱਲਦਾ ਹੋਵੇ। ਸਿਮਰਨ ਦਾ ਮਤਲਬ ਯਾਦ, ਸਿਮਰਨ ਦਾ ਮਤਲਬ ਯਾਦ। ਚਾਹੇ ਅਸੀਂ ਮੂੰਹ ਨਾਲ ਵਾਹਿਗੁਰੂ ਵਾਹਿਗੁਰੂ ਕਰਕੇ, ਚਾਹੇ ਅਸਾਂ ਉੱਦਾਂ ਦੇਖ ਕੇ ਵਾਹਿਗੁਰੂ। ਆਪਾਂ ਕਈ ਵਾਰੀ ਬੋਲਦੇ ਨਹੀਂ ਹੁੰਦੇ, ਆਪਾਂ ਦੇਖਦੇ ਹਾਂ ਦਾਤਿਆ ਇਹ ਦੇਖ ਯਾਰ, ਇਹ ਵੀ ਤਾਂ ਵਿਚਾਰਾ ਬੰਦਾ ਹੈ, ਮੈਥੋਂ ਕੱਦਾਵਰ ਵੀ ਹੈ, ਮੈਥੋਂ ਸੋਹਣਾ ਸੁਨੱਖਾ ਵੀ ਹੈ, ਪਰ ਇਹਦਾ ਵਿਚਾਰੇ ਦਾ ਦਿਮਾਗ ਠੀਕ ਨਹੀਂ ਹੈਗਾ, ਕਮਲੇ ਵਾਂਗੂ ਫਿਰਦਾ, ਮੈਲਾ ਕਚੈਲਾ ਫਿਰਦਾ। ਦਾਤਿਆ ਇਹ ਬੰਦਾ ਮੈਥੋਂ ਸੋਹਣੀ ਪੱਗ ਬੰਨੀ, ਮੈਥੋਂ ਵਧੀਆ ਬ੍ਰਾਂਡਡ ਕੱਪੜੇ ਪਾਏ ਨੇ, ਪਰ ਇਹ ਸ਼ਰਾਬ ਦੇ ਵਿੱਚ ਧੁੱਤ ਜਾ ਰਿਹਾ। ਕਿਸੇ ਨੂੰ ਦੇਖੀਏ ਦਾਤਿਆ ਇਹ ਬੰਦਾ ਇਹ ਤਾਸ਼ ਖੇਡ ਰਿਹਾ, ਜੂਆ ਖੇਡ ਰਿਹਾ, ਤੇਰੀ ਕਿੰਨੀ ਕਿਰਪਾ ਮੇਰੇ ਦਾਤਿਆ। ਨਾ ਉਹਦੇ ਸਿਮਰਨ ਦੇ ਵਿੱਚ ਹੀ ਕਈ ਵਾਰੀ ਅਸੀਂ ਜਪਦੇ ਨਹੀਂ ਹੁੰਦੇ, ਬਸ ਇਹ ਅੰਦਰੋਂ ਹੀ ਮਤਲਬ ਹੁੰਦਾ ਉਹਦੀ ਕਿਰਪਾ ਨਾਲ। ਸਾਧ ਸੰਗਤ ਜੀ ਜਾਣ ਬੁੱਝ ਕੇ ਨਹੀਂ ਆਪਾਂ ਕਰ ਸਕਦੇ, ਪਰ ਹਾਂ ਜਦੋਂ ਤੋਂ ਮੰਗਦੇ ਹਾਂ ਫਿਰ ਕਈ ਉਹ ਜ਼ਰੂਰ ਦੇ ਦਿੰਦਾ। ਸਭ ਉੱਪਰ ਹੋਵੇ ਤੇ ਕਿਰਪਾਲ। ਇਹੋ ਜਿਹਾ ਵੈਸ਼ਨੂੰ ਇਹ ਮੂੰਹ ਦੇਖ ਕੇ ਟਿੱਕੇ ਨਹੀਂ ਕੱਢਦਾ ਕਿ ਜੀ ਇਹ ਮੇਰਾ ਆਪਣਾ, ਉਹਦੇ ਸਿਰ ਤੇ ਦੋਏ ਹੱਥ ਰੱਖਤੇ, ਇਹ ਦੂਜਾ ਬੰਦਾ ਉਹਦੇ ਵੱਲ ਝਾਕਿਆ ਵੀ ਨਹੀਂ। ਕਈ ਦੇਖਿਆ ਮਹਾਂਪੁਰਖਾਂ ਦੇ ਪੈਰੀਂ ਹੱਥ ਲਾਉਣ ਦਾ ਸੁਭਾਗ ਮਿਲਦਾ, ਕਈ ਸਿਰ ਤੇ ਹੱਥ ਨਹੀਂ ਰੱਖਦੇ, ਉਹ ਦੂਸਰੇ ਪਾਸੇ ਹੁੰਦਾ। ਉਹ ਇਹ ਕਿਹੜਾ ਮੈਨੂੰ ਜਾਣਦਾ, ਇਹ ਤਾਂ ਸਤਸੰਗ ਭਾਵਨ ਦਾ ਬੰਦਾ ਹੈ, ਇਹ ਕਿਹੜਾ ਮੇਰਾ ਬੰਦਾ। ਕਈ ਨਹੀਂ ਰੱਖਦੇ ਕਈਆਂ ਦਾ ਮੈਂ ਦੇਖਿਆ ਉਹਨਾਂ ਕੋਲ ਕੋਈ ਗਰੀਬ ਆਵੇ, ਕੋਈ ਅਮੀਰ ਆਵੇ, ਕੋਈ ਹੋਰ ਆਵੇ, ਹਜ਼ੂਰ ਸਾਹਿਬ ਕਈ ਵਾਰੀ ਜਾਣ ਦਾ ਸੁਭਾਗ ਮਿਲਦਾ, ਉੱਥੇ ਕਾਲੇ ਚੋਲੇ ਵਾਲੇ ਬਾਬੇ ਨੇ, ਕਈ ਵਾਰੀ ਹੋਰ ਨੇ। ਜਦੋਂ ਉਹਨਾਂ ਦੇ ਜਾਈਦਾ ਅਤੇ ਸਾਧ ਸੰਗਤ ਜੀ ਕਈ ਵਾਰੀ ਇੰਨੀਆਂ ਕੁ ਅਸੀਸਾਂ, ਇੰਨੀ ਕੁ ਕਿਰਪਾ ਨਾਲ ਉਹ ਮਤਲਬ ਬੰਦੇ ਨੂੰ ਲੱਦ ਕੇ ਭੇਜਦੇ ਨੇ ਨਾ, ਬੰਦੇ ਦੇ ਕਿੰਨੇ ਦਿਨ ਧਰਤੀ ਦੇ ਪੈਰੇ ਨਹੀਂ ਲੱਗਦੇ, ਕਿੰਨੇ ਦਿਨ ਧਰਤੀ ਦੇ ਪੈਰੇ ਨਹੀਂ ਲੱਗਦੇ ਹੈਗੇ। ਬਾਬਾ ਬਲਿੰਦਰ ਸਿੰਘ ਵਰਗਿਆਂ ਕੋਲ ਕਦੇ ਕਈ ਵਾਰੀ ਨੇੜੇ ਲੱਗੀਦਾ, ਉਹ ਪਛਾਣ ਲੈਂਦੇ ਨੇ, ਜਾਣ ਲੈਂਦੇ ਨੇ, ਹੈ ਨਾ। ਹੋਰ ਭਾਈ ਕੀ ਹਾਲ ਹੈ ਨਾ, ਫਲਾਣਾ ਧਮਕਾ ਬੜੇ ਦੇਰ ਬਾਅਦ ਆਏ ਹੋ, ਹੈ ਨਾ। ਅਤੇ ਚਲੋ ਖੈਰ ਇਹ ਕਈਆਂ ਦਾ ਤਾਂ ਮੈਂ ਦੇਖਿਆ, ਕਈ ਤਾਂ ਐਸੇ ਮਿੱਠੇ ਜਲ ਦੇ ਸੋਮੇ ਹੁੰਦੇ ਨੇ, ਕੋਈ ਵੀ ਜਾਵੇ ਸਭ ਦੀ ਪਿਆਸ ਬੁਝਾ ਦਿੰਦੇ ਨੇ। ਕਈ ਉਹ ਬਸ ਮੂੰਹ ਦੇਖ ਕੇ ਟਿੱਕਾ ਕੱਢਦੇ ਨੇ, ਨਹੀਂ ਜੀ ਇਹ ਤਾਂ ਸਾਡੀ ਸੰਗਤ ਦੀ ਬੀਬੀ ਹੈ, ਸਾਡੇ ਸੰਗਤ ਦਾ ਭਾਈ ਹੈ, ਫਿਰ ਉਹਨੂੰ ਅਸ਼ੀਰਵਾਦ ਦੇਣਾ, ਜਿਹੜਾ ਮੇਰੇ ਵਰਗਾ ਦੂਜਾ ਉਹਨੂੰ ਲੰਘਾ ਦੇਣਾ। ਹੈ ਨਹੀਂ, ਉਹ ਕਹਿੰਦੇ ਸਾਰਿਆਂ ਦੇ ਉੱਤੇ ਕਿਰਪਾਲੂ ਹੋਵੇ, ਆਪ ਦ੍ਰਿੜ੍ਹ ਅਵਰੈ ਨਾਮ ਜਪਾਵੈ। ਸਾਧ ਸੰਗਤ ਜੀ ਇਕੱਲਾ ਇਹ ਨਹੀਂ ਕਿ ਦੂਜਿਆਂ ਨੂੰ ਨਾਮ ਜਪਾਈ ਜਾਵੇ, ਪਹਿਲਾਂ ਆਪਦੇ ਅੰਦਰ ਦ੍ਰਿੜ ਕਰੇ ਪਰਮਾਤਮਾ ਦੇ ਨਾਮ ਨੂੰ, ਆਪ ਜਪੇ, ਆਪ ਬੰਦਗੀ ਕਰੇ। ਜਿਵੇਂ ਆਪਾਂ ਉਹ ਗੁੜ ਅਤੇ ਉਹ ਸਾਧ ਵਾਲੀ ਕਥਾ ਸੁਣਦੇ ਹਾਂ ਕਿ ਜੋ ਗੁੜ ਖਾਂਦਾ ਸੀ ਮੁੰਡਾ, ਮਾਂ ਲੈ ਕੇ ਗਈ ਸੀ, ਉਹ ਕਹਿੰਦੇ ਕਾਕਾ ਤੂੰ ਗੁੜ ਨਾ ਖਾ, ਤੂੰ ਕਹਿੰਦੇ ਪਰਸੋਂ ਚੌਥੇ ਨੂੰ ਆਈ। ਉਹ ਫੇਰ ਗਏ, ਕਹਿੰਦੇ ਕਾਕਾ ਗੁੜ ਨਾ ਖਾਇਆ ਕਰ। ਕਹਿੰਦੇ ਬਾਬਾ ਜੀ ਇਹ ਗੱਲ ਤੁਸੀਂ ਉਦੋਂ ਹੀ ਕਹਿੰਦੇ, ਕਹਿੰਦੇ ਨਹੀਂ ਬੇਟਾ ਇਹ ਗੱਲ ਮੈਂ ਉਹਦੇ ਤਾਂ ਨਹੀਂ ਕਹੀ ਕਿਉਂਕਿ ਉਦੋਂ ਗੁੜ ਮੈਂ ਆਪ ਖਾਂਦਾ ਸੀ, ਪਹਿਲਾਂ ਮੈਂ ਆਪ ਛੱਡਿਆ ਮੈਂ ਗੁੜ। ਅਤੇ ਮਹਾਰਾਜ ਜੀ ਕਹਿੰਦੇ ਉਹ ਦੂਜਿਆਂ ਨੂੰ ਵੀ ਫਿਰ ਜਪਾਵੇ ਅਤੇ ਪਹਿਲਾਂ ਆਪਣੇ ਅੰਦਰ ਦ੍ਰਿੜ ਕਰੇ। ਨਾਨਕ ਉਹ ਵੈਸ਼ਨੂੰ ਪਰਮਗਤ ਪਾਵੈ। ਹੈ ਨਾਨਕ ਇਹੋ ਜਿਹਾ ਵੈਸ਼ਨੂੰ ਫਿਰ ਪਰਮਗਤੀ ਨੂੰ ਪ੍ਰਾਪਤ ਹੁੰਦਾ, ਭਾਵ ਪਰਮਾਤਮਾ ਦੀ ਗੋਦ ਦਾ ਆਨੰਦ ਮਾਣਦਾ। ਸਾਧ ਸੰਗਤ ਜੀ ਇਕੱਲਾ ਇਹ ਮਤਲਬ ਬਾਹਰੀ ਪਹਿਰਾਵੇ ਨਹੀਂ। ਹੁਣ ਦੇਖਣ ਨੂੰ ਤਾਂ ਆਪਾਂ ਨੇ ਦਸਤਾਰੇ ਸਜਾਏ ਨੇ, ਕਿਰਪਾਨਾਂ ਪਾਈਆਂ ਨੇ, ਗੋਡਾਂ ਤੱਕ ਦੇ ਕਛਹਿਰੇ ਪਾਏ ਨੇ, ਹੈ ਨਾ। ਉੱਦਾਂ ਨਿਤਨੇਮ ਵੀ ਕਰਦੇ ਹਾਂ, ਗੁਰਦੁਆਰਾ ਸਾਹਿਬ ਵੀ ਜਾਂਦੇ ਹਾਂ, ਪਰ ਸਾਡੀ ਜ਼ਿੰਦਗੀ ਇਹਦੇ ਮੁਤਾਬਕ ਹੈ, ਸਾਡੇ ਪਹਿਰਾਵੇ ਮੁਤਾਬਕ। ਸਾਡਾ ਪਹਿਰਾਵਾ ਕੀ ਹੈ? ਸਾਡਾ ਪਹਿਰਾਵਾ ਹੈਗਾ ਇੱਕ ਸਾਈਨ ਬੋਰਡ, ਜਿਵੇਂ ਦੁਕਾਨਾਂ ਦੇ ਉੱਤੇ ਲੱਗਿਆ ਹੁੰਦਾ ਨਾ ਜੀ, ਇਹ ਫਲਾਣਾ ਸਟੂਡੀਓ ਹੈ ਜੀ, ਇਹ ਫਲਾਣਾ ਸਵੀਟ ਹਾਊਸ ਹੈ ਜੀ, ਇਹ ਕਰਿਆਨੇ ਦੀ ਦੁਕਾਨ ਹੈ ਜੀ, ਇਹ ਕੱਪੜੇ ਦੀ ਦੁਕਾਨ ਹੈ ਜੀ। ਹੁਣ ਬਾਹਰ ਲਿਖਿਆ ਹੋਵੇ ਕਿ ਇੱਥੇ ਸ਼ੁੱਧ ਰੇਸ਼ਮ ਮਿਲਦਾ, ਅੰਦਰ ਖੱਦਰ ਵੀ ਨਾ ਮਿਲੇ, ਫਿਰ ਤਾਂ ਗੜਬੜ ਹੋ ਜੂਗੀ ਨਾ। ਹੁਣ ਅਸੀਂ ਜਿਹੜਾ ਸਾਡਾ ਪਹਿਰਾਵਾ ਹੈ, ਦਾੜੇ ਪ੍ਰਕਾਸ਼ ਨੇ, ਇਹਦਾ ਮਤਲਬ ਅਸੀਂ ਸਾਈਨ ਬੋਰਡ ਲੈ ਕੇ ਯਹਾਂ ਪਰ ਗੁਰਮਤਿ ਕੀ ਸ਼ੁੱਧ ਵਿਚਾਰੇ ਮਿਲਤੀ ਹੈ, ਅਤੇ ਅੰਦਰ ਕਾਮ ਹੋਵੇ, ਕ੍ਰੋਧ ਹੋਵੇ, ਭੁੱਕੀ ਖਾਂਦਾ ਹੋਵਾਂ, ਫੀਮ ਖਾਂਦਾ ਹੋਵਾਂ, ਦਾਰੂ ਪੀਂਦਾ ਹੋਵਾਂ, ਇਹੋ ਜਿਹੇ ਸਵੇਰ ਸਾਈਨ ਬੋਰਡ ਲਾ ਕੇ ਤਾਂ ਫਿਰ ਜੁੱਤੀਆਂ ਹੀ ਖਾਵਾਂਗੇ ਨਾ, ਅਤੇ ਜੁੱਤੀਆਂ ਖਾਣ ਦਾ ਕੰਮ ਹੋਊਗਾ। ਹੁਣ ਗਰੀਬ ਨਵਾਜ਼ ਅੱਗੇ ਫਰਮਾ ਰਹੇ ਨੇ,
ਸੋ ਪੰਡਿਤ। ਇੱਕ ਧਿਆਨ ਰੱਖਣਾ ਇਹਨੂੰ, ਆਪਾਂ ਪੰਡਿਤ ਪੜ੍ਹਦੇ ਹਾਂ, ਪੰਡਿਤ ਨਹੀਂ ਹੈਗਾ, ਡੱਡੇ ਨੂੰ ਸਿਰ ਗਿਆ ਪੰਡਿਤ। ਜਿਵੇਂ ਆਪਾਂ ਪੜ੍ਹਦੇ ਨਾ ਸਵਈਏ, ਉਹਦੇ ਵਿੱਚ ਲਿਖਿਆ ਹੋਇਆ ਜਪਿਓ ਜਨ ਗੁਰ ਅਰਜੁਨ ਦੇਵ ਗੁਰੂ, ਜੱਜੇ ਨੂੰ ਔਂਕੜ ਲੱਗਿਆ ਗੁਰ ਅਰਜੁਨ, ਅਸੀਂ ਉਹਨੂੰ ਅਰਜਨ ਪੜ੍ਹਦੇ ਹਾਂ। ਹੁਣ ਧਿਆਨ ਰੱਖਣਾ ਹੈ, ਮੈਨੂੰ ਵੀ ਅਸੀਸ ਦੇਣੀ ਹੈ, ਇਹਨੂੰ ਕੀ ਪੜ੍ਹਨਾ ਆਪਾਂ ਨੇ? ਪੰਡਿਤ ਨਹੀਂ ਪੜ੍ਹਨਾ, ਕੀ ਪੜ੍ਹਨਾ? ਪੰਡਿਤ। ਪੰਡਿਤ ਦਾ ਮਤਲਬ ਵਿਦਵਾਨ, ਪੜ੍ਹਿਆ ਲਿਖਿਆ। ਹਾਂਜੀ, ਭਗਉਤੀ ਸਾਹ, ਹਾਂ ਸੌਰੀ, ਅੱਛਾ ਭਗਉਤੀ ਰਹਿ ਗਿਆ। ਹਾਂਜੀ, ਭਗਉਤੀ ਦਾ ਮਤਲਬ ਹੁੰਦਾ ਹੈ ਜੀ ਉਹ ਪਰਮਾਤਮਾ ਦੀ ਉਹ ਸ਼ਕਤੀ ਜਿਹਨੂੰ ਦੋ ਦੇ ਉੱਤੇ ਵੰਡਿਆ ਨਾ ਜਾ ਸਕੇ। ਭਗਉਤੀ, ਹਾਂ ਇਹ ਰਹਿ ਗਿਆ ਜੀ। ਆਪਾਂ ਹੁਣ ਭਗਉਤੀ, ਭਗਉਤੀ ਭਾਵ ਭਗਵੰਤ ਨੂੰ, ਪਰਮਾਤਮਾ ਨੂੰ ਮੰਨਣ ਵਾਲਾ। ਭਗਉਤੀ ਆਪਣੇ ਸਿੱਖ ਧਰਮ ਦੇ ਵਿੱਚ ਆਪਾਂ ਕਿਰਪਾਨ ਨੂੰ ਵੀ ਕਹਿੰਦੇ ਹਾਂ, ਇਹ ਹਿੰਦੂ ਧਰਮ ਦੇ ਵਿੱਚ ਦੇਵੀ ਨੂੰ ਵੀ ਕਹਿੰਦੇ ਨੇ। ਇੱਕ ਭਗਉਤੀ ਦੇਵੀ ਵੀ ਹੈ, ਮੇਰਾ ਖਿਆਲ ਸ਼ਾਇਦ ਦੁਰਗਾ ਮਾਤਾ ਨੂੰ ਕਹਿੰਦੇ ਨੇ ਜਾਂ ਕਿਸੇ ਹੋਰ ਮਾਤਾ ਨੂੰ ਕਹਿੰਦੇ ਨੇ, ਮੈਨੂੰ ਇਹਦੇ ਬਾਰੇ ਇੰਨਾ ਗਿਆਨ ਨਹੀਂ ਹੈ। ਪਰ ਭਗਉਤੀ ਦਾ ਅੱਖਰੀ ਅਰਥ ਇਹ ਹੁੰਦਾ ਹੈ ਪਰਮਾਤਮਾ ਦੀ ਉਹ ਸ਼ਕਤੀ ਜਿਹਨੂੰ ਦੋ ਦੇ ਉੱਤੇ ਵੰਡਿਆ ਨਾ ਜਾ ਸਕੇ, ਭਾਵ ਇੱਕੋ ਇੱਕ ਪਰਮਾਤਮਾ, ਕੇਵਲ ਤੇ ਕੇਵਲ ਇੱਕ। ਭਗਉਤੀ ਭਗਵੰਤ ਭਗਤ ਕਾ ਰੰਗ, ਅਸਲ ਦੇ ਇਹ ਵੀ ਇੱਕ ਫਿਰਕਾ ਸੀ, ਨਾ ਤੇ ਫਿਰਕਾ ਬਣਿਆ ਹੋਇਆ। ਕਹਿੰਦੇ ਭਗਉਤੀ ਅਸਲ ਦੇ ਵਿੱਚ ਉਹ ਹੈ ਜਿਹਨੂੰ ਪਰਮਾਤਮਾ ਦੀ ਭਗਤੀ ਦਾ ਰੰਗ ਚੜਿਆ ਹੋਵੇ। ਸਗਲ ਤਿਆਗਾ ਦੁਸ਼ਟ ਕਾ ਸੰਗ, ਮਨ ਤੇ ਬਿਨਸੈ ਸਗਲਾ ਭਰਮ, ਕਰ ਪੂਜੈ ਸਗਲ ਪਾਰ ਬ੍ਰਹਮ, ਸਾਧ ਸੰਗ ਪਾਪਾਂ ਮਲ ਖੋਵੈ। ਇਹਨੂੰ ਪਾਪਾਂ ਪਿਛਲੇ ਪੱਪੇ ਦੇ ਕੰਨੇ ਤੇ ਬਿੰਦੀ ਲਾ ਕੇ ਬੋਲਣਾ। ਸਾਧ ਸੰਗ ਪਾਪਾਂ ਮਲ, ਇਹਨੂੰ ਮਲ ਨਹੀਂ ਪੜ੍ਹਨਾ, ਮਾਲ, ਲੱਡੇ ਦੇ ਪੈਰ 'ਚ ਬਿੰਦੀ ਲਾਉਣੀ ਆ, ਮਾਲ। ਸਾਧ ਸੰਗ ਪਾਪਾਂ ਮਲ ਖੋਵੈ, ਤਿਸ ਭਗਉਤੀ ਕੀ ਮਤ ਊਤਮ ਹੋਵੈ, ਭਗਵੰਤ ਕੀ ਟਹਿਲ ਕਰੈ ਨਿਤ ਨੀਤ, ਮਨ ਤਨ ਅਰਪੈ ਬਿਸ਼ਨ ਪ੍ਰੀਤ, ਹਰ ਕੇ ਚਰਨ ਹਿਰਦੈ ਵਸਾਵੈ, ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੈ। ਕਹਿੰਦੇ ਭਗਉਤੀ ਉਹ ਹੈ, ਇਹ ਵੀ ਇੱਕ ਫਿਰਕਾ ਸੀ ਸਾਧ ਸੰਗਤ ਜੀ, ਜਿਵੇਂ ਇਹ ਜੰਗਮਾਂ ਦਾ, ਵੈਸ਼ਨੂਆਂ ਦਾ, ਪੰਡਤਾਂ ਦਾ, ਜੋਗੀਆਂ ਦਾ ਫਿਰਕਾ, ਇਹ ਵੀ ਇੱਕ ਅਸੀਂ ਅਸਲ ਦੇ ਵਿੱਚ ਪਰਮਾਤਮਾ ਜਿਹੜਾ ਕੇਵਲ ਤੇ ਕੇਵਲ ਪਰਮਾਤਮਾ ਦਾ ਉਪਾਸ਼ਕ ਹੋਵੇ ਉਹਨੂੰ ਭਗਉਤੀ ਕਹਿੰਦੇ ਨੇ। ਹੁਣ ਬਾਬਾ ਜੀ ਵੀ ਇਹੀ ਦੱਸ ਰਹੇ ਨੇ, ਗੁਰੂ ਮਹਾਰਾਜ ਪੰਚਮ ਪਾਤਸ਼ਾਹ, ਭਗਉਤੀ ਉਹ ਹੈ ਜਿਹਨੂੰ ਭਗਤੀ ਦਾ ਰੰਗ ਚੜਿਆ ਹੋਵੇ, ਭਗਤੀ ਦਾ ਪਿਆਰ ਚੜਿਆ ਹੋਵੇ, ਜਿਹਨੂੰ ਪਿਆਰ ਕੇਵਲ ਤੇ ਕੇਵਲ ਭਗਤੀ ਨਾਲੇ ਹੋਵੇ, ਪਰਮਾਤਮਾ ਦੀ ਭਗਤੀ ਨਾਲ, ਆਪਣੀ ਪ੍ਰਤਿਸ਼ਠਾ ਨਾਲ ਨਾ ਹੋਵੇ। ਸਾਧ ਸੰਗਤ ਜੀ ਜ਼ਿਆਦਾਤਰ ਮੈਂ ਦੇਖਿਆ 99.99% ਲੋਕ ਆਪਣੀ ਮਾਨ ਪ੍ਰਤਿਸ਼ਠਾ ਵਾਸਤੇ ਭਗਤੀ ਕਰਦੇ ਨੇ। ਉਹ ਕਈ ਵਾਰ ਦੂਜੇ ਫਿਰਕਿਆਂ ਦੀ ਨਿੰਦਿਆ ਕਰਦੇ ਨੇ, ਇਹ ਹਿੰਦੂ ਐ ਨੇ ਜੀ, ਸਿੱਖ ਐ ਨੇ ਜੀ, ਮੁਸਲਮਾਨ ਐ ਨੇ ਜੀ, ਉਹ ਆਪਣੇ ਆਪ ਨੂੰ ਚੰਗਾ ਕਹਾਉਣ ਵਾਸਤੇ ਉਹ ਨਿੰਦਿਆ ਕਰਦੇ ਨੇ। ਆਪਾਂ ਨੇ ਨਹੀਂ ਇਹ ਕੰਮ ਕਰਨਾ ਹੈਗਾ, ਆਪਾਂ ਤਾਂ ਸਿਰਫ ਕੇਵਲ ਤੇ ਕੇਵਲ ਗੁਰੂ ਦੀ ਭਗਤੀ, ਪਰਮਾਤਮਾ ਦੀ ਭਗਤੀ ਕਰਨੀ ਹੈ। ਸਗਲ ਤਿਆਗਿਆ ਦੁਸ਼ਟ ਕਾ ਸੰਗ, ਹਰ ਤਰ੍ਹਾਂ ਦੇ ਦੁਸ਼ਟਾਂ ਦਾ, ਭੈੜੇ ਬੰਦਿਆਂ ਦਾ, ਚਾਹੇ ਉਹ ਬਦ ਚੱਲਣ ਹੋਣ, ਚਾਹੇ ਉਹ ਨਸ਼ਿਆਂ ਦੇ ਸੇਵਨ ਕਰਦੇ ਹੋਣ, ਚਾਹੇ ਉਹ ਕੋਈ ਹੋਰ ਤਰ੍ਹਾਂ ਦੀਆਂ ਭੈੜੀਆਂ ਵਾਦੀਆਂ ਦੇ ਮਾਲਕ ਹੋਣ, ਅਸੀਂ ਉਹਨਾਂ ਸਾਰਿਆਂ ਤੋਂ ਦੂਰ ਰਹਿਣਾ, ਭਾਵ ਭੈੜੇ ਬੰਦਿਆਂ ਦੀ ਸੰਗਤ ਤੋਂ ਦੂਰ ਰਹਿਣਾ। ਬਾਬਾ ਕਬੀਰ ਜੀ ਵੀ ਕਹਿੰਦੇ, ਕਬੀਰ ਸਾਖਤ ਸੰਗ ਨਾ ਕੀਜੀਐ, ਦੂਰਾਂ ਜਾਈਐ ਭਾਗ, ਬਾਸਣ ਕਾਰੋ ਪਰਸੀਐ ਤੋ ਕੁਛ ਲੱਗਿਆ ਦਾਗ। ਭੈੜੇ ਬੰਦੇ ਕੋਲ ਬੈਠਾਂਗੇ ਤਾਂ ਸਾਨੂੰ ਕੋਈ ਨਾ ਕੁਛ ਦਾਗ ਜਾਣੇ ਅਣਜਾਣੇ ਜ਼ਰੂਰ ਆ ਜਾਣਾ। ਤੁਸੀਂ ਆ ਕੋਈ ਗਾਲਾਂ ਗੂਲਾਂ ਕੱਢਣ ਵਾਲੇ ਕੋਲੇ ਬਹਿ ਜਾਓ, ਚੌਥੇ ਦਿਨ ਤੋਂ ਉਹਨੂੰ ਘਰ ਦੇ ਗਾਣ ਲੱਗਣਾ, ਕੀ ਗੱਲ ਤੁਸੀਂ ਗਾਲਾਂ ਜੀਆਂ ਪਤਾ ਨਹੀਂ ਕਿਉਂ ਕੱਢੀ ਜਾਂਦੇ ਹੋ। ਉਹ ਪਤਾ ਹੀ ਨਹੀਂ ਲੱਗਦਾ ਆਦਤ ਕਦੋਂ ਪੈਂਦੀ ਹੈ। ਭੈੜੀ ਆਦਤ ਇਹ ਆਪਾਂ ਜ਼ੁਕਾਮ ਵਾਲੇ ਕੋਲੇ ਬਹਿ ਜਾਈਏ ਨਾ, ਉਹਦੀ ਸੁੱਡ ਜੀ ਹੋਣ ਲੱਗ ਜੂਗੀ। ਇਹ ਵੀ ਜਿਹੜੀਆਂ ਭੈੜੀਆਂ ਆਦਤਾਂ ਨੇ, ਇਹ ਵੀ ਇੱਕ ਨਾ ਕਹਿੰਦੇ ਹੁੰਦੇ ਨੇ ਸਿਆਣੇ, ਕਹਿੰਦੇ ਗੁਆਂਢੀਆਂ ਦੀ ਜੇ ਸ਼ਕਲ ਨਾ ਆਵੇ, ਅਕਲ ਜ਼ਰੂਰ ਆ ਜਾਂਦੀ ਆ। ਕਹਿੰਦੇ ਨੇ ਇਹਨੂੰ ਫਲਾਣੇ ਬੰਦੇ ਦਾ ਪਾਹ ਲੱਗ ਗਿਆ। ਆਪਾਂ ਉਹ ਚਾਹੇ ਸਾਨੂੰ ਕੁਛ ਕਹੇ ਨਾ ਕਹੇ, ਅਸੀਂ ਨਾ ਜਦੋਂ ਪਤਾ ਲੱਗ ਜੇ ਕਿ ਇਹਦੇ ਵਿੱਚ ਆ ਭੈੜੀ ਆਦਤ ਹੈ, ਉਹ ਤੋਂ ਥੋੜ੍ਹਾ ਦੂਰ ਰਹਿਣ ਦੀ ਕੋਸ਼ਿਸ਼ ਕਰੋ, ਇੱਕ ਡਿਸਟੈਂਸ ਬਣਾ ਕੇ ਰੱਖਣਾ। ਮਨ ਤੇ ਬਿਨਸੈ ਸਗਲਾ ਭਰਮ, ਮਨ ਤੋਂ ਸਾਰੇ ਭਰਮ ਦੂਰ ਕਰ ਦੇਣਾ। ਹੁਣ ਸਾਨੂੰ ਭਰਮ ਕੀ ਹੈ? ਸਾਨੂੰ ਮਾਂ ਬਾਪ ਨੇ ਪਾਲਿਆ, ਸਾਨੂੰ ਪਤਨੀ ਜਿਹੜਾ ਸਾਡਾ ਘਰ ਵਸਾ ਰਿਹਾ, ਸਾਨੂੰ ਪਤੀ ਕਮਾ ਕੇ ਲਿਆਉਂਦਾ। ਅਸੀਂ ਕੀ ਸੋਚਣਾ? ਨਹੀਂ, ਮਾਂ ਬਾਪ ਦੇ ਰਾਹੀਂ ਸਾਨੂੰ ਪਰਮਾਤਮਾ ਨੇ ਪਾਲਿਆ, ਅਧਿਆਪਕਾਂ ਦੇ ਰਾਹੀਂ ਸਾਨੂੰ ਪਰਮਾਤਮਾ ਨੇ ਹੀ ਵਿੱਦਿਆ ਦਿੱਤੀ ਹੈ। ਇਹ ਪਤਨੀ ਅਤੇ ਪਤੀ ਦੇ ਵਿੱਚ ਬੈਠ ਕੇ ਹੀ ਸਾਡੀ ਉਹ ਪਾਲਣਾ ਪੋਸ਼ਣਾ ਕਰ ਰਿਹਾ, ਧੀਆਂ ਪੁੱਤਾਂ ਦੇ ਵਿੱਚ ਬੈਠ ਕੇ ਉਹ ਸਾਡਾ ਸਤਿਕਾਰ ਕਰ ਰਿਹਾ। ਅੱਛਾ, ਜੇ ਕੋਈ ਮਾੜਾ ਮਿਲ ਜੇ ਫਿਰ ਵੀ ਇਹੀ ਸੋਚਣਾ, ਇਹ ਮੇਰੇ ਕਰਮ ਦਾ ਫਲ, ਇਹ ਮੇਰੇ ਜਵਾਈ ਰਾਹੀਂ, ਮੇਰੀ ਨੂੰਹ ਰਾਹੀਂ, ਮੇਰੇ ਪੁੱਤ ਰਾਹੀਂ, ਮੇਰੇ ਧੀ ਰਾਹੀਂ ਮੇਰੇ ਭੈੜੇ ਕਰਮ ਦਾ ਫਲ ਉਹ ਹੀ ਭੁਗਤਾ ਰਿਹਾ। ਜੇ ਆਪਾਂ ਸੋਚਾਂਗੇ ਨਾ ਮੇਰੀ ਨੂੰਹ ਕਰ ਰਹੀ ਹੈ, ਫਿਰ ਅਸੀਂ ਨੂੰਹ ਦੀ ਨਿੰਦਿਆ ਕਰਾਂਗੇ ਆਂਢਣਾ ਗੁਆਂਢਣਾ ਕੋਲੇ, ਰਿਸ਼ਤੇਦਾਰਾਂ ਕੋਲੇ। ਜਦੋਂ ਅਸੀਂ ਸੋਚਾਂਗੇ ਵੀ ਕਿ ਇਹ ਉਹੀ ਹੀ ਕਰ ਰਿਹਾ, ਫਿਰ ਅਸੀਂ ਕਿਸੇ ਦੀ ਨਿੰਦਿਆ ਨਹੀਂ ਕਰਾਂਗੇ। ਸਾਧ ਸੰਗਤ ਜੀ, ਇੱਕ ਇਹ ਦੇਖੋ ਤੱਤ ਇਹ ਨਿਕਲਿਆ ਕਿ ਕੋਈ ਇਸ ਦੁਨੀਆ ਦੇ ਉੱਤੇ ਬੰਦਾ ਮਾੜਾ ਨਹੀਂ ਹੈ।
ਨਾ ਹੀ ਕੋਈ ਚੰਗਾ ਹੈ। ਸਾਡੀ ਕਿਸਮਤ ਦੇ ਮੁਤਾਬਕ ਸਾਡੇ ਨਾਲ ਉਹ ਬੰਦਾ ਉਹੀ ਟਰੀਟ ਕਰੂਗਾ। ਹੋ ਸਕਦਾ ਜਿਹੜਾ ਬੰਦਾ ਸਾਰੇ ਪਟਿਆਲੇ ਵਾਸਤੇ ਸਾਧ ਹੋਵੇ ਨਾ, ਉਹ ਸਾਡਾ ਪਲਾਟੇ ਦੱਬ ਲੇ, ਜਾਂ ਉਹ ਕੋਈ ਐਸਾ ਕੰਮ ਕਰਦੇ ਜਿਹੜਾ ਸਾਡੇ ਲਈ ਨੁਕਸਾਨਦੇਹ ਹੋਵੇ। ਤੁਹਾਡੇ ਧੀ ਪੁੱਤ ਨੇ, ਸਾਰੀ ਦੁਨੀਆ ਮਹੱਲੇ ਵਾਲੇ ਚੰਗਾ ਕਹਿੰਦੇ ਨੇ, ਤੁਸੀਂ ਬੜੇ ਭਾਗਾਂ ਵਾਲੇ ਹੋ ਜੀ, ਤੁਹਾਡਾ ਪੁੱਤਰ ਬੜਾ ਵਧੀਆ ਜੀ, ਤੁਹਾਡੀ ਧੀ ਵਧੀਆ। ਹੋ ਸਕਦਾ ਤੁਹਾਡੇ ਅੱਖੀ ਨਾ ਲੱਗਦਾ ਹੋਵੇ, ਉਹ ਤੁਹਾਡੇ ਅੱਖੀ ਨਾ ਲੱਗਦਾ ਹੋਵੇ। ਇੱਕ ਸਿੱਟੇ ਤੇ ਕੱਢਿਆ, ਇੱਕ ਨਿਚੋੜ ਨਿਕਲਿਆ, ਵਿਦਵਾਨਾਂ ਨੇ ਕੱਢਿਆ ਵੀ ਇਸ ਦੁਨੀਆ ਦੇ ਉੱਤੇ ਕੋਈ ਚੰਗਾ ਨਹੀਂ, ਕੋਈ ਮਾੜਾ ਨਹੀਂ। ਜੇ ਤੁਹਾਡੀ ਕਿਸਮਤ ਚੰਗੀ ਨਹੀਂ ਨਾ ਹੈ, ਤੁਹਾਡਾ ਪਾਣੀ ਪੀਤਾ ਹੋਇਆ ਵੀ ਤੁਹਾਨੂੰ ਬਿਮਾਰ ਕਰ ਸਕਦਾ, ਤੁਹਾਡੀ ਰੋਟੀ ਖਾਧੀ ਹੋਈ ਫੂਡ ਪੋਇਜ਼ਨ ਬਣਾ ਸਕਦੀ ਆ, ਜੇ ਤੁਹਾਡੀ ਕਿਸਮਤ ਖੋਟੀ ਹੈ ਤਾਂ। ਜੇ ਕਿਸਮਤ ਚੰਗੀ ਹੈ ਫਿਰ ਜ਼ਹਿਰ ਖਾਧੀ ਹੋਈ ਵੀ ਕਈ ਵਾਰੀ ਅੰਮ੍ਰਿਤ ਬਣ ਜਾਂਦੀ ਆ। ਹੁਣ ਆਪਣੇ ਕੋਲ ਇੰਨਾ ਟਾਈਮ ਨਹੀਂ ਹੈ ਕਿ ਆਪਾਂ ਵਿਸਥਾਰ ਨਾਲ ਇਹ ਗੱਲਾਂ ਕਰੀਏ। ਇਹ ਸਾਰਾ ਕੁਛ ਕਿਸਮਤ ਹੈ। ਹਾਂ, ਕਿਸਮਤ ਨੂੰ ਵਧੀਆ ਬਣਾਉਣ ਵਾਸਤੇ ਅਸੀਂ ਭਗਤੀ ਕਰਨੀ ਹੈ। ਜਦੋਂ ਅਸੀਂ ਵੱਧ ਤੋਂ ਵੱਧ ਨਾਮ ਜਪਾਂਗੇ, ਸਾਡੀ ਜਿਹੜੀ ਬਦਕਿਸਮਤੀ ਹੈ ਉਹ ਖੁਸ਼ਕਿਸਮਤੀ ਦੇ ਵਿੱਚ ਕਨਵਰਟ ਹੋ ਜਾਂਦੀ ਆ। ਗਰੀਬ ਨਵਾਜ ਕਹਿੰਦੇ ਮਨ ਤੇ ਸਾਰਾ ਭਰਮ ਦੂਰ ਕਰ ਦੇ ਕਿ ਉਹੀ ਸਾਰਾ ਕੁਛ ਕਰ ਰਿਹਾ ਹੈ। ਕਰ ਪੂਜਾ ਸਗਲ ਪਾਰ ਬ੍ਰਹਮ, ਸਾਰਿਆਂ ਦੀ ਪੂਜਾ ਉਹ ਪਰਮਾਤਮਾ ਸਮਝ ਕੇ ਕਰੇ ਕਿ ਇਹ ਪਰਮਾਤਮਾ ਆ ਰਿਹਾ, ਸਭ ਦਾ ਸਤਿਕਾਰ ਕਰੇ। ਪੂਜਾ ਦਾ ਮਤਲਬ ਸਭ ਦਾ ਸਤਿਕਾਰ ਕਰਨਾ। ਮੁਹੰਮਦ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਸਲਾਮ ਅਲੈਕਮ ਨਹੀਂ ਕਹਿਣ ਦਿੱਤਾ। ਉਹ ਦੇਖਦੇ ਸੀ ਉਹ ਭਾਈ ਬੀਬੀ ਆ ਰਹੀ ਹੈ ਜਾਂ ਉਹ ਭਾਈ ਆ ਰਿਹਾ, ਉਹਨਾਂ ਨੇ ਪਹਿਲਾਂ ਹੀ ਕਹਿ ਦੇਣਾ ਭਾਈ ਜਾਨ ਸਲਾਮ ਅਲੈਕਮ, ਅੰਮੀ ਜਾਨ ਸਲਾਮ ਅਲੈਕਮ, ਉਹਨਾਂ ਨੇ ਪਹਿਲਾਂ ਹੀ ਕਹਿ ਦੇਣਾ। ਇਹ ਸਾਨੂੰ ਹੁਕਮ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਆਗਾ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਗਜਾਵੈ। ਕਿਉਂਕਿ ਜਿਹੜਾ ਫਤਿਹ ਬੁਲਾਉਣ ਵਾਲਾ ਉਹ ਨਿਮਰਤਾ ਦਾ ਧਾਰਨੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਥੋਂ ਤੱਕ ਕਿਹਾ ਜਿਹੜਾ ਫਤਿਹ ਬੁਲਾਉਂਦਾ ਉਹਦੇ ਵੱਲ ਮੇਰਾ ਮੂੰਹ ਹੈ, ਚਾਹੇ ਉਹ ਭਜਨ ਬੰਦਗੀ ਕੋਈ ਕਰਦਾ ਜਾਂ ਨਾ ਕਰਦਾ। ਅਸਲ ਤਾਂ ਸਾਧ ਸੰਗਤ ਜੀ ਫਤਿਹ ਉਹੀ ਬੁਲਾਊਗਾ ਜਿਹੜਾ ਭਜਨ ਬੰਦਗੀ ਕਰੂਗਾ। ਦੂਜਾ ਮੇਰੇ ਵਰਗਾ ਤਾਂ ਮਾਹਾਂ ਦੇ ਆਟੇ ਵਾਂਗੂ ਹੀ ਆਕੜਿਆ ਫਿਰੂਗਾ, ਮੈਂ ਟਿੰਡੀਆਂ ਲੈਣੀਆਂ ਨੇ, ਮੈਂ ਅੰਮ੍ਰਿਤ ਧਾਰੀਆਂ, ਮੈਂ ਐਂ ਕਰਦਾ, ਮੈਂ ਐਂ ਕਰਦਾ, ਉਹ ਤਾਂ ਉਹੀ ਆਕੜਿਆ ਫਿਰੂਗਾ। ਅਸਲ ਫਤਿਹ ਵੀ ਮੁੱਲਾ ਦਿਆ ਉਹੀ ਬੁਲਾਊਗਾ ਜਿਹੜਾ ਬਹੁਤ ਨਿਮਰਤਾ ਦੇ ਵਿੱਚ ਭਜਨ ਬੰਦਗੀ ਦੇ ਨਾਲ ਬਹੁਤ ਡੂੰਘੇ ਤਹਿ ਤੇ ਜ਼ਿੰਦਗੀ ਜਿਉਂ ਰਿਹਾ। ਕਹਿੰਦੇ ਜਿਹੜਾ ਫਤਿਹ ਬੁਲਾ ਰਿਹਾ ਉਹਦੇ ਵੱਲ ਮੇਰਾ ਮੂੰਹ ਹੈ, ਜਿਹੜਾ ਫਤਿਹ ਦਾ ਰਿਸਪੌਂਸ ਦੇ ਰਿਹਾ, ਜਵਾਬ ਦੇ ਰਿਹਾ, ਉਹਦੇ ਵੱਲ ਮੇਰਾ ਪਾਸਾ ਹੈ। ਤੇ ਜਿਹੜਾ ਫਤਿਹ ਦਾ ਜਵਾਬ ਨਹੀਂ ਦੇ ਰਿਹਾ, ਗਰਦਨ ਕੜਾ ਕੇ ਲੰਘ ਰਿਹਾ, ਚਾਹੇ ਉਹਨੇ ਗੋਲ ਪੱਗ ਬੰਨੀਆਂ, ਚਾਹੇ ਉਹਨੇ ਚੋਲਾ ਪਾਇਆ, ਉਹਦੇ ਵੱਲ ਮੇਰੀ ਪਿੱਠ ਹੈ, ਉਹਦੇ ਵੱਲ ਮੇਰੀ ਪਿੱਠ ਹੈ, ਜਿਹੜਾ ਜਵਾਬ ਨਹੀਂ ਦੇ ਰਿਹਾ। ਹੁਣ ਗਰੀਬ ਨਵਾਜ ਇਹੀ ਕਹਿੰਦੇ ਨੇ ਕਦੇ ਸਾਰਿਆਂ ਦੇ ਵਿੱਚ ਪਰਮਾਤਮਾ ਨੂੰ ਜਾਣ ਕੇ ਉਹਦਾ ਸਤਿਕਾਰ ਕਰੇ। ਅੱਗੇ ਗਰੀਬ ਨਵਾਜ ਫਰਮਾ ਰਹੇ ਨੇ ਸਾਧ ਸੰਗ ਪਾਪਾਂ ਮਲ ਖੋਵੈ, ਸਾਧੂ ਦੀ ਸੰਗਤ ਕਰਕੇ, ਗੁਰੂ ਦੀ ਸੰਗਤ ਕਰਕੇ ਵੇਲੇ ਟਹਿਲ ਦਾ ਮਤਲਬ ਕੀ ਆ ਸਾਧ ਸੰਗਤ ਜੀ? ਮਹਾਰਾਜ ਕਹਿੰਦੇ ਨੇ ਆਗਿਆ ਸਮ ਨਹੀਂ ਸਹਿਬ ਸੇਵਾ, ਭਾਵ ਉਹਦਾ ਹੁਕਮ ਮੰਨਣਾ, ਉਹਦਾ ਨਾਮ ਜਪਣਾ, ਉਹਦੇ ਭੈ 'ਚ ਰਹਿਣਾ, ਇਹ ਉਹਦੀ ਸੇਵਾ ਹੈ, ਉਹਦੀ ਟਹਿਲ ਹੈ। ਹੁਣ ਜਦੋਂ ਉਹਦੇ ਭੈ 'ਚ ਰਹਾਂਗੇ ਕਿ ਜੇ ਮੈਂ ਮਾੜਾ ਕੰਮ ਨਹੀਂ ਕਰਨਾ ਯਾਰ, ਇਹ ਸਬਜ਼ੀ ਵਾਲੇ ਨੇ ਮੈਨੂੰ 10 ਰੁਪਏ ਫਾਲਤੂ ਮੋੜਤੇ, ਨਹੀਂ ਯਾਰ ਆ ਲੈ ਭਈਆ ਤੇਰੇ 10 ਰੁਪਏ, ਯਾਰ ਤੂੰ ਮੈਨੂੰ ਫਾਲਤੂ ਮੋੜ ਰਿਹਾ, ਇਹ ਉਹਦੀ ਟਹਿਲ ਹੈ, ਇਹ ਉਹਦੀ ਸੇਵਾ। ਕਿਉਂਕਿ ਉਹਦੇ ਭੈ ਦੇ ਵਿੱਚ ਆਪਾਂ ਇਹ ਇਮਾਨਦਾਰੀ ਸ਼ੋਅ ਕੀਤੀ ਆ। ਆਪਾਂ ਨੂੰ ਕੋਈ ਐਸਾ ਮਤਲਬ ਕੋਈ ਹੁੰਦਾ, ਆਪਾਂ ਉਹਨੂੰ ਬੁਰੇ ਨੂੰ ਚੰਗਾ ਕਰਕੇ ਸਮਝ ਲੈਂਦੇ ਹਾਂ, ਜਾਂ ਕੋਈ ਚੰਗਾ ਹੋ ਗਿਆ ਉਹਦਾ ਆਪਾਂ ਰਿਸਪੌਂਸ ਦਿੰਦੇ ਹਾਂ, ਤਾਂ ਫਿਰ ਮਤਲਬ ਇਹ ਉਹਦੀ ਸੇਵਾ ਇੱਕ ਤਰ੍ਹਾਂ ਦੀ। ਮਨ ਤਨ ਅਰਪੈ ਵਿਸ਼ਨ ਪ੍ਰੀਤ, ਪਰਮਾਤਮਾ ਦੀ ਪ੍ਰੀਤੀ ਵਾਸਤੇ ਆਪਣਾ ਮਨ ਅਤੇ ਤਨ ਵੀ ਅਰਪਣ ਕਰ ਦੇਵੇ। ਸਾਧ ਸੰਗਤ ਜੀ ਮਨ ਅਤੇ ਤਨ, ਜਿਵੇਂ ਹੁਣ ਦੇਖੋ ਠੰਡ ਹੈ, ਰਜਾਈ ਛੱਡਣ ਨੂੰ ਦਿਲ ਨਹੀਂ ਕਰਦਾ। ਜੇ ਕੋਈ ਕਹੇ ਨਾ ਅੰਮ੍ਰਿਤ ਵੇਲੇ ਵੀ ਚੱਲ ਵੀ ਤੈਨੂੰ ਮੋਦੀ ਦੀ ਕੁਰਸੀ 'ਤੇ ਬਿਠਾਉਣਾ, ਸ਼ਾਇਦ ਮੇਰੇ ਵਰਗਾ ਤਾਂ ਵੀ ਨਾ ਖੜਾ ਹੋਵੇ, ਯਾਰ ਕਿੱਥੇ ਦਿਨੇ ਦੇਖਾਂਗੇ, ਹੁਣ ਤਾਂ 2 ਘੰਟਾ ਹੋਰ ਪੈ ਲਈਏ। ਇਹ ਆ ਕੱਚੇ 'ਤੇ ਤਰਨਾ। ਹੁਣ ਜਦੋਂ ਦੇਖਾ ਗੁਰੂ ਯਾਦ ਆ ਗਿਆ, ਇਹ ਹੈਗਾ ਕੱਚਾ ਘੜਾ, ਸਾਡਾ ਕੱਚਾ ਹੀ ਘੜਾ, ਕੱਚੀ ਭੀਤ ਹੈ। ਦੇਖਣਾ ਵੀ ਮਹਾਰਾਜ ਇਹ ਮੇਰੇ ਮਾਹੀ ਵਾਲਾ, ਮੈਂ ਹੁਣ ਆ ਰਹੀਆਂ ਇਹ ਪਾਪਾਂ ਬਕਨਰਾ ਚਨਾਹ ਤਰ ਕੇ, ਕੱਚਾ ਹੀ ਹੈ। ਕੱਚੇ 'ਤੇ ਵਿਸ਼ਵਾਸ ਕਰੀਏ ਨਾ ਕਰੀਏ, ਉਹ ਪਰ ਜਿਹੜਾ ਪੱਕਾ ਹੈ, ਕੱਚਿਆਂ ਨੂੰ ਪੱਕੇ ਬਣਾਉਣ ਵਾਲਾ, ਉਹ 'ਤੇ ਵਿਸ਼ਵਾਸ ਜ਼ਰੂਰ ਕਰੀਏ। ਇਹ ਨਹੀਂ ਕਿ ਜੀ ਮੈਨੂੰ ਤਾਂ ਠੰਡ ਲੱਗਦੀ ਹੈ, ਜੀ ਮੈਨੂੰ ਜ਼ੁਕਾਮ ਹੋ ਲੱਗਿਆ ਹੋਇਆ, ਜੀ ਮੈਨੂੰ ਫਲਾਣਾ ਲੱਗਿਆ ਹੋਇਆ, ਨਾ। ਹੱਠ ਯੋਗ ਵੀ ਕਰਨਾ ਪੈਂਦਾ ਪਹਿਲਾਂ, ਫਿਰ ਜਿਹੜਾ ਹੈ ਚਲੋ ਇਸ਼ਨਾਨ ਨਹੀਂ, 5 ਇਸ਼ਨਾਨ ਨਹੀਂ ਕਰਕੇ ਆਪਾਂ ਜਿਹੜਾ ਹੈ ਉਹਦੀ ਪ੍ਰੀਤੀ ਦੇ ਵਿੱਚ ਜੁੜ ਗਏ। ਇਹ ਹੈਗਾ ਮਾਨ ਅਤੇ ਤਨ ਅਰਪਣ ਕਰਨਾ। ਕਹਿੰਦੇ ਉਹ ਕਰਦਾ ਫਿਰ ਹਰ ਕੇ ਚਰਨ ਹਿਰਦਾ ਵਸਾਵੈ, ਹਰੀ ਦੇ ਚਰਨਾਂ ਨੂੰ ਆਪਣੇ, ਭਾਵ ਹਰੀ ਦੀ ਯਾਦ ਨੂੰ ਆਪਣੇ ਹਿਰਦੇ 'ਚ ਵਸਾ ਕੇ ਰੱਖਦਾ। ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੈ, ਇਹ ਨਾਨਕ ਐਸਾ ਭਗਵੰਤੀ ਦਾ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ। ਇਹ ਸਾਧ ਸੰਗਤ ਆਪਾਂ 3 ਬੰਦਾਂ ਦੀ ਵਿਚਾਰ ਸਾਂਝੀ ਕੀਤੀ ਹੈ। ਇਹ ਭਾਵ ਉਪਰੋਕਤ ਜੋ ਦੱਸਿਆ, ਇਹਦਾ ਮਤਲਬ ਇਹ ਹੈ ਕਿ ਅਸੀਂ ਇਕੱਲੇ ਪਹਿਰਾਵੇ ਤੱਕ ਸੀਮਤ ਨਹੀਂ ਰਹਿਣਾ।
ਅਸੀਂ ਉਹਨਾਂ ਜਿਹੜੇ ਅਸਲੀ ਗੁਣ ਨੇ ਉਹਨਾਂ ਨੂੰ ਧਾਰਨ ਕਰਨਾ ਹੈ। ਅਸੀਂ ਭਜਨ ਬੰਦਗੀ ਕਰਨੀ ਹੈ, ਨੇਕੀ ਵਾਲਾ ਜੀਵਨ ਜਿਉਣਾ ਹੈ, ਬਦੀਆਂ ਵਾਲੇ ਜੀਵਨ ਨੂੰ ਤੋਂ ਪਰੇ ਹਟਣਾ ਹੈ। ਗੁਰੂ ਮਹਾਰਾਜ ਸਾਡੇ 'ਤੇ ਕਿਰਪਾ ਕਰਨ। ਸਾਧ ਸੰਗਤ ਜੀ ਆਪਣੀ ਸਿਹਤ ਦਾ ਖਿਆਲ ਰੱਖਣਾ, ਕਿਉਂਕਿ ਸਮਾਂ ਕੁਛ ਠੰਡ ਦਾ ਚੱਲ ਰਿਹਾ ਹੈ। ਅਤੇ ਬਾਕੀ ਭਜਨ ਬੰਦਗੀ ਵੱਧ ਤੋਂ ਵੱਧ ਗੁਰੂ ਮਹਾਰਾਜ ਦੀ ਨਿੱਘੀ ਮਿੱਠੀ ਗੋਦ ਦਾ ਆਨੰਦ ਮਾਣਨਾ। ਗੁਰੂ ਮਹਾਰਾਜ ਦੀ ਪਵਿੱਤਰ ਪਾਵਨ ਬਾਣੀ ਦੀ ਕਥਾ ਵਾਰਤਾ ਕਰਦਿਆਂ ਹੋਇਆਂ ਬੇਅੰਤ ਕਿਸਮ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋ ਗਈਆਂ ਹੋਣਗੀਆਂ, ਦਾਸ ਖਿਮਾ ਦਾ ਜਾਚਕ ਹੈ। ਅੱਗੇ ਵਾਸਤੇ ਅਸੀਸ ਦੇਣੀਆਂ, ਹੁਣ ਦੀਆਂ ਭੁੱਲਾਂ ਚੁੱਕਾਂ ਮੁਆਫ ਕਰਨੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ।